ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਰਦਾਰ ਜੀ ਫੋਰਐਵਰ, ਵੇਤਨਵੀਰ ਜੀ, ਹੈਲੋ ਜੀ। ਹੈਲੋ ਜੀ, ਹੈਲੋ ਸਾਰਿਆਂ ਨੂੰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕੀ ਹਾਲ ਹੈ ਜੀ? ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਜੀ। ਐਂਡ ਫਸਟ ਆਫ ਆਲ, ਬਹੁਤ ਬਹੁਤ ਸੌਰੀ ਹੈ ਮੇਰੇ ਵੱਲੋਂ, ਕਾਜ਼ ਮੈਨੂੰ ਪਤਾ ਹੈ ਆਮ ਲਾਈਕ 29 ਮਿੰਟਸ ਲੇਟ। ਥੋੜਾ ਲੇਟ ਹੋ ਗਿਆ। ਇਟਸ ਓਕੇ। ਹਾਂਜੀ 8:30 ਵਜੇ ਦਾ ਟਾਈਮ ਸੀ, ਸੋ ਜਿੰਨੇ ਵਿਊਵਰਸ ਦੇਖ ਰਹੇ ਨੇ ਉਹਨਾਂ ਲਈ ਸੌਰੀ, ਅੱਜ ਥੋੜਾ ਲੇਟ ਹੋ ਗਿਆ ਸੈਸ਼ਨ। ਕੋਈ ਗੱਲ ਯਾ ਨਹੀਂ, ਕਹਿੰਦੇ ਨੇ ਕੁਝ ਜੋ ਹੁੰਦਾ ਵਧੀਆ ਲਈ ਹੁੰਦਾ। ਸੋ ਸਭ ਨੂੰ ਸਭ ਹਾਂਜੀ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਜੈਮਸਕੀਲ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸ਼ੋਅ ਮੁਲਾਕਾਤ ਕੁਝ ਖਾਸ। ਸੋ ਅੱਜ ਤੇ ਸਾਡੇ ਗੈਸਟ ਨੇ ਬਹੁਤ ਹੀ ਸਪੈਸ਼ਲ ਗੈਸਟ, ਇੱਕ ਸੋਹਣੀ ਮੁਟਿਆਰ ਜਿਹਨੇ ਵਿਲਾਇਤ 'ਚ ਜਾ ਕੇ ਵੀ ਆਪਣੇ ਵਿਰਸੇ ਨੂੰ, ਆਪਣੇ ਪੰਜਾਬੀ ਕਲਚਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਜੀ। ਮੈਂ ਗੱਲ ਕਰ ਰਿਹਾ, ਮੇਰੇ ਨਾਲ ਕੈਨੇਡਾ ਤੋਂ ਲਾਈਵ ਨੇ ਜੀ ਹਰਿੰਦਰ ਕਾਲੋ ਜੀ। ਸੋ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਕਮ ਸਾਡੇ ਸ਼ੋਅ ਮੁਲਾਕਾਤ ਕੁਝ ਖਾਸ। ਥੈਂਕ ਯੂ ਸੋ ਮਚ। ਜੀ ਮੈਮ, ਹੋਰ ਕੀ ਹਾਲ ਚਾਲ ਹੈ ਔਰ ਕੈਨੇਡਾ ਇੰਨੀ ਦੇ? ਸੋਹਣੀ ਇੰਟਰੋਡਕਸ਼ਨ ਲਈ ਹੋਰ ਵੀ ਜ਼ਿਆਦਾ ਥੈਂਕ ਯੂ। ਜੀ, ਹੋਰ ਕੈਨੇਡਾ ਦੇ ਕੀ ਹਾਲ ਚਾਲ ਨੇ? ਪੁੱਛੋ ਕੁਛ ਨਾ, ਬਸ ਅੱਜ ਮੈਂ ਜਸਟ ਅੱਧਾ ਘੰਟਾ ਹੋਇਆ ਘਰੇ ਆਈ ਆ। ਐਂਡ ਬਸ ਜਲਦੀ ਜਲਦੀ ਮੈਨੂੰ ਸੀਗਾ ਵੀ ਲਾਈਕ ਆਈ ਜਸਟ ਹੈਡ ਮਾਈ ਬ੍ਰੇਕਫਾਸਟ ਤੇ ਬਸ ਤੁਹਾਡੇ ਸਾਹਮਣੇ ਹੀ ਓਕੇ ਆ। ਜੀ, ਹਾਂਜੀ ਗੱਲ ਕਰੀਏ ਤੇ ਕੀ ਕੀ ਟਾਈਮ ਹੋ ਰਿਹਾ ਇਸ ਟਾਈਮ ਉੱਥੇ? ਸਵੇਰ ਦੇ 8:30 ਹੋਏ ਆ ਲਾਈਕ ਦੈਟ। ਸਵੇਰ ਦੇ 8:30 ਹੋ ਰਹੇ ਨੇ ਹਾਂਜੀ ਤੇ ਇੱਥੇ ਰਾਤ ਦੇ 9 ਵੱਜ ਰਹੇ ਨੇ ਤੇ ਬਰਸਾਤ ਹੋ ਰਹੀ ਹੈ ਬਹੁਤ ਜ਼ਿਆਦਾ। ਓਕੇ ਜੀ ਰਾਈਟ ਨਾਓ ਅੱਜ ਬਾਕੀ ਠੰਡ ਹੀ ਆ, ਸਿਰਫ ਓਦਾਂ ਸਨੋ ਵਗੈਰਾ ਨਹੀਂ ਹੈਗੀ ਬਟ ਓਕੇ ਠੰਡ ਕਾਫੀ ਆ। ਹਾਂਜੀ ਸਾਨੂੰ ਜੀ, ਸੋ ਅਸੀਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਸ਼ੋਅ ਦੀ। ਸੋ ਸਭ ਤੋਂ ਪਹਿਲਾਂ ਤਾਂ ਕੈਨੇਡਾ 'ਚ ਤੁਸੀਂ ਰਹਿ ਰਹੇ ਹੋ। ਯਾ ਕੈਨੇਡਾ ਦੀ ਵੀ ਅਸੀਂ ਗੱਲ ਕਰਾਂਗੇ, ਪਰ ਅਸੀਂ ਗੱਲ ਸ਼ੁਰੂਆਤ ਕਰਨਾ ਚਾਹਾਂਗੇ ਆਪਣੇ ਪੰਜਾਬ ਤੋਂ, ਆਪਣੇ ਵਿਰਸੇ ਤੋਂ। ਹਾਂਜੀ ਜੀ, ਸੋ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗਾ ਤੁਸੀਂ ਪੰਜਾਬ ਦੇ ਕਿੱਤੇ ਦੇ ਰਹਿਣ ਵਾਲੇ ਹੋ? ਪੰਜਾਬ ਜੀ 'ਚ ਤੁਹਾਡਾ ਮੈਂ ਜੀ ਜੀ ਅੰਮ੍ਰਿਤਸਰ ਤੋਂ ਆ, ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ। ਔਰ ਅੰਮ੍ਰਿਤਸਰ ਦੇ ਕੋਲ ਪਿੰਡ ਆ ਮੇਰਾ, ਏਅਰਪੋਰਟ ਰੋਡ ਤੇ। ਪਿੰਡ ਦਾ ਨਾਮ ਮੁਰਾਦਪੁਰਾ ਆ। ਔਰ ਜੀ ਕਾਫੀ ਵੱਡਾ ਪਿੰਡ ਆ। ਇਹ ਸਾਡੇ ਜਿਵੇਂ ਮਤਲਬ ਮੇਰਾ ਬਰਥ ਉੱਥੋਂ ਦਾ ਆ। ਔਰ ਮੈਂ ਸਟੱਡੀ ਕੀਤੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ। ਉਸ ਤੋਂ ਬਾਅਦ ਜੀ ਮੈਂ ਸਕੂਲਿੰਗ ਮੇਰੀ ਸਾਰੀ ਅੰਮ੍ਰਿਤਸਰ ਤੋਂ ਹੀ ਆ। ਐਂਡ ਹਾਇਰ ਐਜੂਕੇਸ਼ਨ ਵੀ ਉੱਥੋਂ ਹੀ ਆ। ਫਿਰ ਮੈਂ ਇੱਥੇ ਕੈਨੇਡਾ ਆ ਗਈ ਸੀਗੀ ਇਨ 2018। ਔਰ ਫਿਰ ਬਾਕੀ ਮੈਂ ਆਪਣੀ ਆਫਟਰ ਗ੍ਰੈਜੂਏਸ਼ਨ ਮੈਂ ਇੱਥੋਂ ਸਟੱਡੀ ਕੀਤੀ ਆ। ਜੀ, ਪੰਜਾਬੀ ਵਿਰਸੇ ਦੀ ਗੱਲ ਕਰੀਏ, ਪੰਜਾਬੀ ਵਿਰਸੇ ਨਾਲ ਤੁਸੀਂ ਜੁੜੇ ਹੋਏ ਹੋ। ਮਿਸ ਪੰਜਾਬੀ 2018 ਕੈਨੇਡਾ ਤੁਸੀਂ ਵਿਨ ਕਰ ਚੁੱਕੇ ਹੋ ਤੇ ਪੰਜਾਬੀ ਫੋਕ ਡਾਂਸ ਤੇ ਤੁਸੀਂ ਕੋਚ ਹੋ। ਤੇ ਕਿਵੇਂ ਸਬੱਬ ਬਣਿਆ ਕੈਨੇਡਾ ਆਉਣ ਦਾ ਪੰਜਾਬ ਨੂੰ ਛੱਡ ਕੇ? ਇਹਦੇ ਬਾਰੇ ਕਿਵੇਂ ਸੋਚਿਆ ਤੁਸੀਂ ਕੈਨੇਡਾ ਆਉਣ ਬਾਰੇ? ਓਕੇ ਮੈਂ ਉਦੋਂ 2016 'ਚ ਮੇਰੀ ਸਟੱਡੀ ਡਨ ਹੋਈ ਸੀ ਇੰਡੀਆ। ਔਰ ਮੇਰੇ ਕੋਈ ਪਲਾਨਸ ਨਹੀਂ ਸੀ ਕੈਨੇਡਾ ਦੇ ਉਦੋਂ। ਬਟ ਮੇਰਾ ਬ੍ਰਦਰ ਇੱਥੇ ਆ ਕੈਨੇਡਾ। ਸੋ ਓਕੇ ਦੈਟ ਇਜ਼ ਵਾਈ ਮੈਨੂੰ ਸੀਗਾ, ਮੰਮਾ ਨੂੰ ਸੀਗਾ ਵੀ ਮਤਲਬ ਸਾਰੇ ਇਕੱਠੇ ਰਹਿਣ, ਰਾਈਟ। ਸੋ ਦੈਟ ਇਜ਼ ਵਾਈ ਮੈਂ ਇੱਥੇ ਆਈ ਸੀ। ਅਦਰਵਾਈਜ਼ ਮੇਰਾ ਕੋਈ ਲਾਈਕ ਪ੍ਰੀ ਪਲੈਨਿੰਗ ਨਹੀਂ ਸੀਗੀ ਵੀ ਹਾਂ ਮੈਂ ਆਪਣੀ ਹਾਇਰ ਐਜੂਕੇਸ਼ਨ ਕੈਨੇਡਾ ਤੋਂ ਕਰਨੀ ਆ। ਜੀ,
ਹਾਂਜੀ। ਕੈਨੇਡਾ ਮਿਸ ਪੰਜਾਬੀ ਦੀ ਗੱਲ ਕਰੀਏ ਤਾਂ ਤੁਸੀਂ ਇਹ ਜਿਹੜਾ ਖਿਤਾਬ ਹਾਸਿਲ ਕੀਤਾ ਤਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਪੰਜਾਬ ਤੋਂ ਦੂਸਰੀ ਕੰਟਰੀ 'ਚ ਆ ਕੇ? ਅਹ ਬਹੁਤ ਵਧੀਆ ਸੀਗਾ, ਮੈਨੂੰ ਬਹੁਤ ਵਧੀਆ ਲੱਗਾ ਬਿਕੋਜ਼ ਆਬਵੀਅਸਲੀ ਵਧੀਆ ਲੱਗਾ ਬਿਕੋਜ਼ ਮੈਂ ਉਦੋਂ ਹਲੇ ਜਸਟ ਆਈ ਸੀਗੀ, ਮੈਨੂੰ ਆਈ ਨੂੰ ਜਸਟ 6 ਮਹੀਨੇ ਹੋਏ ਸੀ ਹਨਾ। ਔਰ ਮੈਂ ਉਦੋਂ ਸਟੂਡੈਂਟ ਸੀਗੀ ਇੱਥੇ। ਸਟੂਡੈਂਟ ਲਾਈਫ 'ਚ ਤੁਹਾਨੂੰ ਵੈਸੇ ਵੀ ਪਤਾ ਵੀ ਫੋਰਨ ਕੰਟਰੀਜ਼ 'ਚ ਤੁਹਾਨੂੰ ਸਟਰਗਲ ਹੁੰਦੀ ਆ, ਜੀ ਸਟੱਡੀ ਦੇ ਨਾਲ ਨਾਲ ਤੁਸੀਂ ਕੰਮ ਕਰਦੇ ਆ ਰਾਈਟ। ਐਂਡ ਉਦੋਂ ਮੈਨੂੰ ਕੋਈ ਪਤਾ ਨਹੀਂ ਸੀਗਾ ਇਸ ਓਪਰਚੁਨਿਟੀ ਬਾਰੇ। ਐਂਡ ਸਾਡੇ ਸੀਨੀਅਰ ਸੀਗੇ ਉੱਥੇ GNDU ਤੋਂ, ਰਾਜਨ ਔਜਲਾ, ਤੁਹਾਨੂੰ ਪਤਾ ਜੀ ਹੋਊਗਾ, ਹੀ ਇਜ਼ ਰੀਅਲੀ ਫੇਮਸ ਇਨ ਭੰਗੜਾ। ਉਹਨਾਂ ਨੇ ਮੈਨੂੰ ਗਾਈਡ ਕੀਤਾ, ਹੀ ਜਸਟ ਟੋਲਡ ਮੀ ਕਿ ਏਦਾਂ ਕਰਕੇ ਕੰਪੀਟੀਸ਼ਨ ਹੋ ਰਿਹਾ ਆ ਐਂਡ ਯੂ ਸ਼ੁਡ ਪਾਰਟਿਸਿਪੇਟ। ਮੈਂ ਮੈਨੂੰ ਉਦੋਂ ਇੰਨਾ ਸੀਗਾ ਨਹੀਂ ਬਿਕੋਜ਼ ਮੈਂ ਪਹਿਲਾਂ ਕਦੀ ਐਵੇਂ ਦੇ ਕਿਸੇ ਕੰਟੈਸਟ, ਮੈਂ ਆਲਦੋ ਮੈਂ ਕਲਚਰਲ ਫੈਸਟ ਕੀਤੇ ਆ, ਮੈਂ ਯੂਥ ਫੈਸਟੀਵਲਸ ਕਰਦੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਬਟ I've never done any kind of beauty contest before and ਮੇਰੇ ਮਾਈਂਡ 'ਚ ਉਹੀ ਜੀ ਇੱਕ ਕਨਸੈਪਟ ਬਣਿਆ ਹੋਇਆ ਸੀਗਾ ਕਿ ਓਕੇ ਇਟਸ ਗੋਨਾ ਬੀ ਅ ਬਿਊਟੀ ਕੰਟੈਸਟ, ਉਸ 'ਚ ਮਾਡਲਿੰਗ ਹੋਊਗੀ, ਕੱਪੜੇ ਕੱਪੜੇ ਉੱਦਾਂ ਦੇ ਪਾਏ ਹੁੰਦੇ ਆ, ਇਟਸ ਜੀ ਜਸਟ ਲਾਈਕ ਅ ਸ਼ੋ ਆਫ ਕਾਈਂਡ ਆਫ ਸ਼ੋਜ਼ ਜਿੱਦਾਂ ਕਿ ਬਿਕੋਜ਼ ਸੌਰੀ ਟੂ ਸੇ ਮੇਰੇ ਮਾਈਂਡ 'ਚ ਆਹੀ ਪਰਸੈਪਸ਼ਨ ਹੈ ਸ਼ੁਰੂ ਤੋਂ ਬਿਊਟੀ ਸ਼ੋਜ਼ ਦੀ ਕਿ ਮਤਲਬ ਜਿਹੜੀਆਂ ਕੁੜੀਆਂ ਉੱਥੇ ਆਉਂਦੀਆਂ ਨੇ ਉਹਨਾਂ ਜੀ ਨੂੰ knowledge ਘੱਟ ਹੁੰਦੀ ਆ ਕਲਚਰ ਦੀ ਬਟ ਦੇ ਜਸਟ pretend to be cultural and for the time being ਉੱਥੇ ਸਟੇਜ ਤੇ ਆਪਾਂ ਕਹਿੰਦੇ ਆ ਵੀ ਓਕੇ ਮੈਂ ਪੰਜਾਬਣ ਆ ਹਨਾ, ਬਟ later on ਕੀ ਹੁੰਦਾ ਆ ਵੀ ਉਹ ਜਸਟੀਫਾਈ ਨਹੀਂ ਕਰਦੀ ਹੁੰਦੀ ਪਰਸਨੈਲਿਟੀ ਉਸ ਟਾਈਟਲ ਨੂੰ ਰਾਈਟ। ਸੋ ਜੀ ਮੈਂ ਕਦੀ ਇੰਟਰਸਟ ਨਹੀਂ ਲਿਆ ਸੀਗਾ ਇਹਨਾਂ ਚੀਜ਼ਾਂ 'ਚ ਬਟ ਯਾ ਹੀ ਰੀਅਲੀ ਮੋਟੀਵੇਟਡ ਮੀ ਐਂਡ ਮੈਨੂੰ ਫਿਰ ਮੈਂ ਫਾਰਮ ਫਿਲ ਕਰਤਾ ਐਂਡ at that till that time ਵੀ ਮੈਨੂੰ ਕੋਈ confidence ਨਹੀਂ ਸੀਗਾ ਬਟ ਯਾ ਜਦੋਂ ਪਾਰਟਿਸਿਪੇਟ ਕੀਤਾ ਐਂਡ ਦੈਨ ਸਾਰਿਆਂ ਨੇ cause ਮੈਂ ਐਡਮਿੰਟਨ ਤੋਂ ਆ ਇੱਥੇ ਕੈਨੇਡਾ ਜੀ ਐਂਡ ਕੰਪੀਟੀਸ਼ਨ ਕੈਲਗਰੀ ਹੋਇਆ ਸੀਗਾ ਐਂਡ ਉੱਥੇ ਹੀ ਆਏ ਸੀ ਓਕੇ ਡਿਫਰੈਂਟ ਸਿਟੀਜ਼ ਤੋਂ ਪਾਰਟਿਸਿਪੈਂਟਸ ਐਂਡ ਉਹਨਾਂ ਨੇ ਕੈਲਗਰੀ ਨੇ ਵੀ ਇੱਕ ਸਾਰੇ ਉੱਥੇ ਦੀ ਜਿਹੜੀ ਆਡੀਅנס ਸੀਗੀ cause ਮੇਰੇ ਨਾਲ ਇੱਥੋਂ ਕੋਈ ਗਿਆ ਨਹੀਂ ਸੀ ਐਂਡ ਸੋ ਉਹਨਾਂ ਨੇ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਸੀਗਾ, they were like ਉੱਥੇ ਹੂਟਿੰਗ ਹੋ ਰਹੀ ਸੀ, they were applauding ਤੇ ਉਹ ਇੱਕ ਨੈਕਸਟ ਲੈਵਲ ਵੱਖਰਾ ਫੀਲਿੰਗ ਸੀਗੀ ਯਾ। ਜੀ। ਸੋ ਬਹੁਤ ਸਾਰੇ ਕਮੈਂਟਸ ਆ ਰਹੇ ਨੇ, ਤੁਹਾਨੂੰ ਕੰਪਲੀਮੈਂਟਸ ਦੇ ਰਹੇ ਨੇ, ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ, ਤੁਹਾਡੀ ਆਵਾਜ਼ ਬਹੁਤ ਸਵੀਟ ਹੈ ਐਂਡ ਬਿਊਟੀਫੁਲ। ਤੇ ਤੁਸੀਂ ਜੇ ਮੈਂ ਕਹਿੰਦਾ ਥੋੜਾ ਕੈਮਰਾ ਸੈੱਟ ਕਰ ਲਓ ਤਾਂ ਹੋਰ ਵੀ ਬਿਊਟੀਫੁਲ ਲੱਗੋਗੇ। ਤੁਹਾਡਾ ਫੇਸ ਥੋੜਾ ਜਿਹਾ ਘੱਟ ਹੋਇਆ ਸੀਗਾ। ਜੀ ਓਕੇ ਐਕਚੁਅਲੀ ਮੈਂ ਇਟਸ अर्ਲੀ ਮਾਰਨਿੰਗ 8 ਵਜੇ 8:30 ਹੋਏ ਆ ਐਂਡ ਮੇਰਾ ਆਈ ਡੋਂਟ ਵਾਂਟ ਵੇਕ ਮਾਈ ਬ੍ਰਦਰ ਉਹ ਸੁੱਤੇ ਹੋਏ ਆ ਐਂਡ ਅੱਜ ਛੁੱਟੀ ਹੈ ਰਾਈਟ ਇਟਸ ਸੰਡੇ ਹੀਅਰ ਤੇ ਜੀ। that is why ਮੈਂ ਸੋ ਇੱਥੇ ਸੀਗੀ। No worries. ਸੌਰੀ ਮੈਂ ਤੁਹਾਨੂੰ ਸਵੇਰੇ ਸਵੇਰੇ ਡਿਸਟਰਬ ਕਰਤਾ। ਸਾਡੇ ਲਈ ਤਾਂ ਉੱਠਣਾ ਸਵੇਰੇ ਬਹੁਤ ਹੀ ਮੁਸ਼ਕਿਲ ਹੈ, ਪਤਾ ਨਹੀਂ ਕਿਵੇਂ ਤੁਸੀਂ ਸਵੇਰੇ ਸਵੇਰੇ अर्ਲੀ ਮਾਰਨਿੰਗ ਸਾਡੇ ਨਾਲ ਲਾਈਵ ਜੁੜ ਚੁੱਕੇ ਹੋ। ਸੋ ਬਹੁਤ ਹੀ ਥੈਂਕਸ ਪਹਿਲਾਂ ਤਾਂ ਜੀ। ਮੈਂ ਹੁਣ ਤੱਕ ਪਹਿਲਾਂ ਵੀ ਜਿੱਦਾਂ ਲਾਈਵ ਸੈਸ਼ਨਸ ਕੀਤੇ ਆ ਜੀ ਜੀ ਤੇ ਪਤਾ ਲਾਈਵ ਨਹੀਂ ਸੈਸ਼ਨਸ ਕਿਸਮਤ ਕਹਿ ਲਓ ਪੋਸਟ ਜਾਂ ਕੁਝ ਵੀ ਆ I've always done it। ਮੇਰੇ ਇੱਥੇ ਕਦੀ 6:30 ਹੁੰਦੇ ਆ, ਕਦੀ 7 ਵਜੇ ਹੁੰਦੇ ਆ ਐਂਡ ਬਿਕੋਜ਼ ਓਬਵੀਅਸਲੀ ਟਾਈਮ ਡਿਫਰੈਂਸ ਆ ਹਨਾ ਤੇ ਮੈਨੂੰ ਚਲੋ ਮੈਨੂੰ ਕੱਲੀ ਨੂੰ ਐਡਜਸਟ ਕਰਨਾ ਪੈਂਦਾ ਪਰ ਇਟਸ ਬੇਸਿਕਲੀ ਫॉर ਪੰਜਾਬ ਦੇ ਜਿਹੜੇ ਆਪਣੇ ਉੱਥੇ ਜੀ ਵਿਊਅਰਸ ਜੀ ਆ ਰਾਈਟ ਤੇ ਉਹ ਫਿਰ ਉਹਨਾਂ ਸਾਰਿਆਂ ਨੂੰ ਤੰਗ ਕਰਨ ਤੋਂ ਚੰਗਾ ਇੱਕ ਬੰਦਾ ਤੰਗ ਹੋਵੇ ਦੈਟਸ ਓਕੇ। ਜੀ। ਮੈਨੂੰ ਅੱਜ ਲੱਗਿਆ ਸੀ ਅੱਜ ਦਾ ਲਾਈਵ ਸੈਸ਼ਨ ਸ਼ਾਇਦ ਰਹਿ ਜਾਏਗਾ, ਤਾਂ ਮੈਂ ਸੋਚਿਆ ਸੀ ਚਲੋ 9:15 9:30 ਤੱਕ ਅਸੀਂ ਵੇਟ ਕਰਾਂਗੇ ਤਾਂ ਕੰਟੀਨਿਊ ਕਰ ਲਾਂਗੇ। ਸੋ ਮੈਂ ਜਦੋਂ ਥੈਂਕਸ। when you called me right ਮੈਂ ਜਸਟ ਪਾਰਕ ਕੀਤੀ ਸੀ ਥੱਲੇ ਐਂਡ ਜਿਹੜੇ ਹਿਸਾਬ ਨਾਲ ਮੈਂ ਭੱਜ ਕੇ ਆ ਰਹੀ ਸੀਗਾ ਨਾ ਵੀ ਕ੍ਰਾਸ ਕਰ ਰਹੀ ਸੀ ਉਹ ਨੀਚੇ ਬਲੈਕ ਆਈਸ ਬਣੀ ਹੁੰਦੀ ਆ ਤੇ ਉਹ I was about to fell ਐਡੀ ਬੁਰੀ ਸੱਟ ਵੱਜਣੀ ਸੀ ਫਿਰ ਤਾਂ ਪੱਕਾ ਹੀ ਕੈਂਸਲ ਸੀ। ਨਹੀਂ ਨਹੀਂ ਇੰਨਾ ਕੰਪਲਸਰੀ ਵੀ ਨਹੀਂ ਸੀਗਾ, ਅਸੀਂ ਕੱਲ ਵੀ ਰੱਖ ਸਕਦੇ ਸੀ, ਪਰਸੋਂ ਵੀ ਰੱਖ ਸਕਦੇ ਸੀ। ਯਾ cause ਮੈਨੂੰ ਫੀਲ ਹੋਇਆ ਨਾ ਗਿਲਟੀ ਕਿ ਨਹੀਂ 8 ਵਜੇ ਦਾ ਟਾਈਮ ਸੀਗਾ ਐਂਡ I was already late right। ਜੀ
ਆਲਰੇਡੀ ਮੇਰਾ 7 ਵਜੇ ਤੋਂ 8 ਵਜੇ ਤੱਕ ਸੈਸ਼ਨ ਚੱਲ ਰਿਹਾ ਸੀਗਾ, ਉਹ ਵੀ ਥੋੜਾ 10 ਮਿੰਟ ਉੱਪਰ ਹੀ ਚਲਾ ਗਿਆ ਸੀ ਸੈਸ਼ਨ। ਬਹੁਤ ਵਧੀਆ ਸੈਸ਼ਨ ਰਿਹਾ। ਸੋ ਜੀ, ਅੱਗੇ ਗੱਲ ਕਰਦੇ ਹਾਂ। ਕੈਨੇਡਾ 'ਚ ਹੁਣ ਤੁਸੀਂ ਰਹਿ ਰਹੇ ਹੋ ਤੇ ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ ਜਿਹੜੀ ਵੀ ਐਕਟੀਵਿਟੀਜ਼ ਨੇ, ਜਾਂ ਪ੍ਰਮੋਟ ਕਿਵੇਂ ਕਰ ਰਹੇ ਹੋ ਤੁਸੀਂ ਆਪਣੇ ਵਿਰਸੇ ਨੂੰ? ਅਮ ਵੈਸੇ ਤਾਂ ਇੱਥੇ ਆਲਰੇਡੀ ਜਦੋਂ ਮੈਂ ਐਡਮਿੰਟਨ 'ਚ ਹੈ ਰਾਈਟ, ਸੋ ਇੱਥੇ ਜੀ ਆਲਰੇਡੀ ਸਾਡੇ ਅਕੈਡਮੀਜ਼ ਓਪਨ ਹੋਈਆਂ ਵੀਆਂ ਨੇ ਐਂਡ ਟਾਈਮ ਟੂ ਟਾਈਮ ਹੁੰਦੇ ਰਹਿੰਦੇ ਆ ਕੰਪੀਟੀਸ਼ਨਸ ਕਹਿ ਲਓ ਜਾਂ ਕੰਟੈਸਟ। ਐਂਡ ਇੱਥੇ ਜਿਵੇਂ ਉਹਨੇ ਤਾਂ ਆਪਣੇ ਪੰਜਾਬ 'ਚ ਨਹੀਂ, ਟੂ ਬੀ ਓਨੈਸਟ ਮੈਂ ਦੇਖੇ ਸੀਗੇ ਵੀ ਜਿਵੇਂ ਤੀਆਂ ਲੱਗਦੀਆਂ ਨੇ ਜਾਂ ਜਦੋਂ ਕੋਈ ਫੈਸਟੀਵਲ ਹੁੰਦਾ ਆ ਸਾਰੀ ਕਮਿਊਨਿਟੀ ਫੈਸਟੀਵਲ। ਇਕੱਠੀ ਆਉਂਦੀ ਆ ਰਾਈਟ, ਉਹ ਸੈਲੀਬ੍ਰੇਟ ਕਰਦੇ ਆ। ਜੀ ਬਟ ਇੱਥੇ ਔਨ ਮਾਈ ਪਰਸਨਲ ਬੇਸਿਸ ਮੈਂ ਜਦੋਂ ਸਟਾਰਟਿੰਗ ਐਜ਼ ਅ ਸਟੂਡੈਂਟ ਮੈਂ ਕੁਝ ਬਹੁਤਾ ਕੰਟਰੀਬਿਊਟ ਕਰ ਨਹੀਂ ਪਾਈ ਸੀ। ਜਸਟ ਕੰਪੀਟੀਸ਼ਨ ਸੀਗਾ ਜਦੋਂ ਮੈਂ ਪਾਰਟਿਸਿਪੇਟ ਕੀਤਾ, ਸੋ few people came to know about me ਬਿਕਾਜ਼ ਉਹ ਕੰਪੀਟੀਸ਼ਨ ਨੂੰ ਇੰਨੀ ਪੀਆਰ ਨਹੀਂ ਸੀਗੀ ਮਿਲੀ ਰਾਈਟ। ਸੋ ਉਸ ਤੋਂ ਬਾਅਦ ਚੋਂ ਫਿਰ ਮੈਂ ਇੱਥੇ ਜਿਵੇਂ ਅਕੈਡਮੀ ਹੈਗੀ ਆ ਆਪਣੇ PFTA ਪੰਜਾਬ ਫੋਕ ਡਾਂਸ ਅਕੈਡਮੀ, ਗੁਰਸੇਵਕ ਸਰ ਉਹਨੂੰ ਰਨ ਕਰਦੇ ਆ, ਗੁਰਸੇਵਕ ਸਿੱਧੂ। ਐਂਡ ਉਹਨਾਂ ਨੇ ਕੰਪੀਟੀਸ਼ਨ ਕਰਵਾਇਆ ਸੀ ਇੱਥੇ ਇੱਕ, ਮਤਲਬ ਉਹਨਾਂ ਦਾ ਐਨੂਅਲ ਹੁੰਦਾ, ਉਹ ਐਵਰੀ ਈਅਰ ਕਰਾਉਂਦੇ ਆ। ਜੀ ਸੋ ਉੱਥੇ ਮੈਨੂੰ ਫਿਰ ਪਤਾ ਲੱਗਾ ਸੀ ਕਿ ਆਪਣੀ ਕਮਿਊਨਿਟੀ ਦੇ ਲਾਈਕ ਦੇयर ਆਰ ਲੋਟ ਆਫ ਪੀਪਲ ਜਿਹੜੇ ਇੰਟਰਸਟ ਲੈਂਦੇ ਨੇ ਇਹਨਾਂ ਚੀਜ਼ਾਂ 'ਚ। ਪਹਿਲਾਂ ਮੇਰਾ ਕੰਟੈਕਟਸ ਨਹੀਂ ਸੀਗੇ ਇੰਨੇ ਹੈ ਨਾ, ਸੋ ਮੈਨੂੰ ਇੱਕ ਸੋਰਸ ਦੀ ਕਮੀ ਕਹਿ ਲਓ ਜਾਂ ਕੁਛ ਵੀ ਫੀਲ ਹੁੰਦੀ ਸੀ ਕਿ ਆਈ ਨੀਡ ਸਮ ਸੋਰਸ। ਫਿਰ ਉੱਥੇ ਮੈਂ ਉਹਨਾਂ ਦੀ ਅਕੈਡਮੀ 'ਚ ਜਾ ਕੇ ਦੇਖਿਆ ਜਦੋਂ ਬੱਚਿਆਂ 'ਚ ਇੱਕ ਸੀਗਾ ਵੀ ਸਿੱਖਣਾ ਆ ਹੈ ਨਾ, ਉਹ ਇੱਕ ਸਪਿਰਿਟ ਸੀਗੀ। ਇੰਟਰਸਟ ਸੋ ਜੀ। ਸੋ ਮੈਂ ਬਾਅਦ 'ਚ ਹੌਲੀ ਹੌਲੀ ਜਦੋਂ ਆਪਣੀ ਜਿੰਨੀ ਕੁ ਨੌਲੇਜ ਸੀਗੀ ਹੈ ਨਾ ਮੈਂ ਸ਼ੇਅਰ ਕਰਨੀ ਸ਼ੁਰੂ ਕੀਤੀ। ਐਂਡ ਹੌਲੀ ਹੌਲੀ ਸਾਰੇ ਜੁੜੀ ਜਾਂਦੇ ਆ ਤੁਹਾਡੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਤੁਹਾਡੇ ਬਾਰੇ। ਇਨੀਸ਼ੀਅਲੀ ਜੀ ਔਖਾ ਹੋਇਆ ਸੀਗਾ ਬਟ ਬਾਅਦ 'ਚ ਲੇਟਰ ਔਨ ਆਪਣੇ ਆਪ ਲੋਕ ਜੁੜੀ ਜਾਂਦੇ ਆ ਜਿਹੜੇ ਇਸ ਫੀਲਡ ਨਾਲ ਰਿਲੇਟਡ ਹੁੰਦੇ ਆ ਰਾਈਟ। ਜੀ ਉਸ ਤੋਂ ਬਾਅਦ ਸੋ PFTA ਐਂਡ ਦੈਨ ਮੈਂ ਆਪਣੀਆਂ ਲਾਈਵ ਕਲਾਸਿਸ ਸ਼ੁਰੂ ਕੀਤੀਆਂ ਸੀਗੀਆਂ ਜਦੋਂ ਕੋਵਿਡ ਸ਼ੁਰੂ ਹੋ ਗਿਆ, ਸੋ ਅਕੈਡਮੀਜ਼ ਬੰਦ ਹੋ ਗਈਆਂ ਸੀ ਰਾਈਟ। ਸੋ ਮੈਂ ਜਿਹੜੇ ਮੈਨੂੰ ਮਤਲਬ ਮੈਂ ਘਰੇ ਸੀਗੀ ਫॉर ਲਾਈਕ 6 to 7 months, ਕਾਫੀ ਟਾਈਮ ਓਕੇ। ਹੁੰਦਾ ਆ। ਤੋ ਮੈਂ ਆਪਣਾ ਜਸਟ ਕਹਿ ਲਓ ਵੀ ਦਿਲ ਲਾਉਣਾ ਸੀ ਜਾਂ ਕੁਛ ਵੀ। ਔਰ ਫਿਰ ਉਦੋਂ ਮੈਂ ਜ਼ੂਮ ਤੇ ਕਲਾਸਿਸ ਦੇਣੀਆਂ ਸ਼ੁਰੂ ਕਰਤੀਆਂ ਐਂਡ ਬਹੁਤ ਓਕੇ ਅੱਛਾ ਰਿਸਪੌਂਸ ਮਿਲਿਆ ਸੀਗਾ। ਸੋ ਬਸ ਏਦਾਂ ਹੀ ਹੁਣ ਵੀ ਜਿਹੜੇ ਉਦੋਂ ਦੇ ਜੁੜੇ ਹੋਏ ਆ ਉਹ ਸਟਿਲ ਜੁੜੇ ਹੋਏ ਆ ਹੈ ਨਾ। ਐਂਡ ਜੀ ਦੇ ਕੀਪ ਔਨ ਲਰਨਿੰਗ ਔਰ ਉਹਨਾਂ ਦੇ ਥਰੂ ਮੈਂ ਵੀ ਬਹੁਤ ਕੁਝ ਸਿੱਖਦੀ ਹਾਂ। ਸੋ ਏਦਾਂ ਅਸੀਂ ਬਿਕਾਜ਼ ਆਪਣਾ ਕਲਚਰ ਬਹੁਤ ਅਮੀਰ ਹੈ ਨਾ, ਵੀ ਆਪਾਂ ਇਹ ਨਹੀਂ ਕਹਿੰਦੇ ਵੀ ਇੰਨਾ ਕੁ ਹੀ ਆ ਤੇ ਅਸੀਂ ਇੰਨਾ ਕੁ ਸਿੱਖ ਲਿਆ ਵੀ ਆਰ ਡਨ। ਜੀ, ਸੋ ਜਿੰਨਾ ਸਿੱਖ ਲਓ ਉਨਾ ਘੱਟ। ਐਵਰੀ ਡੇ ਐਕਸਪਲੋਰ ਕਰਦੇ ਰਹੀਦਾ। ਆਲਦੋ ਚਲੋ ਆਪਾਂ ਮੈਂ ਹੁਣ ਕੈਨੇਡਾ ਆ ਪਰ ਸਟਿਲ ਮੇਰਾ ਮੈਂ ਮੇਕ ਸ਼ੋਰ ਕਰਦੀ ਹਾਂ ਵੀ ਇੰਡੀਆ ਜੀ ਮਤਲਬ ਕਦੀ ਏਦਾਂ ਨਹੀਂ ਹੁੰਦਾ ਵੀ ਮੈਂ ਆਈ ਡੋਂਟ ਟਾਕ ਟੂ ਦੈਮ ਕਿ ਮੈਂ ਮੇਰੇ ਉੱਥੇ ਫਰੈਂਡਸ ਹੈਗੇ ਆ ਨਾ, ਉਹਨਾਂ ਦੇ ਪੇਰੈਂਟਸ ਨਾਲ ਮੇਰੀ ਵਧੀਆ ਬੌਂਡਿੰਗ ਆ। ਸੋ ਉਹਨਾਂ ਦੀ ਫੈਮਿਲੀਜ਼ ਕਹਿ ਲਓ, ਉਹਨਾਂ ਦੇ ਗ੍ਰੈਂਡ ਮॉम्स ਆਪਣੇ ਮੇਰੇ ਜਿਹੜੇ ਸਾਡੇ ਬਜ਼ੁਰਗ ਹੈ ਰਾਈਟ। ਸੋ ਆਈ ਮੇਕ ਸ਼ੋਰ ਕਿ ਮੈਂ ਉਹਨਾਂ ਨਾਲ ਵੱਧ ਤੋਂ ਵੱਧ ਜਿੰਨੀ ਵੀ ਗੱਲ ਹੁੰਦੀ ਆ ਮੈਂ ਆਈ ਟਰਾਈ ਟੂ ਲਰਨ ਫਰੋਮ ਦੈਮ ਐਂਡ ਉਹ ਚੀਜ਼ ਆਪਾਂ ਨੂੰ ਬਹੁਤ ਹੈਲਪ ਕਰਦੀ ਹੈ ਐਂਡ ਆਈ ਟਰਾਈ ਟੂ ਜੀ ਸ਼ੇਅਰ ਦੈਟ ਫੋਰਵਰਡ। ਜੀ, ਕਹਿ ਲਈਏ ਤਾਂ ਆਪਾਂ ਜਿੰਨਾ ਵੀ ਸਿੱਖ ਲਈਏ ਉਹਨਾਂ ਘੱਟ ਹੈ, ਕਿਉਂਕਿ ਕੋਈ ਨਾ ਕੋਈ ਚੀਜ਼ ਸਾਨੂੰ ਸਿੱਖਣ ਨੂੰ ਮਿਲਦੀ ਹੈ, ਨਵੀਂ ਤੋਂ ਨਵੀਂ ਚੀਜ਼ ਸਾਨੂੰ ਜਿਹੜੀ ਕਲੈਕਟ ਕਰਨ ਨੂੰ ਮਿਲਦੀ ਹੈ ਉਹ ਕਰਨੀ ਚਾਹੀਦੀ ਹੈ। ਸੋ ਜਿੰਨੇ ਵਿਊਵਰਸ ਬਣੇ ਨੇ, ਸੋ ਉਹਨਾਂ ਨੂੰ ਇੱਕ ਰਿਕੁਐਸਟ ਹੈ ਜੀ, ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਜਾਂ ਕੋਈ ਵੀ ਕੁਐਸਚਨ ਹੈ ਤੁਹਾਡੇ ਮਨ 'ਚ, ਤੁਸੀਂ ਸਾਨੂੰ ਕੁਐਸਚਨ ਬਾਕਸ 'ਚ ਸੈਂਡ ਕਰ ਸਕਦੇ ਹੋ, ਅਸੀਂ ਜ਼ਰੂਰ ਉਹਦਾ ਰਿਪਲਾਈ ਕਰਾਂਗੇ। ਸੋ ਜਿੰਨੇ ਵੀ ਕਮੈਂਟ ਕਰ ਰਹੇ ਨੇ, ਥੈਂਕਸ, ਬਹੁਤ ਬਹੁਤ ਥੈਂਕਸ ਸਾਰਿਆਂ ਦਾ। ਕਿਸਾਨ ਬਾਰੇ ਜੀ ਸਾਰਿਆਂ ਬਾਰੇ ਗੱਲ ਕਰਾਂਗੇ ਅਸੀਂ ਹੌਲੀ ਹੌਲੀ। ਸੋ ਜੀ, ਤੇ ਤੁਸੀਂ ਗੱਲ ਕਰ ਰਹੇ ਸੀ ਟੀਚਿੰਗ ਦੀ, ਤੇ ਮੈਂ ਜਾਣਨਾ ਚਾਹਾਂਗਾ ਜਿਵੇਂ ਉੱਥੇ ਦੇ ਜਿਹੜੇ ਕੈਨੇਡਾ ਦੇ ਰਹਿਣ ਵਾਲੇ ਜਿਹੜੇ ਬੱਚੇ ਨੇ, ਇੱਥੇ ਦੇ ਬੱਚਿਆਂ ਨੂੰ ਤਾਂ ਚਲੋ ਇੰਟਰਸਟ ਹੈ ਹੀ ਹੈ ਪੰਜਾਬੀ ਦਾ, ਉੱਥੇ ਦੇ ਰਹਿਣ ਵਾਲੇ ਬੱਚਿਆਂ ਨੂੰ ਕਿੰਨਾ ਕੁ ਇੰਟਰਸਟ ਹੈ ਜਾਂ ਮਤਲਬ ਐਕਸਾਈਟਮੈਂਟ ਹੁੰਦੀ ਹੈ ਕਿ ਹਾਂ ਮੈਂ ਭੰਗੜਾ ਸਿੱਖਣਾ ਹੈ ਜਾਂ ਕੁਝ? ਭੰਗੜੇ ਦੀ ਤਾਂ people are crazy here, even ਤੁਸੀਂ ਪੰਜਾਬੀਆਂ ਦੀ ਗੱਲ ਛੱਡੋ, ਜਿਹੜੇ ਵਾਈਟਸ ਨੇ ਰਾਈਟ, ਉਹਨਾਂ ਨੂੰ ਵੀ ਇੱਥੋਂ ਦੇ ਜਿਹੜੇ ਕੈਨੇਡੀਅਨ ਆ ਉਹਨਾਂ ਨੂੰ ਵੀ ਭੰਗੜੇ ਦਾ ਬਹੁਤ ਕਰੇਜ਼ ਆ।
ਔਖਾ ਕਿੱਥੇ ਲੱਗਦਾ ਆ ਜਦੋਂ ਅਸੀਂ ਬਾਕੀ ਫੋਕ ਡਾਂਸਿਸ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਜਾਂ ਪ੍ਰਮੋਟ ਕਰਨਾ ਚਾਹੁੰਦੇ ਹਾਂ, ਰਾਈਟ। ਸੋ ਮੈਂ ਭੰਗੜਾ, ਟੂ ਬੀ ਓਨੈਸਟ, ਮੈਂ ਕਦੀ ਯੂਨੀਵਰਸਿਟੀ ਲੈਵਲ ਤੇ ਨਹੀਂ ਪਾਇਆ, ਰਾਈਟ। ਮੈਂ ਸ਼ੁਰੂ ਤੋਂ, ਮੇਰਾ ਮੰਨਣਾ ਆ, ਮੇ ਬੀ ਮੈਂ ਸਟੀਰੀਓਟਾਈਪ ਕਰ ਰਹੀ ਹਾਂ, ਮੈਂ ਗਲਤ ਵੀ ਹੋ ਸਕਦੀ ਹਾਂ, ਬਟ ਭੰਗੜਾ ਮੁੰਡਿਆਂ ਦਾ ਫੋਕ ਡਾਂਸ ਆ ਪੰਜਾਬੀ, ਹੈ ਨਾ। ਸੋ ਜੀ ਹੁਣ ਕੁੜੀਆਂ ਉਹਨੂੰ ਪਾਉਣ ਲੱਗ ਹੁਣ ਤਾਂ ਗਈਆਂ। ਕੁੜੀਆਂ ਵੀ ਜੀ ਫੋਲੋ ਕਰ ਹਾਂਜੀ, ਰਹੀਆਂ। ਕੁੜੀਆਂ ਭੰਗੜਾ ਪਾਉਂਦੀਆਂ ਨੇ, ਬਥੇਰਾ ਪਾਉਂਦੀਆਂ ਨੇ, ਬਟ ਚਲੋ ਉਹਨਾਂ ਨੂੰ ਵਧੀਆ ਲੱਗਦਾ ਆ, ਕੋਈ ਚੱਕਰ ਜੀ ਨਹੀਂ ਆ। ਮੈਂ ਉਸ ਚੀਜ਼ 'ਚ ਮੈਂ ਉਹਨੂੰ ਗਲਤ ਨਹੀਂ ਕਹਿੰਦੀ, ਪਰ ਮੈਂ ਪਰਸਨਲੀ ਆਪਣੇ ਵਿਊਜ਼ ਦੇ ਰਹੀ ਹਾਂ ਕਿ ਮੈਂ ਸ਼ੁਰੂ ਤੋਂ ਗਿੱਧੇ ਵੱਲ ਮੇਰਾ ਜ਼ਿਆਦਾ ਸੀਗਾ। ਗਿੱਧਾ ਹੋ ਗਿਆ ਐਂਡ ਇਸ ਤੋਂ ਇਲਾਵਾ ਲੁੱਡੀ ਆ, ਪਰ ਮੈਂ ਕਦੀ ਭੰਗੜਾ ਯੂਨੀਵਰਸਿਟੀ ਲੈਵਲ ਜਾਂ ਕਾਲਜ ਲੈਵਲ ਤੇ ਪਾਇਆ ਨੀਗਾ। ਤੇ ਇਸ ਕਰਕੇ ਮੈਂ ਜਿਹੜੀ ਚੀਜ਼ ਮੈਂ ਜਿਹਦਾ ਮੁੱਢ ਨਹੀਂ ਮੈਨੂੰ ਪਤਾ, ਹੈ ਨਾ, ਇਹ ਨਹੀਂ ਕਹਿੰਦੀ ਵੀ ਜੀ ਮੈਂ ਜੀ ਯੂਟਿਊਬ ਤੋਂ ਸਿੱਖ ਕੇ ਮੂਹਰੇ ਸਿਖਾਉਣ ਲੱਗ ਜਾ, ਹੈ ਨਾ। ਹਾਂ ਸੋ ਜਿਹਦਾ ਮੈਂ ਖੁਦ ਨਹੀਂ ਸਿੱਖਿਆ, ਉਸਤਾਦਾਂ ਤੋਂ ਆਪਾਂ ਨੂੰ ਬੇਸਿਕਸ ਨਹੀਂ ਕਲੀਅਰ ਹੈਗੇ, ਸੋ ਮੈਂ ਅੱਗੇ ਕਦੀ ਉਹ ਚੀਜ਼ ਦਾ ਗਿਆਨ ਨਹੀਂ ਦੇਣਾ ਸਹੀ ਸਮਝਦੀ। ਜੀ ਸੋ ਜੀ ਮੈਂ ਜੀ ਗਿੱਧਾ ਸਿੱਖਿਆ ਆ, ਸੋ ਗਿੱਧਾ ਖੁਦ ਪਾਇਆ ਆ, ਯੂਨੀਵਰਸਿਟੀ ਲੈਵਲ ਤੇ ਪਾਇਆ ਆ। ਸੋ ਉਹਦਾ ਮੈਨੂੰ ਕੌਨਫੀਡੈਂਸ ਹੈਗਾ ਆ ਵੀ ਮੈਂ ਕਿਸੇ ਨੂੰ ਗਲਤ ਨਹੀਂ ਗਾਈਡ ਕਰੂੰਗੀ, ਰਾਈਟ, ਕਦੀ। ਸੋ ਭੰਗੜੇ ਦਾ ਇੱਦਾਂ ਆ ਵੀ ਇੱਥੇ ਆਲਰੇਡੀ ਅਕੈਡਮੀਜ਼ ਹੈਗੀਆਂ ਨੇ, ਇੱਥੇ ਆਲਰੇਡੀ ਪੀਪਲ ਹੈਗੇ ਨੇ, ਨੌਲੇਜਫੁਲ ਨੇ, ਉਹ ਜਿਨ੍ਹਾਂ ਨੂੰ ਪਤਾ ਆ ਵੀ ਉਹਦੇ ਮੁੱਢ ਕੀ ਆ, ਬੇਸਿਕਸ ਕੀ ਆ, ਤੇ ਉਹ ਅੱਗੇ ਉਹੀ ਸਿਖਾ ਰਹੇ ਨੇ। ਐਂਡ ਬਹੁਤ ਵੱਡੀ ਐਗਜ਼ਾਮਪਲ ਹੈ ਨਾ ਵੀ ਇੱਥੇ PFDA ਆ, ਇੱਕ PHF ਆ, ਅਕੈਡਮੀ ਪੰਜਾਬੀ ਹੈਰੀਟੇਜ ਐਂਡ ਫੋਕ। ਸੋ ਜੀ ਉਹਨਾਂ ਦੇ ਜਿਹੜੇ ਸਟੂਡੈਂਟਸ ਆ, ਉਹਨਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਿੰਨੇ ਉਤਸ਼ਾਹ ਨਾਲ ਪਰਫਾਰਮ ਕਰਦੇ ਆ, ਐਂਡ ਉਹਨਾਂ ਨੂੰ ਸਿਖਾਉਣ ਵਾਲੇ ਵੀ ਉਹਨਾਂ ਨੂੰ ਪੂਰੀ ਜਾਨ ਪਾ ਕੇ ਸਿਖਾਉਂਦੇ। ਲਿਟਰਲੀ ਮੈਂ ਇੰਡੀਆ ਇੰਨੀ, ਬਿਕੋਜ਼ ਇੱਥੇ ਮਿਹਨਤ ਹੋਰ ਲੈਵਲ ਦੀ, ਮੈਂ ਨਹੀਂ ਕਹਿੰਦੀ ਇੰਡੀਆ ਮਿਹਨਤ ਨਹੀਂ ਲੱਗਦੀ, ਇੱਥੇ ਆਪਾਂ ਨੂੰ ਐਕਸਟਰਾ ਕਰਿਕੂਲਰਸ ਲਈ ਬਹੁਤ ਔਖਾ ਟਾਈਮ ਮਿਲਦਾ ਆ, ਹੈ ਨਾ। ਸੋ ਸਟਿਲ ਉਹ ਟਾਈਮ ਕੱਢ ਰਹੇ ਆ, ਉਹ ਅੱਗੇ ਆ ਰਹੇ ਆ। ਸੋ ਦੈਟ ਮੀਨਸ ਕਿ ਉਹ ਪਿਆਰ ਕਰਦੇ ਆ, ਉਹਨਾਂ ਨੂੰ ਪਿਆਰ ਹੈਗਾ ਆ ਫੋਕ ਡਾਂਸਿਸ ਨਾਲ, ਇਸ ਕਰਕੇ ਉਹ ਟਾਈਮ ਦੇ ਰਹੇ, ਰਾਈਟ। ਅਟੈਚਮੈਂਟ ਪੇਰੈਂਟਸ ਹੈ ਦੀ ਵੀ ਜੀ। ਬਹੁਤ ਡਿਵੋਸ਼ਨ ਆ ਇੱਥੇ, ਬਿਕੋਜ਼ ਉਹ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਆਉਂਦੇ ਆ, ਛੱਡ ਕੇ ਆਉਂਦੇ ਆ, ਉਹਨਾਂ ਨੂੰ ਆਪਣੇ ਉੱਥੇ ਤਾਂ ਪੇਰੈਂਟਸ ਰੋਕਦੇ ਸੀਗੇ ਵੀ ਉਹ ਤੁਸੀਂ ਪੜ੍ਹ ਲਓ ਯਾਰ, ਜੀ ਤੁਸੀਂ ਕੀ ਗਿੱਧਾ ਕੀ ਭੰਗੜੇ ਆ, ਕੰਮਾਂ 'ਚ ਪਏ ਹੋ। ਕਿਹੜੇ ਚੱਕਰਾਂ 'ਚ ਪਏ ਹੋ। ਬਟ ਇੱਥੇ ਏਦਾਂ ਨਹੀਂ ਹੈਗਾ। ਇੱਥੇ ਪੇਰੈਂਟਸ ਖੁਦ ਚਾਹੁੰਦੇ ਆ ਵੀ ਬੱਚੇ ਉਹਨਾਂ ਦੇ ਕਲਚਰ ਰੂਟਸ ਨਾਲ ਜੁੜਨ, ਰਾਈਟ। ਸੋ ਉਹ ਉਹਨਾਂ ਨੂੰ ਆਪ ਇਨਕਰੇਜ ਕਰਦੇ ਆ। ਜੀ ਕਹਿ ਲਈਏ ਤਾਂ ਮਤਲਬ ਜਿਨ੍ਹਾਂ ਦਾ ਆਪਣਾ ਵਿਰਸਾ ਹੈ ਉਹਨਾਂ ਨੂੰ ਤਾਂ ਉਹਦੀ ਵੈਲਿਊ ਇੰਨੀ ਨਹੀਂ ਹੈਗੀ ਜਿੰਨੀ ਦੂਸਰਿਆਂ ਨੂੰ ਹੈ। ਬਾਹਰ ਆ, ਜੀ ਨਹੀਂ ਐ ਨਹੀਂ ਕਵਾਂਗੇ, ਹੁਣ ਮੈਂ ਉੱਥੋਂ ਹੀ ਆਈ ਹਾਂ, ਰਾਈਟ। ਮੈਂ ਇੰਡੀਅਨ ਆ, ਮੈਂ ਉੱਥੇ ਹੀ ਸਾਰਾ ਕੁਛ ਰਹਿ ਕੇ ਸਿੱਖਿਆ ਆ, ਐਂਡ ਮੇਰੇ ਸਰਕਲ 'ਚ ਮੈਨੂੰ ਮਤਲਬ ਵੈਸੇ ਕਲੋਜ਼ ਤਾਂ ਬੰਦੇ ਦੇ ਇੱਕ ਦੋ ਹੀ ਫਰੈਂਡਸ ਹੁੰਦੇ ਆ, ਪਰ ਚਲੋ ਜਿਨ੍ਹਾਂ ਨੂੰ ਅਸੀਂ ਮੈਂ ਜਿਨ੍ਹਾਂ ਨੂੰ ਗਿੱਧੇ ਕਰਕੇ ਜਾਣਦੀ ਹਾਂ, ਜਾਂ ਮੈਂ ਜਿਨ੍ਹਾਂ ਨੂੰ ਯੂਥ ਫੈਸਟੀਵਲ ਦੇ ਥਰੂ ਮਿਲੀ ਆ, ਨਾਟ ਓਨਲੀ ਮੇਰੇ ਕਾਲਜ ਦੇ ਬੱਚੇ ਜਿਹੜੇ ਡਿਫਰੈਂਟ ਕਾਲਜਿਸ ਪਾਰਟੀਸਿਪੇਟ ਕਰਦੇ ਸੀਗੇ, ਉਹ ਸਾਰਿਆਂ 'ਚ ਆਪਣੇ ਫਰੈਂਡਸ ਹੁੰਦੇ ਆ, ਰਾਈਟ। ਸੋ ਮੈਂ ਬਹੁਤ ਜਾਣਿਆਂ ਨੂੰ ਜਾਣਦੀ ਹਾਂ ਜਿਹੜੇ ਦੇ ਆਰ ਕ੍ਰੇਜ਼ੀ ਫॉर ਇਟ। ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਹੈ ਇਸ ਫੀਲਡ ਦੇ ਵਿੱਚ, ਐਂਡ ਉਹਨਾਂ ਨੇ ਪ੍ਰਮੋਟ ਨਾਟ ਓਨਲੀ ਕਿ ਖੁਦ ਪਾਇਆ ਆ, ਪ੍ਰਾਈਜ਼ਸ ਲੈ ਕੇ ਰੱਖੇ, ਨਹੀਂ, ਉਹਨਾਂ ਨੇ ਅੱਗੋਂ ਕੰਟਰੀਬਿਊਟ ਵੀ ਬਹੁਤ ਕੀਤਾ ਹੈ, ਰਾਈਟ। ਉਹ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਆ ਉਹ ਸ਼ੇਅਰ ਜੀ ਕਰਦੇ ਆ ਨੌਲੇਜ। ਸੋ ਉੱਥੇ ਵੀ ਹੈਗਾ ਆ, ਇਟਸ ਜਸਟ ਕਿ ਜਦੋਂ ਆਪਾਂ ਉਸ ਚੀਜ਼ 'ਚ ਪੈਂਦੇ ਆ, ਫਿਰ ਆਪਾਂ ਉਹਨਾਂ ਲੋਕਾਂ ਨੂੰ ਮਿਲਦੇ ਆ, ਰਾਈਟ। ਜਦੋਂ ਆਪਾਂ ਵੈਨ ਵੀ ਜਸਟ ਲੁੱਕ ਆਊਟ ਆਫ ਦ ਬਾਕਸ, ਫਿਰ ਆਪਾਂ ਨੂੰ ਥੋੜਾ ਏਦਾਂ ਲੱਗਦਾ ਕਿ ਯਾਰ ਇਹਨਾਂ ਆਪਣੇ ਇੱਥੇ ਲੋਕੀ ਇੰਟਰਸਟ ਨਹੀਂ ਲੈਂਦੇ, ਰਾਈਟ। ਇੰਟਰਸਟ ਲੈ ਰਹੀ। ਯਾ ਜੀ ਸੋ ਇਸੇ ਨਾਲ ਜੁੜਿਆ ਇੱਕ ਸਵਾਲ ਅੱਗੇ ਮੈਂ ਲੈਣਾ, ਉਸ ਤੋਂ ਪਹਿਲਾਂ ਥੋੜੇ ਜਿਹੇ ਕਮੈਂਟ ਪੜ੍ਹ ਲੈਂਦੇ ਆ। ਗੁਰਚਰਨ ਸਿੰਘ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰੋਡਸ ਆਫ ਰਿਸਪੈਕਟ। ਹੋਰ ਐਂਡ ਸਤਿ ਸ਼੍ਰੀ ਅਕਾਲ ਸਨੀ ਵੀਰੇ। ਜੀ, ਸਨੀ ਜੈਦਵਾਲ ਜੀ ਬੋਲ ਰਹੇ ਨੇ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਤੁਸੀਂ ਪਲੀਜ਼ ਰਿਪਲਾਈ ਕਰ ਦਿਓ ਉਹਨਾਂ ਨੂੰ। ਓਕੇ, ਨਹੀਂ ਫੈਨ ਫੂਨ ਤਾਂ ਕਾਹਦੇ ਆ, ਮੈਂ ਕੀ ਕੀਤਾ ਹੈ ਮੈਂ, ਪਰ ਹਾਂ ਚਲੋ, ਜਦੋਂ ਕੋਈ ਰਿਸਪੈਕਟ। ਤੁਹਾਨੂੰ ਐਪਰੀਸ਼ੀਏਟ ਕਰਦਾ ਆ ਬਹੁਤ ਜੀ ਵਧੀਆ ਲੱਗਦਾ ਹੈ ਨਾ ਵੀ। ਜੀ 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 ਇਹ ਕਹਿ ਯਾ ਲਓ ਕਿ ਇੱਕ ਥੈਂਕ ਰਿਸਪੈਕਟ ਯੂ। ਹੁੰਦੀ ਹੈ, ਇੱਕ ਪਿਆਰ ਹੁੰਦਾ ਹੈ। ਜੀ
ਸੋ ਇਸੇ ਨਾਲ ਜੁੜਿਆ ਇੱਕ ਅਗਲਾ ਮੇਰਾ ਸਵਾਲ ਸੀਗਾ ਕਿ ਗੱਲ ਕਰੀਏ ਤਾਂ ਅਸੀਂ ਕੰਪੀਟੀਸ਼ਨ ਦੀ, ਤਾਂ ਅਸੀਂ ਕੰਪੇਅਰ ਕਰੀਏ ਕੈਨੇਡਾ ਵਿਸ ਇੰਡੀਆ ਦੇ ਜਿਹੜਾ ਆਪਣੇ ਪੰਜਾਬ ਦਾ ਜਿਹੜਾ ਭੰਗੜਾ ਜਾਂ ਗਿੱਧਾ, ਤੁਸੀਂ ਇਹਨਾਂ 'ਚ ਕਿੰਨਾ ਫਰਕ ਦੇਖਦੇ ਹੋ, ਉੱਥੇ ਦੇ ਭੰਗੜੇ 'ਚ ਜਾਂ ਇੱਥੇ ਦੇ ਭੰਗੜੇ 'ਚ? ਇੱਥੇ ਦਾ ਤਾਂ ਚਲੋ ਹੈ ਹੀ ਪਿਓਰ ਹੈ ਸਾਡਾ, ਤੇ ਉੱਥੇ ਦਾ ਜ਼ਰੂਰ ਜਾਣਨਾ ਚਾਹਾਂਗੇ, ਮਤਲਬ ਪਿਓਰਟੀ ਹੈ ਸੇਮ ਜਾਂ ਬਿਜ਼ਨਸ ਲਈ ਕੁਝ ਵੀ ਚੱਲਦਾ, ਮਤਲਬ ਕੁਝ ਵੀ ਇਹ ਸਿਖਾ ਨਾ ਦਿਓ ਜਾਂ? ਯਾ ਮੈਂ ਸਮਝ ਗਈ ਤੁਹਾਡਾ ਕੁਐਸਚਨ। ਫਸਟ ਆਫ ਆਲ ਥੈਂਕ ਯੂ ਇਹ ਕੁਐਸਚਨ ਲਈ, ਕਜ਼ ਇਹ ਨਾ ਇੱਕ ਤਾਣਾ ਆ ਵੀ ਜਿਹੜਾ ਐਡਾ ਉਲਝਿਆ ਪਿਆ ਆ ਕਿ ਹਰ ਬੰਦਾ ਜਿਹੜਾ ਪਿਆਰ ਕਰਦਾ ਆ ਇਹ ਫੋਕ ਡਾਂਸਿਸ ਨੂੰ, ਉਹਦੇ ਮਨ 'ਚ ਇਹ ਸਵਾਲ ਦਿਨ 'ਚ ਪਤਾ ਨਹੀਂ ਆਉਂਦਾ। ਕਿੰਨੀ ਵਾਰੀ ਆਉਂਦਾ ਹੋਊਗਾ, ਰਾਈਟ? ਬਿਕੋਜ਼ ਜਦੋਂ ਆਪਾਂ ਇੰਸਟਾਗ੍ਰਾਮ ਖੋਲਦੇ ਆ, ਵੀ ਕੀਪ ਔਨ ਸਕਰੋਲਿੰਗ ਇਟ, ਉਹ ਸਾਰੀ ਫੀਡ ਜਿਹੜੀ ਆ, ਹੁਣ ਤਾਂ ਚਲੋ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਉਹਦੇ ਕਰਕੇ ਚਲੋ ਕੁਛ ਡਿਫਰੈਂਟ ਹੀ ਜ਼ੋਨ ਚੱਲ ਰਿਹਾ ਹੈ ਨਾ ਸੋਸ਼ਲ ਮੀਡੀਆ ਦਾ, ਜੀ। ਕਿ ਹਰ ਪਾਸੇ ਪ੍ਰੋਟੈਸਟ ਆ। ਪਰ ਉਸ ਤੋਂ ਪ੍ਰੋਟੈਸਟ। ਪਹਿਲਾਂ ਕੀ ਸੀ, ਭੰਗੜਾ ਹੀ ਭੰਗੜਾ ਨਾ। ਜਦੋਂ ਵੀ ਮੈਂ ਫੀਡ ਓਪਨ ਕਰਨੀ, ਮੈਂ ਦੇਖਣਾ ਨਾ ਵੀ ਵੀਡੀਓਜ਼ ਪਾਈਆਂ ਹੋਈਆਂ ਆ, ਲੋਕ ਕੀ ਕਰਦੇ ਆ, ਚਲੋ ਉਹ ਆਪਣਾ ਚਿੱਤ ਰਾਜ਼ੀ ਕਰਦੇ ਆ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਹੀ, ਬਟ ਉਹ YouTube ਤੇ ਜਾਂਦੇ ਆ, ਉਹ ਦੇਖਦੇ ਆ ਵੀ ਓਕੇ ਠੀਕ ਆ, ਬੜਾ ਵਧੀਆ ਲੱਗ ਰਿਹਾ ਦੇਖਣ ਨੂੰ ਨਾ, ਕੈਚੀ ਜਿਹਾ। ਉਹਨਾਂ ਨੂੰ ਕੋਈ ਗਾਣਾ ਦਿਖਦਾ ਆ, ਉਹ ਉਹਦੇ ਤੇ ਚਲੋ 4 ਸਟੈਪ ਕਰਦੇ, ਇੱਧਰੋਂ ਕਰ ਲਏ ਉੱਧਰੋਂ ਕਰ ਲਏ, ਉਹ ਉੱਥੋਂ ਦੇਖ ਲਏ ਉੱਥੋਂ ਦੇਖ ਲਏ। ਉਹਨੂੰ ਮੈਂ ਦੇਖਣਾ ਕਹਿੰਦੀ ਆ ਵੀ ਦੇਖ ਕੇ ਕਾਪੀ ਕਰਕੇ ਫਿਰ ਉਹੀ ਕਾਪੀ ਕਰਤਾ, ਕਰਨ। ਉਹਨੂੰ ਸਿੱਖਣਾ ਨਹੀਂ ਕਹਿੰਦੀ ਮੈਂ, ਹਨਾ। ਸੋ ਉਹ ਚੀਜ਼ ਇੱਥੇ ਬਹੁਤ ਹੋਈ ਆ। ਬਾਹਰ ਕਾਪੀ। ਇੰਡੀਆ, ਚਲੋ ਇੰਡੀਆ ਹੁਣ ਹੋਣ ਲੱਗ ਗਈ ਆ ਕਿ ਇੰਡੀਆ ਪਹਿਲਾਂ ਬੱਚੇ ਸਿੱਖਦੇ ਸੀਗੇ ਸਕੂਲਸ ਕਾਲਜਿਸ 'ਚ, ਉਹਨਾਂ ਨੂੰ ਸਿਖਾਉਣ ਵਾਲੇ ਜਿਹੜੇ ਆ ਉਹ ਆਲਰੇਡੀ ਮੰਜੇ ਹੋਏ ਹੁੰਦੇ ਸੀ, ਹਨਾ। ਪਰ ਇੱਥੇ ਕੀ ਚੱਕਰ ਪੈ ਰਿਹਾ ਵਾ, ਇੱਥੇ ਹਰੇਕ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ, ਠੀਕ ਹੈ। ਹਰ ਬੰਦਾ ਅਕੈਡਮੀਜ਼ 'ਚ ਜਾ ਕੇ ਸਿੱਖਣ ਨਾਲੋਂ, ਕੁਝ ਜਾਂ ਤਾਂ ਟਾਈਮ ਦੀ ਕਮੀ ਕਹਿ ਲਓ, ਜਾਂ ਤੁਸੀਂ ਮਤਲਬ ਮੇਨ ਚੀਜ਼ ਹੈ ਕਿ ਲੈਕ ਆਫ ਰਿਸੋਰਸ, ਹਨਾ। ਉਹਨਾਂ ਕੋਲ ਇੱਕ ਪਰਸਨ ਕਹਿ ਲਓ ਕੋਚਿੰਗ ਦੇਣ ਲਈ ਸਹੀ ਹੈ ਨਹੀਂ ਗੇ ਇੱਥੇ, ਜਾਂ ਉਹਨਾਂ ਨੂੰ ਪਤਾ ਨਹੀਂ ਵੀ YouTube ਤੇ ਰਿਲਾਇਬਲ ਰਿਸੋਰਸ ਕਿਹੜਾ ਆ, ਵੀ ਚੈਨਲ ਕਿਹਨੂੰ ਫੋਲੋ ਕਰਨਾ ਹੈ ਕਿਹਨੂੰ ਨਹੀਂ ਕਰਨਾ। ਦੇ ਆਰ ਗੋਇੰਗ ਬਾਏ ਦ ਨੰਬਰ ਆਫ ਫੋਲੋਵਰਸ, ਜਿਹਦੇ ਜ਼ਿਆਦਾ ਫੋਲੋਵਰਸ ਫੋਲੋਅਰਸ। ਆ ਉਹ ਉਹਨੂੰ ਫੋਲੋ ਕਰ ਲੈਂਦੇ ਆ, ਹਨਾ। ਜੀ। ਡਜ਼ਨਟ ਮੈਟਰ ਕਿ ਉਹ ਬੰਦਾ ਅੱਗੇ ਕਰ ਕੀ ਰਿਹਾ ਆ। ਨਾ, ਸੋ ਫੋਲੋਅਰਸ ਮੈਟਰ ਉਹ ਕਰਦੇ ਆ। ਬਿਲਕੁਲ, ਸੋ ਉਹਦੇ ਕਰਕੇ ਕੀ ਆ ਵੀ ਫਰਕ ਹੈਗਾ, ਜਿੱਦਾਂ ਮੇਨ ਤੁਹਾਡਾ ਕੰਸਰਨ ਸੀਗਾ ਪਿਓਰਿਟੀ, ਹਨਾ। ਫਰਕ ਹੈਗਾ ਉੱਥੇ। ਹੁਣ ਓਬਵੀਅਸਲੀ ਗੱਲ ਆ, ਇੱਕ ਬੰਦਾ ਆ ਜਿਹੜਾ ਉਸਤਾਦਾਂ ਕੋਲੋਂ ਸਿੱਖ ਕੇ ਅੱਗੇ ਪਰਫਾਰਮ ਕਰ ਰਿਹਾ ਆ, ਪਰਫਾਰਮ ਕਰਨਾ। ਐਂਡ ਹਾਂਜੀ, ਦੂਜੇ ਪਾਸੇ ਇੱਕ ਬੰਦਾ ਆ ਜਿਹੜਾ YouTube ਤੋਂ ਦੇਖ ਕੇ ਗਲਤ ਰਿਸੋਰਸ ਨੂੰ, ਠੀਕ ਹੈ, ਉਹ ਅੱਗੋਂ ਉਹਨੂੰ ਇਮੀਟੇਟ ਕਰ ਰਿਹਾ, ਕਾਪੀ ਕਰ ਰਿਹਾ। ਸੋ ਫਰਕ ਓਬਵੀਅਸਲੀ ਪਊਗਾ, ਉਹਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਉੱਥੇ ਵੀ ਜੀ। ਤੂੰ ਕਿੱਥੇ ਗਲਤ ਕਰ ਰਿਹਾ ਕਿੱਥੇ ਸਹੀ ਕਰ ਰਿਹਾ ਨਾ। ਸੋ ਉਹਦੀ ਨਜ਼ਰ 'ਚ ਜਦੋਂ 4 ਜਣਿਆਂ ਨੇ ਦੇਖ ਕੇ ਉਹਨੂੰ ਕਹਿਤਾ ਨਾ, ਉਹ ਬਹੁਤ ਬਈ ਬਹੁਤ ਵਧੀਆ, ਹਨਾ, ਉਹਨੂੰ ਲੱਗਣਾ ਵੀ ਮੈਂ ਸਹੀ ਕਰ ਰਿਹਾ, ਠੀਕ ਹੈ। ਤੇ ਬਿਕੋਜ਼ ਉੱਥੇ ਸਾਹਮਣੇ ਦੇਖਣ ਵਾਲੇ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਕਹਿ ਲਈਏ ਕਿ ਪਿਓਰਟੀ ਨਹੀਂ ਹੁੰਦੀ ਉਹਦੇ ਮਨ 'ਚ ਵੀ, ਕਿਉਂਕਿ ਉਹਨੂੰ ਨੌਲੇਜ ਨਹੀਂ ਹੁੰਦੀ, ਤਾਂ ਉਹ ਦੇਖ ਕੇ ਖੁਸ਼ ਹੋਏਗਾ ਵੀ ਹਾਂ ਬਹੁਤ ਵਧੀਆ ਕਰ ਰਿਹਾ, ਬਹੁਤ ਵਧੀਆ ਕਰ ਲਿਆ। ਹਾਂਜੀ, ਸੋ ਉਹਦੇ ਕਰਕੇ ਫਰਕ ਤਾਂ ਹੈਗਾ ਆ, ਬਟ ਮੈਂ ਸਟਿਲ ਐਪਰੀਸ਼ੀਏਟ ਕਰਦੀ ਹਾਂ ਬੰਦੇ ਦਾ ਐਫਰਟ, ਹਨਾ, ਵੀ ਅਗਲਾ ਸਿੱਖਣਾ ਚਾਹੁੰਦਾ ਸੀਗਾ, ਉਹਦੇ ਕੋਲ ਕੋਈ ਸਿਖਾਉਣ ਵਾਲਾ ਨਹੀਂ ਸੀ, ਸੋ ਉਹ ਬੰਦੇ ਨੇ ਐਨੀ ਹਾਊ ਸਿੱਖਿਆ, ਪਰਫਾਰਮ ਕੀਤਾ, ਹਨਾ। ਸੋ ਹੁਣ ਮੈਂ ਇੱਥੇ ਸਭ ਤੋਂ ਵੱਡੀ ਐਗਜ਼ਾਮਪਲ ਦਊਂਗੀ, ਭੰਗੜਾ ਐਮਪਾਇਰ ਇੱਕ ਗਰੁੱਪ ਹੈ, ਤੁਸੀਂ ਯੂ ਮਾਈਟ ਹੈਵ ਹਰਡ, ਤੁਸੀਂ ਸੁਣਿਆ ਹੋਊਗਾ। ਹੁਣ ਤੱਕ ਭੰਗੜਾ ਐਮਪਾਇਰ। ਭੰਗੜੇ 'ਚ ਜੀ। ਜਿੰਨਾ ਫੇਮ ਉਹਨਾਂ ਨੂੰ ਮਿਲਿਆ ਆ, ਆਈ ਡੋਂਟ ਨੋ ਐਨੀਬਡੀ ਬਹੁਤ ਐਲਸ, ਜ਼ਿਆਦਾ। ਹਨਾ। ਸੋਸ਼ਲ ਉਹਨਾਂ ਨੂੰ ਮੀਡੀਆ ਤੇ ਇੱਕ ਬਹੁਤ। ਉਹਨਾਂ ਬਾਰੇ ਬਹੁਤ ਕ੍ਰਿਟਿਸਿਜ਼ਮ ਸੀਗਾ, ਬਹੁਤ ਲੋਕੀ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਸੀ, ਯਾਰ ਇਹ ਭੰਗੜਾ ਨਹੀਂ ਪਾਉਂਦੇ ਗੇ, ਇਹ ਤਾਂ ਵਿੱਚ ਹਿਪ ਹੌਪ ਜਾਂ ਮਿਕਸ ਕਰਦੇ ਆ, ਹਨਾ, ਇਹ ਤਾਂ ਬੀਟਸ ਵੀ ਫੋਕ ਨਹੀਂ ਲੈਂਦੇ, ਜੀ। ਇੰਗਲਿਸ਼ ਸੌਂਗਸ ਤੇ ਭੰਗੜਾ ਪਾਈ ਜਾਂਦੇ ਆ, ਬੀਟਸ ਵੀ ਇੰਗਲਿਸ਼ ਹੁੰਦੀਆਂ ਉਹਨਾਂ ਦੀਆਂ, ਵੈਸਟਰਨ ਹੁੰਦੀਆਂ। ਜੀ। ਸੋ ਸਲੋ ਬੀਟ ਤੇ ਹੀ ਪਾਈ ਜਾਂਦੇ ਨੇ। ਪਰ ਮੈਂ ਉਹਨਾਂ ਨੂੰ ਇੱਕ ਚੀਜ਼ ਦੀ ਦਾਤ ਦਿੰਦੀ ਹਾਂ ਵੀ ਉਦੋਂ ਮੈਂ ਇੰਡੀਆ ਹੁੰਦੀ ਸੀ, ਜਦੋਂ ਬਹੁਤ ਲਾਈਕ ਸਕੂਲ ਟਾਈਮ ਦੀ ਗੱਲ ਹੈ, ਜਦੋਂ ਮੈਂ ਭੰਗੜਾ ਐਮਪਾਇਰ ਬਾਰੇ ਸਭ ਤੋਂ ਪਹਿਲਾਂ ਸੁਣਿਆ। ਉਦੋਂ ਕੋਈ ਇੰਸਟਾਗ੍ਰਾਮ ਨਹੀਂ ਸੀ, ਕੋਈ ਫੇਸਬੁੱਕ ਨਹੀਂ ਸੀ, ਕੁਛ ਨਹੀਂ, ਹੈ ਨਾ। ਬਟ ਸਟਿਲ
ਉਹਨਾਂ ਦੀਆਂ ਵੀਡੀਓਜ਼ ਅਸੀਂ ਦੇਖੀਆਂ, ਠੀਕ ਹੈ। ਉਦੋਂ ਉਸ ਚੀਜ਼ ਨੂੰ ਇੱਕ ਸ਼ਹਿ ਦਿੰਦੀ ਹਾਂ ਮੈਂ ਕਿ ਉਹਨਾਂ ਨੇ ਭੰਗੜੇ ਨੂੰ ਪ੍ਰਮੋਟ ਕੀਤਾ ਆਲ ਓਵਰ ਵਰਲਡ। ਉਹ ਆਲਦੋ ਚਲੋ ਉਹ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਰ ਰਹੇ ਸੀਗੇ, ਉਹ 'ਚ ਹਿਪ ਹੌਪ ਪਾ ਰਹੇ ਸੀ ਜਾਂ ਕੁਛ ਵੀ ਕਰ ਰਹੇ ਸੀ, ਪਰ ਵੱਜਦਾ ਭੰਗੜਾ ਐਮਪਾਇਰ ਸੀਗਾ ਉਹ, ਹਨਾ। ਐਂਡ ਉਹਨਾਂ ਨੇ NBA ਵਰਗੀ ਜਦੋਂ ਉੱਥੇ ਬਾਸਕਟਬਾਲ ਮੈਚਿਸ ਸੀਗੇ ਹਨਾ NBA ਦੇ, ਉਹਨਾਂ ਨੇ ਉਹਦੇ 'ਚ ਪਰਫਾਰਮ ਕੀਤਾ। ਐਂਡ ਪਰਫਾਰਮ NBA ਕੀਤਾ ਸੀ। ਤੁਹਾਨੂੰ ਪਤਾ ਵਰਲਡ ਲਾਈਕ ਆਲ ਓਵਰ ਵਰਲਡ ਕਿੰਨੇ ਵਿਊਅਰਸ ਆ ਉਹਦੇ, ਕਿੰਨੇ ਲੋਕ ਦੇਖਦੇ ਆ। ਸੋ ਦੇ ਕੇਮ ਟੂ ਨੋ ਅਬਾਊਟ ਭੰਗੜਾ, ਠੀਕ ਹੈ। ਗਲਤ ਆ ਸਹੀ ਆ ਉਹ ਬਾਅਦ ਦੀ ਗੱਲ ਆ, ਬਟ ਪ੍ਰਮੋਟ ਹੋਇਆ ਹਨਾ। ਜੀ ਲੈਵਲ। ਸੇਮ ਥਿੰਗ ਮੈਂ ਹੁਣ ਗੁਰਚਰਨ ਵੀਰੇ ਦੀ ਗੱਲ ਕਰਦੀ ਹਾਂ ਮੈਂ, ਉਹਨਾਂ ਨੇ ਸੁਨੱਖੀ ਪੰਜਾਬਣ ਪਲੇਟਫਾਰਮ ਲਾਂਚ ਕੀਤਾ ਹਨਾ। ਇਨੀਸ਼ੀਅਲੀ ਉਹਨਾਂ ਨੇ ਜਿਹੜੇ ਵੀ ਆਪਣੇ ਆਪ ਨੂੰ ਆਪਣਾ ਟਾਈਮ ਦਿਖਾਉਣਾ ਚਾਹੁੰਦੇ ਸੀ, ਉਹਨਾਂ ਸਾਰਿਆਂ ਨੂੰ ਅੱਗੇ ਲੈ ਕੇ ਆਏ। ਐਂਡ ਇਹ ਜੀ ਚੀਜ਼ ਮੈਂ ਉਹਨਾਂ ਤੋਂ ਵੀ ਸਿੱਖੀ ਆ, ਕਿਉਂਕਿ ਪਹਿਲਾਂ ਮੈਨੂੰ ਵੀ ਮੈਂ ਬਹੁਤ ਬੜੀ ਜਲਦੀ ਗੁੱਸੇ 'ਚ ਆ ਜਾਂਦੀ ਹੁੰਦੀ ਸੀ ਦੇਖ ਕੇ ਵੀ ਯਾਰ ਆਹ ਬੰਦਾ ਗਲਤ ਕਰਦਾ, ਇਹਨੂੰ ਕਿਉਂ ਇੱਕ ਕਿਉਂ ਇਹਨੂੰ ਪ੍ਰਮੋਟ ਕਿਉਂ ਕਰ ਰਹੇ ਆਪਾਂ, ਹਨਾ। ਜੀ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕਿਹਾ ਮੈਨੂੰ ਹਨਾ, ਕਹਿੰਦੇ ਭੈਣੇ ਮੈਂ ਅਗੇਂਸਟ ਨਹੀਂ ਆ, ਮੈਂ ਵੀ ਉਹ ਸਹਿਮਤ ਸੀਗੇ ਉਹ ਗੱਲ ਤੋਂ ਵੀ। ਹੀ ਆਲਸੋ ਉਹਨਾਂ ਨੂੰ ਵੀ ਪਤਾ ਸੀ ਵੀ ਉਹ ਚੀਜ਼ ਸਹੀ ਨਹੀਂ ਆ ਹਨਾ, ਬਟ ਉਹ ਕਹਿੰਦੇ ਵੀ ਦੇ ਆਰ ਕਾਈਂਡ ਆਫ ਪ੍ਰਮੋਟਿੰਗ ਆਰ ਕਲਚਰ, ਹਨਾ। ਸਹੀ ਆ ਗਲਤ ਆ, ਜਦੋਂ ਇੱਕ ਲੈਵਲ ਤੇ ਪਹੁੰਚ ਜਾਂਦਾ ਹੈ ਨਾ, ਹੁਣ ਜਿਵੇਂ ਜਦੋਂ ਇਨੀਸ਼ੀਅਲਾਈਜ਼ ਕੀਤਾ ਸੀਗਾ ਸੋ ਇੰਨੇ ਲੋਕ ਨਾਲ ਨਹੀਂ ਜੁੜੇ ਸੀ। ਹੁਣ ਜਦੋਂ ਜੁੜੇ ਆ ਸੋ ਉਹਨਾਂ ਨੇ ਕੰਪੀਟੀਸ਼ਨਸ ਕਰਾਏ ਜਿਹਦੇ ਥਰੂ ਸਹੀ ਕੀ ਆ ਉਹ ਦੱਸਿਆ ਲੋਕਾਂ ਨੂੰ, ਹਨਾ। ਸੋ ਮੈਂ ਕਾਈਂਡ ਅਗਰੀ ਕੀਤਾ ਸੀ ਉਦੋਂ ਉਹਨਾਂ ਨਾਲ, ਐਂਡ ਉਹ ਗੱਲ ਬਿਲਕੁਲ ਸਹੀ ਆ ਵੀ ਇਨੀਸ਼ੀਅਲੀ ਆਪਾਂ ਨੂੰ ਪਿਓਰਿਟੀ ਜਾਂ ਪਿਓਰ ਆ ਇੰਪਿਓਰ ਆ ਉਹ ਚੀਜ਼ ਆਪਾਂ ਨੁਕਸ ਨਾ ਕੱਢਦੇ ਹੋਏ, ਅਸੀਂ ਜੀ ਜੇ ਇਹ ਦੇਖੀਏ ਕਿ ਉਹ ਬੰਦਾ ਸਟਿਲ ਟਰਾਈ ਪ੍ਰਮੋਟਿੰਗ ਕਰ ਕਿੰਨਾ ਰਿਹਾ ਕਰ ਵਾ, ਰਿਹਾ। ਉਹ ਪ੍ਰਮੋਟ ਕਰ ਰਿਹਾ ਆ। ਸਭ ਤੋਂ ਵੱਡੀ ਐਗਜ਼ਾਮਪਲ ਜਿੱਦਾਂ ਮੈਂ ਤੁਹਾਨੂੰ ਦਿੱਤੀ ਵੀ ਭੰਗੜਾ ਐਮਪਾਇਰ ਆ, ਉਹ ਸਹੀ ਭੰਗੜਾ ਨਹੀਂ ਪਾਉਂਦੇ ਹਨਾ, ਪਰ ਜੀ ਉਹਨਾਂ ਨੇ ਇੱਕ ਭੰਗੜੇ ਬਾਰੇ ਲੋਕਾਂ ਨੂੰ ਦੁਨੀਆ 'ਚ ਇੰਨਾ ਕੁ ਉਹਦਾ ਨਾਮ ਕਰਤਾ ਸੀਗਾ ਵੀ ਹਰੇਕ ਬੰਦਾ ਈਵਨ ਗੋਰੇ ਹਨਾ ਜਾਂ ਬਾਕੀ ਕਮਿਊਨਿਟੀਜ਼ ਉਹਨਾਂ ਨੂੰ ਪਤਾ ਲੱਗਾ, ਉਹ ਭੰਗੜਾ ਪਾਉਣ ਲੱਗ ਗਏ, ਰਾਈਟ। ਸੋ ਜੀ ਰਾਈਟ ਨਾਓ ਆਪਣੇ ਕੋਲ ਇੱਕ ਬਹੁਤ ਵੱਡੀ ਆਲ ਓਵਰ ਵਰਲਡ ਭੰਗੜਾ ਫੈਮਿਲੀ ਇਸਟੈਬਲਿਸ਼ ਹੋ ਗਈ ਬਿਕਾਜ਼ ਆਫ ਦੈਟ। ਜੀ ਹੁਣ ਚਲੋ ਸਹੀ ਹੋ ਰਿਹਾ ਹੌਲੀ ਹੌਲੀ। ਜੀ ਹੌਲੀ ਹੌਲੀ ਸਹੀ ਵੀ ਹੋ ਜਾਏਗਾ। ਜ਼ਰੂਰੀ ਇਹੀ ਹੈ ਕਿ ਜੋ ਭੰਗੜਾ ਅੰਦਰੋਂ ਨਿਕਲੇ ਨਾ, ਸਿੱਖਿਆ ਹੁੰਦਾ ਜਿਹੜਾ ਉਹ ਅੰਦਰੋਂ ਨਿਕਲਦਾ, ਉਹਦਾ ਇਫੈਕਟ ਜਿਹੜਾ ਅਲੱਗ ਹੀ ਹੁੰਦਾ, ਉਹਦਾ ਮਜ਼ਾ ਇੱਕ ਅਲੱਗ ਹੀ ਹੁੰਦਾ। ਸੋ ਗੱਲ ਬਿਲਕੁਲ ਕਰ ਰਹੇ ਸੀ ਅਸੀਂ ਪ੍ਰਮੋਟ ਦੀ। ਪ੍ਰਮੋਟ ਤੋਂ ਮੈਨੂੰ ਗੱਲ ਸ਼ੇਅਰ ਕਰਨਾ ਚਾਹਾਂਗਾ, ਜਿਵੇਂ ਦਿਲਜੀਤ ਦੋਸਾਂਝ ਹੈ, ਤਾਂ ਬਹੁਤ ਹਾਂਜੀ ਲੋਕਾਂ ਦੇ ਇੱਕ ਓਬਜੈਕਸ਼ਨ ਹੁੰਦਾ ਹੈ ਕਿ ਉਹ ਗੁਰਸਿੱਖ ਨਹੀਂ ਹੈ, ਪਿਓਰ ਗੁਰਸਿੱਖ ਨਹੀਂ ਹੈ। ਬਟ ਸਾਡੀ ਸੋਚ ਇਹ ਹੈ ਕਿ ਕਿਤੇ ਨਾ ਕਿਤੇ ਦੇਖੋ ਪੱਗ ਨੂੰ ਕਿਸ ਲੈਵਲ ਤੱਕ ਪ੍ਰਮੋਟ ਕੀਤਾ ਹੈ। ਅਸੀਂ ਸਾਰਿਆਂ ਨੂੰ ਹੀ ਪਤਾ ਹੈ ਕਿ ਟਾਈਮ ਸੀਗਾ ਜਦ ਪੱਗ ਵਾਲੇ ਮੁੰਡਿਆਂ ਨੂੰ ਕਿਤੇ ਵੀ ਕੰਮ ਨਹੀਂ ਮਿਲਦਾ ਸੀ, ਫਿਲਮ ਇੰਡਸਟਰੀ ਵਗੈਰਾ। ਬਟ ਅੱਜ ਇੱਕ ਦਿਲਜੀਤ ਦੋਸਾਂਝ ਹੈ ਜਿਹਦੇ ਕਰਕੇ ਪੱਗ ਦੀ ਵੈਲਿਊ ਜਿਹੜੀ ਪ੍ਰਮੋਟ ਪੂਰੇ ਲੈਵਲ ਵਰਲਡ ਲੈਵਲ ਤੇ ਹੋਈ ਹੈ। ਤਾਂ ਅਸੀਂ ਬਹੁਤ ਪ੍ਰਮੋਟ ਨੂੰ ਬਹੁਤ ਅੱਗੇ। ਜਾਣੇ ਆ ਜਿਹੜੇ ਜੀ ਟਰਬਨ ਬੰਨਣ ਲੱਗੇ, ਉਸ ਤੋਂ ਜੀ ਪਹਿਲਾਂ ਨਹੀਂ ਸੀ ਪਾਉਂਦੇ। ਹਾਂਜੀ ਜੀ ਪ੍ਰਮੋਟ ਲੈਵਲ ਨੂੰ ਅਸੀਂ ਅੱਗੇ ਰੱਖਣਾ ਚਾਹੀਦਾ। ਆਈ ਥਿੰਕ ਮੈਨੂੰ ਵੀ ਲੱਗਦਾ ਕਿ ਪ੍ਰਮੋਟ ਦੇਖਣੀ ਚਾਹੀਦੀ ਹੈ, ਅਸੀਂ ਪ੍ਰਮੋਸ਼ਨ ਕਿੰਨੀ ਹੋ ਰਹੀ ਹੈ ਉਸ ਚੀਜ਼ ਦੀ ਜਿਹਦਾ ਸਾਨੂੰ ਫਾਇਦਾ ਹੋ ਰਿਹਾ। ਜੇ ਭੰਗੜੇ ਕੋਈ ਗਲਤ ਪਾ ਰਿਹਾ ਜਾਂ ਸਹੀ ਪਾ ਰਿਹਾ, ਬਟ ਕਿਤੇ ਨਾ ਕਿਤੇ ਉਹਦਾ ਜਿਹੜਾ ਵੇਵ ਹੈ ਜਾ ਤਾਂ ਰਿਹਾ ਨਾ ਵੀ ਭੰਗੜਾ ਹੋ ਰਿਹਾ, ਉਹਦੇ ਨਾਲ ਲੋਕ ਅਟੈਚ ਹੋ ਰਹੇ ਨੇ। ਆਪਾਂ ਕਰ ਕੀ ਸਕਦੇ ਹਾਂ ਵੀ ਆਪਾਂ ਉਹ ਬੰਦੇ ਨੂੰ ਰੀਚ ਆਊਟ ਕਰ ਸਕਦੇ ਹਾਂ ਹਨਾ, ਉਹਨੂੰ ਦੱਸ ਸਕਦੇ ਹਾਂ ਵੀ ਯੂ ਆਰ ਰੀਅਲੀ ਡੂਇੰਗ ਗੁੱਡ, ਤੁਸੀਂ ਵਧੀਆ ਕਰ ਰਹੇ ਜੀ ਹੋ, ਤੁਸੀਂ ਬਹੁਤ ਲੋਕਾਂ ਨੂੰ ਰੀਚ ਆਊਟ ਕਰ ਰਹੇ ਹੋ। ਪਰ ਜੀ ਜੋ ਜਿਵੇਂ ਜਿੱਥੇ ਜਿੱਥੇ ਉਹ ਗਲਤ ਹੈਗੇ ਨੇ ਹਨਾ, ਜਿਹੜੇ ਉਹਨਾਂ ਦੇ ਟੈਕਨੀਕ ਜਾਂ ਕਹਿ ਲਓ ਜਿਹੜੇ ਜਿਵੇਂ ਉਹ ਟੈਕਨੀਕਸ ਜੋ ਫੋਲੋ ਕਰ ਰਹੇ ਟੈਕਨੀਕਲੀ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਹੈਗੀਆਂ ਆਪਾਂ ਉਹਨਾਂ ਨੂੰ ਕਰੈਕਟ ਕਰ ਸਕਦੇ ਹਾਂ। ਬਟ ਹਾਂ ਕਿਸੇ ਬੰਦੇ ਨੂੰ ਡੀਮੋਟੀਵੇਟ ਕਰਕੇ ਡੀਮੋਟੀਵੇਟ ਜਾਂ ਕਰਕੇ। ਜਾਂ ਕਿਸੇ ਨੂੰ ਇਹ ਕਹਿਣਾ ਵੀ ਤੂੰ ਰਹਿਣ ਹੀ ਦੇ ਤੇਰੇ ਲਈ ਨਹੀਂ ਬਣੀ ਹਨਾ, ਉਹ ਗਲਤ ਆ। ਜੀ ਮੋਟੀਵੇਟ ਕਰਨਾ ਚਾਹੀਦਾ ਤੇ ਬੂਸਟ ਕਰਨਾ ਚਾਹੀਦਾ ਤਾਂ ਕਿ ਉਹ ਆਪਣੀ ਗਲਤੀਆਂ ਸੁਧਾਰੇ। ਸੁਧਾਰ ਜੀ ਸਕੇ ਐਗਜ਼ੈਕਟਲੀ। ਜੀ ਓਕੇ। ਨੈਕਸਟ ਕੋਈ ਕੰਪੀਟੀਸ਼ਨ ਦੀ ਯਾਦ ਸ਼ੇਅਰ ਕਰਨਾ ਚਾਹੋ, ਬਹੁਤ ਇੰਟਰਸਟਿੰਗ ਯਾਦ ਹੋਵੇ, ਕੋਈ ਪਰਫਾਰਮ ਕੀਤਾ ਹੋਏ, ਕੋਈ ਵੀ ਯਾਦ। ਯਾਦ ਬੰਦੇ ਚਲੋ ਮੈਂ ਆਲਮੋਸਟ 7 ਸਾਲ ਫੈਸਟੀਵਲ ਕੀਤਾ ਹੈ ਨਾ, ਯੂਥ ਫੈਸਟੀਵਲ। ਐਂਡ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਅਕੈਡਮੀ ਜੁਆਇਨ ਕੀਤੀ ਸੀਗੀ, ਪਰ ਉਸ ਤੋਂ ਪਹਿਲਾਂ ਮਤਲਬ ਸਕੂਲ ਟਾਈਮ
ਇੰਨਾ ਨਹੀਂ ਮੈਂ ਟੂ ਬੀ ਓਨੈਸਟ ਨਹੀਂ ਕਰ ਪਾਈ ਸੀ ਬਿਕਾਜ਼ ਉਦੋਂ ਘਰਦਿਆਂ ਦਾ ਇੱਕ ਹੁੰਦਾ ਨਾ ਵੀ ਪੜੋ 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 ਐਂਡ ਦ ਓਨਲੀ ਥਿੰਗ ਆਈ ਰਿਮੈਂਬਰ ਜਿਹੜੀ ਮੈਨੂੰ ਆਲਦੋ ਮੈਮਰੀਜ਼ ਤਾਂ ਬਹੁਤ ਬਹੁਤ ਜ਼ਿਆਦਾ ਨੇ ਪਰ ਜਦੋਂ ਫਸਟ ਟਾਈਮ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਈ ਸੀਗੀ ਆਈ ਵਾਜ਼ ਇਨ 9th ਸਟੈਂਡਰਡ ਮੈਂ ਉਦੋਂ ਸਕੂਲ 'ਚ ਸੀਗੀ ਹੈ ਓਕੇ। ਨਾ ਐਂਡ ਮੈਂ ਜਿਨ੍ਹਾਂ ਤੋਂ ਪੜ੍ਹਦੀ ਸੀਗੀ ਸਾਇੰਸ ਟੀਚਰ ਸੀਗੇ ਜਿਹੜੇ ਮੇਰੇ ਉਹ ਜੀਐਨਡੀਯੂ ਉਦੋਂ ਸਟੂਡੈਂਟ ਸੀਗੇ ਹਨਾ ਸ਼ੀ ਟੁਕ ਮੀ ਵਿਦ ਹਰ ਉਹਨਾਂ ਦਾ ਫੈਸਟੀਵਲ ਸੀਗਾ ਉਹ ਆਪ ਗਿੱਧਾ ਪਾਉਂਦੇ ਸੀਗੇ ਉਹ ਮੈਨੂੰ ਲੈ ਕੇ ਗਏ ਐਂਡ ਮੈਂ ਪਹਿਲੀ ਵਾਰ ਜੀਐਨਡੀਯੂ ਦੀ ਸਟੇਜ ਦੇਖੀ ਯੂਥ ਫੈਸਟੀਵਲ 'ਚ ਓਕੇ। ਨਾ ਐਂਡ ਉਹ ਮਾਹੌਲ ਦੇਖਿਆ ਉੱਥੇ ਬੈਠਿਆ ਇੱਕ ਹੁੰਦਾ ਨਾ ਵੀ ਦਿਮਾਗ 'ਚੋਂ ਚੀਜ਼ ਬਹਿ ਜਾਂਦੀ ਵੀ ਯਾਰ ਮੈਂ ਆ ਸਟੇਜ ਤੇ ਪਰਫਾਰਮ ਕਰਨਾ ਵੀ ਇੰਨੇ ਲੋਕਾਂ ਦੇ ਵਿੱਚ ਮੈਂ ਇੱਥੇ ਆਉਣਾ ਹੈ ਨਾ ਉਹ ਹਮ। ਚੀਜ਼ ਸੀਗੀ ਐਂਡ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਵੀ ਮੈਂ ਜਦੋਂ ਫਸਟ ਈਅਰ 'ਚ ਗਈ ਮੈਂ ਉਦੋਂ ਮੈਨੂੰ ਜੀਐਨਡੀਯੂ ਇੱਕ ਸਾਰਿਆਂ ਨੂੰ ਹੁੰਦਾ ਨਾ ਵੀ ਮੈਂ ਆਹ ਫਲਾਣੀ ਡਿਗਰੀ ਕਰਨੀ ਆ ਮੈਂ ਇਸ ਤੋਂ ਜੀ। ਬਾਅਦ ਮੈਂ ਇੰਜੀਨੀਅਰਿੰਗ ਕਰਨੀ ਮੈਂ ਇਹ ਕਰਨਾ ਉਹ ਕਰਨਾ ਮੇਰਾ ਜੀਐਨਡੀਯੂ ਜਾਣ ਦਾ ਮੇਨ ਮੋਟਿਵ ਸੀਗਾ ਵੀ ਓਕੇ ਸਟੱਡੀ ਤਾਂ ਕਰਨੀ ਹੋਈ ਆ ਜੋ ਘਰ ਦੇ ਕਹਿੰਦੇ ਚਲੋ ਉਹ ਤਾਂ ਕਰਨਾ ਹੀ ਆ ਮਤਲਬ ਮੈਨੂੰ ਮੈਂ ਐਡੀ ਸਟੂਡੀਅਸ ਨਹੀਂ ਹੈਗੀ ਮੈਨੂੰ ਪੜ੍ਹਾਈ ਨਾਲ ਏਦਾਂ ਹੈ ਨਹੀਂ ਸ਼ੁਰੂ ਤੋਂ ਬਟ ਬਸ ਗੁਜ਼ਾਰੇ ਜੋਗਾ ਪੜ੍ਹਦੀ ਹਾਂ ਨਾ ਪਰ ਬਟ ਯਾਰ ਜੀਐਨਡੀਯੂ ਜਾਣ ਦਾ ਮੇਨ ਮੋਟਿਵ ਹੀ ਇਹ ਸੀਗਾ ਵੀ ਮੈਂ ਗਿੱਧਾ ਸਟੇਜ ਤੇ। ਪਾਉਣਾ ਨਾ ਜੀਐਨਡੀ ਦੀ ਟੀਮ 'ਚ ਪਰਫਾਰਮ ਕਰਨਾ ਔਰ ਲੱਕੀਲੀ ਚਲੋ ਮੌਕਾ ਮਿਲਿਆ ਔਰ ਫਿਰ ਉਹ ਦਿਨ ਜਦੋਂ ਮੈਂ ਸਟੇਜ ਤੇ ਜਾਣਾ ਸੀਗਾ ਫॉर द वेरी फर्स्ट टाइम ਐਂਡ ਫਿਰ ਮੈਨੂੰ ਉਹ ਪੁਰਾਣਾ 9th ਸਟੈਂਡਰਡ ਵਾਲਾ ਦਿਨ ਯਾਦ ਆਇਆ ਵੀ ਮੈਂ ਉੱਥੇ ਖੜ ਕੇ ਇੱਥੇ ਬੈਠੀ ਸੀ ਮੈਂ ਦੇਖ ਰਹੀ ਸੀ ਹਨਾ ਐਂਡ ਮੈਂ ਅਮ, ਸੋਚਿਆ ਸੀਗਾ ਔਰ ਅੱਜ ਰੱਬ ਨੇ ਮੈਨੂੰ ਉਹ ਚੀਜ਼ ਕੰਪਲੀਟ। ਦਿੱਤੀ ਆ ਹਨਾ ਸੋ ਉਹ ਫਸਟ ਇਜ਼ ਫਸਟ ਰਾਈਟ ਮੈਨੂੰ ਉਹ ਚੀਜ਼ ਆਲਵੇਜ਼ ਉਸ ਤੋਂ ਬਾਅਦ ਵੀ ਜਿੰਨੀ ਵਾਰ ਮੈਂ ਸਟੇਜ ਤੇ ਗਈ ਆ ਐਵਰੀ ਟਾਈਮ ਮੈਨੂੰ ਉਹੀ ਚੀਜ਼ ਹੀ ਯਾਦ ਆਉਂਦੀ ਸੀਗੀ ਐਂਡ ਉਹ ਮੂਵਮੈਂਟ ਯਾਦ ਮੈਨੂੰ ਉਹ ਆਉਂਦੀ ਚੀਜ਼ ਹੈ। ਵਧੀਆ ਲੱਗਦੀ ਸੀ ਹਨਾ ਆਲਰੇਡੀ ਬਾਅਦ ਚ ਜਿੱਤ ਹਾਰ ਮਨ ਚੋਂ ਨਿਕਲ ਜਾਂਦੀ ਸੀਗੀ ਕਿ ਯਾਰ ਹੁਣ ਅੱਗੇ ਕੀ ਹੋਣਾ ਹੈ ਦੈਟਸ ਓਕੇ ਪਰ ਜੋ ਸੋਚਿਆ ਸੀਗਾ ਉਹ ਮਿਲਿਆ ਹਨਾ ਇਹ ਆਪਣੇ ਆਪ ਚ ਇੱਕ ਪ੍ਰਾਊਡ ਫੀਲ ਹੁੰਦਾ ਸੀਗਾ ਉਸ ਟਾਈਮ ਤੇ ਕਿ ਯਾ ਵੀ ਕੁਝ ਅਚੀਵ ਕੀਤਾ ਆ ਜੀ। ਕਿੰਨਾ ਕੁ ਨਰਵਸ ਸੀ ਜਦੋਂ ਸਟੇਜ ਤੇ ਤੁਸੀਂ ਗਏ? ਫॉर द फर्स्ट टाइम ਜੀ। ਕਈ ਕਹਿੰਦੇ ਨਾ ਮੈਂ ਪਹਿਲੀ ਵਾਰੀ ਗਈ ਬਾਅਦ ਚ ਓਕੇ ਸੀਗਾ ਪਰ ਮੇਰਾ ਹਰ ਵਾਰੀ ਬੁਰਾ ਹਾਲ ਹੁੰਦਾ ਸੀਗਾ ਮਤਲਬ ਆਲਦੋ ਮੈਂ ਉਹ ਸਾਡੀ ਹੋਮ ਸਟੇਜ ਸੀਗੀ ਹਨਾ ਮੈਂ ਜੀਐਨਡੀਯੂ ਦੀ ਟੀਮ ਚ ਸੀਗੀ ਤੇ ਉੱਥੇ ਸਾਡੇ ਕੋਲ ਬਥੇਰਾ ਟਾਈਮ ਹੁੰਦਾ ਸੀ ਅਸੀਂ ਆਪ ਜਾ ਕੇ ਚਲੋ ਦੇਖ ਲੈਣਾ ਪਹਿਲਾਂ ਕਿ ਕੀ ਚੱਕਰ ਹੈ ਸਟੇਜ ਦਾ ਬਟ ਸਟਿਲ ਜਦੋਂ ਐਜ਼ ਅ ਪਰਫਾਰਮਰ ਜਾਣਾ ਸਟੇਜ ਤੇ ਸਟਿਲ ਐਵਰੀ ਟਾਈਮ ਮੇਰੀਆਂ ਲੱਤਾਂ ਕੰਬ ਰਹੀਆਂ ਹੁੰਦੀਆਂ ਸੀਗਾ ਐਂਡ ਦੇਖਣ ਵਾਲੇ ਮਤਲਬ ਮੇਰੇ ਜਿੱਦਾਂ ਦੇਖਣ ਵਾਲਿਆਂ ਨੂੰ ਬਾਕੀ ਲੱਗਦਾ ਹੋਣਾ ਇਹ ਤਾਂ ਕਿੱਦਾਂ ਕਰ ਰਹੀ ਹੈ, ਭੰਗੜਾ ਕਰ ਰਹੀ ਦੇਖਿਆ ਨਾ ਹੈ। ਬਿਲਕੁਲ ਦੇਖਣ ਵਾਲਾ ਹੋਣਾ ਕਿ ਇਹਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਹੈ ਨਾ ਜਾਂ ਕੁਛ ਪਰ ਇਹ ਮੇਰੀ ਟੀਮਮੇਟਸ ਜਾਣਦੇ ਆ ਜਿਨ੍ਹਾਂ ਨੇ ਮੈਨੂੰ ਸਿਖਾਇਆ ਉਹ ਜਾਣਦੇ ਆ ਜਾਂ ਜਿਹੜੇ ਮੇਰੇ ਕਲੋਜ਼ ਆ ਉਹ ਜਾਣਦੇ ਆ ਵੀ ਮੈਂ ਮਾਰਨਿੰਗ ਜਿਸ ਦਿਨ ਪਰਫਾਰਮੈਂਸ ਹੁੰਦੀ ਸੀ ਮੈਂ ਮਾਰਨਿੰਗ ਉੱਠਣਾ ਐਂਡ ਲਿਟਰਲੀ ਵਿਦਆਊਟ ਵਾਟਰ ਮੈਂ ਕੁਛ ਨਹੀਂ ਖਾ ਪਾਉਂਦੀ ਸੀਗੀ ਐਂਡ ਮੈਂ ਪਰਫਾਰਮੈਂਸ ਤੋਂ ਬਾਅਦ ਖਾਂਦੀ ਹੁੰਦੀ ਸੀ ਭਾਵੇਂ ਉਹ ਰਾਤ ਪਰਫਾਰਮੈਂਸ ਹੋਣੀ ਬਟ ਹੋਲ ਡੇ ਬਿਲਕੁਲ ਕੁਛ ਨਹੀਂ ਖਾਦਾ ਹੁੰਦਾ ਸੀਗਾ ਖਾਦਾ ਹੀ ਨਹੀਂ ਜਾਂਦਾ ਸੀਗਾ ਇੰਨੀ ਜ਼ਿਆਦਾ ਨਰਵਸਨੈਸ ਹੁੰਦੀ ਸੀਗੀ ਬਟ ਹਾਂ ਇੱਕ ਵਾਰੀ ਜਦੋਂ ਹੋ ਜਾਂਦਾ ਸੀ ਫਿਰ ਵਧੀਆ ਲੱਗਦਾ ਸੀਗਾ ਜੀ। ਬਹੁਤ ਵਧੀਆ। ਸੋ ਕੈਨੇਡਾ ਆਉਣ ਤੋਂ ਬਾਅਦ ਕੋਈ ਪੰਜਾਬ ਦੀ ਐਸੀ ਮਿੱਠੀ ਯਾਦ ਜਿਹੜੀ ਤੁਸੀਂ ਡੇਲੀ ਯਾਦ ਕਰਦੇ, ਡੇਲੀ ਕੋਈ ਐਸਾ ਮੂਵਮੈਂਟ ਹੈ ਕਿ ਜਿਹੜਾ ਮਤਲਬ ਡੇਲੀ ਯਾਦ ਕਰਦੇ ਹੋ ਕਿ ਪੰਜਾਬ 'ਚ ਯਾਰ ਹੁੰਦੇ ਤਾਂ ਇਹ ਕਰਦੇ? ਓਨੈਸਟਲੀ ਮੈਂ ਪੰਜਾਬ ਬਹੁਤ ਵਿਹਲੀ ਸੀਗੀ ਮਤਲਬ ਮੈਂ ਸ਼ੁਕਰ ਕਰਦੀ ਹਾਂ ਵੀ ਮੈਂ ਇੱਥੇ ਆਈ ਹਾਂ ਜਸਟ ਕਜ਼ ਇੱਥੇ ਇੱਕ ਰੂਟੀਨ ਫਿਕਸ ਬਣੀ ਹੋਈ ਆ ਉੱਥੇ ਆਪਾਂ ਸਪੋਇਲਡ ਕਿਡਸ ਹੁੰਦੇ ਆ ਹਨਾ ਜੀ। ਬਟ ਪੇਰੈਂਟਸ ਨੇ ਮਤਲਬ ਠੀਕ ਹੈ ਬੈਠਿਆਂ ਨੂੰ ਰੋਟੀ ਮਿਲਦੀ ਆ ਸਾਰਾ ਕੁਝ ਉੱਥੇ ਬਹੁਤ ਹਾਂ। ਈਜ਼ੀ ਸੀਗਾ ਸੋ ਯਾਦ ਬਸ ਇਹੀ ਆਉਂਦੀ ਹੈ ਵੀ ਯਾ ਉੱਥੇ ਈਜ਼ੀ ਸੀਗਾ ਸਭ ਕੁਝ ਪਰ ਆਮ ਥੈਂਕਫੁਲ ਕਿ ਮੈਂ ਇੱਥੇ ਆਈ ਹਾਂ ਤਾਂ ਕਿਉਂਕਿ ਮੇਰੇ 'ਚ ਬਹੁਤ ਇੰਪਰੂਵਮੈਂਟ ਹੋਈ ਆ ਹਨਾ ਐਜ਼ ਅ ਪਰਸਨ ਐਜ਼ ਅ ਪਰਸਨੈਲਿਟੀ ਕਹਿ ਲਓ ਔਰ ਦ ਓਨਲੀ ਥਿੰਗ ਇਜ਼ ਕਿ ਜਦੋਂ ਯੂਥ ਫੈਸਟੀਵਲ ਦਾ ਟਾਈਮ ਆਉਂਦਾ ਹਨਾ ਜਦੋਂ ਜੀ। ਜਦੋਂ ਆਉਂਦੀ ਨਾ ਅਗਸਤ
ਫਿਰ ਹੌਲ ਪੈਣੇ ਸ਼ੁਰੂ ਹੋ ਜਾਂਦੇ ਆ ਵੀ ਉੱਥੇ ਹੁਣ ਹੁੰਦੇ ਤੇ ਆਡੀਸ਼ਨਸ ਹੋਣੇ ਸੀ, ਉੱਥੇ ਹੁੰਦੇ ਆਏ ਹੋਣਾ ਸੀ, ਆਪਾਂ ਡਿਫਰੈਂਟ ਕਾਲਜਿਸ 'ਚ ਜਾਣਾ ਸੀ ਹਨਾ, ਉਹਨਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਆਉਣਾ ਸੀ। ਸੋ ਉਹ ਇੱਕ ਜਿਹੜਾ ਮਾਹੌਲ ਹੁੰਦਾ ਸੀ ਉਸ ਟਾਈਮ ਤੇ, ਉਦੋਂ ਦਿਲ ਕਰਦਾ ਵੀ ਬਸ ਪੰਜਾਬ ਚੱਲੀਏ, ਫੈਸਟੀਵਲ ਦੇਖੀਏ। ਜੀ। ਹੁਣ ਉਹਦੇ ਮਾਹੌਲ ਦੀ ਗੱਲ ਕਰੀਏ ਤਾਂ ਬਹੁਤ ਹੀ ਸਕੈਰੀ। ਉਹ ਰਾਈਟ, ਲਾਸਟ ਈਅਰ ਕਰੋਨਾ ਕਰਕੇ, ਕੋਵਿਡ ਜੀ ਕਰਕੇ, ਔਰ ਲਾਸਟ ਈਅਰ ਕੀ ਇਸੇ ਸਾਲ ਹਨਾ, ਪੂਰਾ ਸਾਲ ਸਾਰੇ ਫੈਸਟੀਵਲਸ ਕੈਂਸਲ ਹੋ ਗਏ, ਸਾਰੇ ਇੱਥੇ ਵੀ ਕੈਨੇਡਾ ਵੀ ਕੋਈ ਕੰਪੀਟੀਸ਼ਨ ਨਹੀਂ ਹੋ ਪਾਇਆ। ਸੋ ਯਾ ਉਹ ਚੀਜ਼ ਮਤਲਬ ਫਰੈਂਡਸ ਨਾਲ ਵੀ ਜਦੋਂ ਗੱਲ ਹੋਣੀ ਉਹ ਸਾਰੇ ਕਾਫੀ ਸੈਡ ਹੁੰਦੇ ਸੀਗੇ ਜਿਹੜੇ ਪਾਰਟਿਸਿਪੇਟ ਕਰਦੇ ਆ ਹਨਾ। ਉਹ ਜੀ ਇੱਕ ਬੜਾ ਵੈਲਿਊਏਬਲ ਜਿਹਾ ਸਾਲ ਵੇਸਟ ਹੋਇਆ ਆ। ਜੀ। ਤੇ ਤੁਹਾਡਾ ਲੋਕਡਾਊਨ ਕਿਵੇਂ ਨਿਕਲਿਆ ਫਿਰ? ਲਾਕਡਾਊਨ, ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਕੈਡਮੀਜ਼ ਬੰਦ ਹੋਣ ਕਰਕੇ ਅਕੈਡਮੀ 'ਚ। ਅਸੀਂ ਜ਼ੂਮ ਤੇ ਆਨਲਾਈਨ ਕਲਾਸਿਸ ਦੇਣੀਆਂ ਸ਼ੁਰੂ ਕਰਤੀਆਂ ਸੀ ਹਨਾ। ਉਹ ਤਾਂ ਜਸਟ ਇੱਕ ਕਹਿ ਲਓ ਜੀ ਜਾਂ ਲਾਉਣ ਨੂੰ ਸੀਗੀਆਂ, ਪਰ ਉਸ ਜੀ। ਤੋਂ ਇਲਾਵਾ ਹੋਲ ਟਾਈਮ ਘਰੇ ਰਹਿਣਾ, ਜਿਮ ਵੀ ਬੰਦ ਸੀਗੇ। ਸੋ ਕੁਛ ਜਿੰਨ ਕੁਛ ਨਹੀਂ ਹੁੰਦਾ। ਜਿੰਨਾ ਹੋ ਸਕਿਆ ਸੋਸ਼ਲ ਮੀਡੀਆ ਚਲਾਇਆ, ਜਿੰਨਾ ਹੋ ਸਕਿਆ ਕੁਕਿੰਗ ਕੀਤੀ ਇੰਡੀਆ ਵਾਲਿਆਂ ਨੇ ਤਾਂ। ਬਿਲਕੁਲ ਬਿਲਕੁਲ, ਕੁਕਿੰਗ ਇੱਥੇ ਤਾਂ ਚਲੋ ਮਾਮਾ ਹੈ ਨਹੀਂ ਗੇ, ਸੋ ਆਪ ਹੀ ਕਰਨੀ ਪੈਂਦੀ ਆ। ਇਸ ਤੋਂ ਇਲਾਵਾ ਕੰਪੀਟੀਸ਼ਨ, ਆਨਲਾਈਨ ਕੰਪੀਟੀਸ਼ਨਸ ਕਾਫੀ ਹੋਏ ਆਪਣੇ ਹਨਾ, ਹਮ, ਗਿੱਧੇ ਜਿਵੇਂ ਭੰਗੜੇ ਸਨੱਕੀ ਦੇ। ਪੰਜਾਬਣ ਹੋ ਗਿਆ ਜਾਂ ਹੋਰ ਵੀ ਪਲੇਟਫਾਰਮ ਨੇ ਬਿਲਕੁਲ, ਜਿਹੜੇ। ਉਹਦੇ ਯਾ ਉਹ ਵੀ, ਉਹ ਤਾਂ ਮਤਲਬ ਬਹੁਤ ਵਧੀਆ ਕਰਵਾਇਆ ਸੀਗਾ ਉਹਨਾਂ ਨੇ, ਇੱਕ ਕਹਿ ਲਓ ਆਨਲਾਈਨ ਕੰਪੀਟੀਸ਼ਨ ਹੁੰਦੇ ਹੋਏ ਵੀ ਉਹਨਾਂ ਨੇ ਲਾਈਵ ਫੋਕ ਡਾਂਸ ਨੂੰ ਪ੍ਰਮੋਟ ਕੀਤਾ ਸੀਗਾ ਹਨਾ, ਵੀ ਜੀ ਇਹ ਨਹੀਂ ਵੀ ਪਿੱਛੇ ਤੁਸੀਂ ਗਾਣਾ ਲਾ ਕੇ ਪਰਫਾਰਮ ਕਰ ਰਹੇ ਆ ਹਨਾ। ਉਹਨਾਂ ਨੇ ਕਾਫੀ ਇੱਕ ਡਿਫਰੈਂਟ ਕੀਤਾ ਸੀਗਾ ਬਾਕੀਆਂ ਨਾਲੋਂ, ਐਂਡ ਮੈਂ ਉਹਦੇ ਨਾਲ ਜੀ ਜੁੜੀ ਸੀਗੀ, ਐਂਡ ਆਮ ਰੀਅਲੀ ਪ੍ਰਾਊਡ ਆਫ ਇਟ। ਜੀ। ਗੱਲ ਕਰੀਏ ਸੁਨੱਖੀ ਪੰਜਾਬਣ ਦੀ, ਪਲੇਟਫਾਰਮ ਸੀ ਜਿੱਥੋਂ ਅਸੀਂ ਮਿਲ ਪਾਏ ਤੁਹਾਨੂੰ, ਤੇ ਅੱਜ ਅਸੀਂ ਤੁਹਾਨੂੰ ਇੱਥੇ ਇਨਵਾਈਟ ਕਰ ਪਾਏ। ਸੋ ਥੈਂਕ ਥੈਂਕਸ ਯੂ। ਟੂ ਸੁਨੱਖੀ ਪੰਜਾਬਣ ਐਂਡ ਸਰਦਾਰ ਗੁਰਚਰਨ ਸਿੰਘ ਜੀ। ਸੋ ਨਾਓ play rapid fire. Okay, ready? ਓਕੇ, Okay, फटाफट जवाब देने हैं, बाकी ਯਾ तुम्हारी ਵਿਲ मर्जी है। ਟਰਾਈ। जवाब लंबा देना, छोटा देना। Okay, your favorite color? ਓਕੇ, ਬਲੈਕ। Okay, my also black. Okay, favorite holiday destination? I've never been there, मैं गई नहीं है, but I want to. Santorini है ग्रीस च। Okay, okay. Favorite Punjabi movie? अंग्रेज। अंग्रेज, अमरिंदर गिल। Okay, हाँ जी। okay. Celebrity crush? क्रिस हेम्सवर्थ। Okay, वो भी इंग्लिश। या कह सकते हो, तो ये थोड़ी क्या भी पंजाबी के हिंदी के इंग्लिश। सेलिब्रिटी क्रश है, जिन्हें मर्जी हो सकते हैं। कनाडा का असर हो गया लगता है तो। नहीं नहीं, मैं कह लो मैं थोड़ियां जिहियां सुपर ਸੁਪਰ ਪਾਵਰਸ ਵਾਲੀਆਂ ਮੂਵੀਜ਼ ਜਿਹੜੀਆਂ ਹੈ ਨਾ, ਮੈਨੂੰ ਵਧੀਆ ਲੱਗਦੀਆਂ ਜੀ। ਹੁੰਦੀਆਂ ਸੀ ਸ਼ੁਰੂ ਤੋਂ, ਛੋਟੇ ਹੁੰਦਿਆਂ ਤੋਂ। ਸੋ ਜਦੋਂ ਦੀ ਥੋਰ ਦੇਖੀ ਆ ਨਾ, ਮੈਨੂੰ ਵਧੀਆ ਲੱਗਦਾ ਉਹ ਬੰਦਾ। ਓਕੇ ਜੀ, ਜ਼ਰੂਰ। ਕਦੇ ਮਿਲਣਾ ਹੋਇਆ ਕਦੇ ਉਹਨਾਂ ਨਾਲ, ਕਦੇ ਨੋ, ਸੋਸ਼ਲ ਹਲੇ ਮੀਡੀਆ ਤੱਕ ਤੇ ਜਾਂ ਨਹੀਂ। ਇੱਥੇ ਵੀ? ਨਹੀਂ ਐਡੀ ਮੈਂ ਓਕੇ ਮੱਲਾਂ ਮਾਰੀਆਂ ਨਹੀਂ ਹਲੇ, ਪਰ ਆਈ ਵੁੱਡ ਟਰਾਈ। ਜੀ, ਅਸੀਂ ਚਾਹਾਂਗੇ ਜ਼ਰੂਰ ਤੁਸੀਂ ਮੱਲਾ ਮਾਰੋ। ਓਕੇ, ਥੈਂਕ ਯੂ। ਨੈਕਸਟ ਹੈਗੀ ਇੱਦਾਂ ਦੀ ਮੂਵੀ ਜਿਹੜੀ ਬਹੁਤ ਜ਼ਿਆਦਾ ਬੋਰਿੰਗ ਹੋਵੇ ਤੇ ਫਿਰ ਵੀ ਤੁਸੀਂ ਬਹੁਤ ਦੇਖਣਾ ਪਸੰਦ ਕਰਦੇ ਹੋ? ਬਹੁਤ ਜ਼ਿਆਦਾ ਬੋਰਿੰਗ ਹੋਵੇ? ਨਹੀਂ, ਮੈਂ ਫਿਰ ਵੀ ਆਪਦੇ ਦੇਖਣਾ ਨਾਲ, ਪਸੰਦ ਕਰਦੇ ਹੋ? ਨਹੀਂ ਮੈਂ ਇੰਨਾ ਧੱਕਾ ਕਦੀ ਨਹੀਂ ਜਰਿਆ। ਕੋਈ ਮੂਵੀ ਨਹੀਂ ਐਸੀ? ਨਹੀਂ, ਜਿਹੜੀ ਚੀਜ਼ ਤਾਂ ਵੀ ਮੇਰੇ ਹੱਥ 'ਚ ਆ ਨਾ, ਵੀ ਮੈਨੂੰ ਕੋਈ ਬਿਠਾ ਕੇ ਮਜਬੂਰ ਨਹੀਂ ਕਰ ਰਿਹਾ, ਮੈਂ ਕਿਉਂ ਕਰੂੰਗੀ। ਸੋ ਜੀ I've never done that. ਓਕੇ ਓਕੇ। ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅਲੱਗ ਬਣਾਉਂਦੀ ਹੈ, ਮੇਕ ਇਟ ਯੂਨਿਕ? ਮੈਂ ਆ। ਕੋਈ ਚੀਜ਼ ਤਾਂ ਹੋਏਗੀ ਨਾ ਜਿਹੜੀ ਅਲੱਗ ਬਣਾਉਂਦੀ ਹੈ, ਕੋਈ ਵੱਖਰਾ ਪਛਾਣ ਦਿੰਦੀ ਹੈ। ਹਾਂਜੀ, that's what I am, ਕਿ
ਲਾਈਕ ਮੈਂ ਕਿਸੇ ਨੂੰ ਕਾਪੀ ਨਹੀਂ ਕਦੀ ਕਰਨ ਦੀ ਕੋਸ਼ਿਸ਼ ਕਰਦੀ, ਜੋ ਮੈਂ ਹੈਗੀ ਆ ਨੈਚੁਰਲ। ਮੈਂ ਹੈਗੀ ਆ, ਕਿਸੇ ਨੂੰ ਵਧੀਆ ਲੱਗੇ ਨਾ ਲੱਗੇ, ਮੈਂ ਹੈਗੀਆਂ ਤਾਂ ਹੈਗੀਆਂ, ਧੱਕਾ ਚੱਲਦਾ ਹੈ। ਮੈਂ ਆਪਣੀ ਫੇਵਰੇਟ ਹੂੰ। ਜੀ ਓਕੇ, ਦੋ ਐਸੀਆਂ ਗੱਲਾਂ ਦੱਸੋ, ਦੋ ਕੈਨੇਡਾ ਦੀਆਂ, ਜਿਹੜੀ ਦੋ ਪੋਜ਼ਿਟਿਵ ਹੋਣ ਦੋ ਨੈਗੇਟਿਵ। ਕਹਿਣਾ ਨਹੀਂ, ਨੈਗੇਟਿਵ ਪਹਿਲਾਂ ਦੱਸਦੀ ਮੈਂ। ਜੀ ਪਹਿਲਾ ਵੀ ਪਹਿਲਾਂ ਨੈਗੇਟਿਵ ਦੱਸ ਦੋ ਕਿ ਬਾਅਦ ਚ ਬੰਦਾ ਇੰਪ੍ਰੈਸ਼ਨ ਪਾ ਬਹੁਤ ਦਿੰਦਾ ਥੋੜਾ ਜਿਹਾ। ਬਸ ਤਾਂ ਹੀ ਮੈਂ ਪੋਜ਼ਿਟਿਵ ਐਂਡਿੰਗ ਕਰੂੰਗੀ ਨਾ। ਨੈਗੇਟਿਵ ਪਹਿਲੀ ਠੰਡ ਪੈਂਦੀ ਆ, ਬਹੁਤੀ ਭੈੜੀ ਪੈਂਦੀ ਆ, ਠੀਕ ਹੈ। ਸੈਕਿੰਡ ਕਹਿ ਲਓ ਵੀ ਹਾਂ, ਆਈ ਮਿਸ ਹੋਮ, ਕਿ ਇੱਥੇ ਭਾਵੇਂ ਤੁਸੀਂ ਆਪਦਾ ਘਰ ਆ, ਜੋ ਕੁਛ ਮਰਜ਼ੀ ਲੈ ਲਓ, ਬਟ ਯੂ ਸਟਿਲ ਐਂਡ ਅਪ ਬੀਇੰਗ ਨੋਸਟੈਲਜਿਕ, ਕਿ ਤੁਸੀਂ ਕਹਿੰਦੇ ਹੋ ਵੀ ਨਹੀਂ ਇੰਡੀਆ ਜਾਣਾ। ਸੋ ਓਕੇ, ਕਹਿ ਲਈਏ ਤਾਂ ਦੂਸਰਾ ਇੰਡੀਆ ਹੀ ਹੈ, ਪॉजिटिव्स ਦੂਸਰਾ ਪੰਜਾਬ ਹੈ ਕੈਨੇਡਾ। ਬਿਲकुल पॉजिटिव्स पहला इन्हें इंडिपेंडेंट बनना सिखाया, राइट, हर काम अपने सिर ते करना सिखाया, ਬੰਦੇ ਨੂੰ ਸਿਖਾ ਦਿੰਦਾ ਹੈ ਨਾ। ਸੈਕਿੰਡ ਪੋਜ਼ਿਟਿਵ ਇਜ਼ ਕਿ ਤੁਹਾਡੀ ਮਿਹਨਤ ਦਾ ਮੁੱਲ ਬਹੁਤ ਵਧੀਆ ਪੈਂਦਾ, ਵੀ ਇੰਡੀਆ ਤੁਸੀਂ ਤੁਹਾਨੂੰ ਇੱਕ ਡਿਸਅਪੋਇੰਟਮੈਂਟ ਜੀ ਮਿਲਦੀ ਆ ਵੀ ਯਾਰ ਇੰਨਾ ਕੰਮ ਕਰਦੇ ਆ, ਇੰਨੀ ਮਿਹਨਤ ਕਰਦੇ ਆ, ਬਟ ਉਹ ਕਦਰ ਨਹੀਂ ਪੈਂਦੀ ਹੈ ਨਾ। ਬਟ ਇੱਥੇ ਜੇ ਤੁਸੀਂ ਮਿਹਨਤੀ ਆ, you end up achieving whatever you want. ਜੀ ਦੋ ਪੋਜ਼ਿਟਿਵ ਗੱਲਾਂ ਨੇ ਜਿਹੜੀ ਦੋ ਬਹੁਤ ਵਧੀਆ ਨੇ, ਆਈ ਥਿੰਕ ਹਰ ਇੱਕ ਕੰਟਰੀ 'ਚ ਹੋਣੀ ਚਾਹੀਦੀਆਂ ਨੇ। ਮੈਨੂੰ ਲੱਗਦਾ ਜਿੰਨੇ ਵਿਊਵਰਸ ਦੇਖ ਰਹੇ ਨੇ ਸਾਰਿਆਂ ਨੇ ਕੈਨੇਡਾ ਜਾਣ ਦੀ ਤਿਆਰੀ ਕਰ ਲਈ ਹੋਣੀ। ਓਏ ਉਹ ਨਾ ਵੀ ਵੇਂਦੇ ਆ ਤਾਂ ਵੀ ਕੀਤੀ ਹੋਣੀ ਸੀ। ਤਾਂ ਵੀ ਕੀਤੀ ਹੋਣੀ ਸੀ ਜੀ। ਓਕੇ, ਤੁਹਾਡਾ ਸਭ ਤੋਂ ਵੱਡਾ ਡਰ ਕੀ ਹੈ? ਐਂ ਤਾਂ ਨਹੀਂ ਦੱਸਦੀ ਮੈਂ। ਦੱਸਣਾ ਪਰ ਪਏਗਾ, ਡਰ ਇੱਕ ਨੂੰ ਡਰ ਤਾਂ ਤੁਹਾਨੂੰ ਕਮਜ਼ੋਰੀ ਥੋੜੀ ਦੱਸਣਾ ਲੱਗਦੀ। ਪਏਗਾ। ਉਹ ਕਿਦੋਂ ਬਟ ਸਭ ਤੋਂ ਵੱਡਾ ਨਹੀਂ, ਪਰ ਹਾਂ ਇੱਕ ਜ਼ਰੂਰ ਆ ਵੀ ਕਦੇ ਮੈਂ ਕੁਛ ਏਦਾਂ ਨਾ ਮੇਰੇ ਤੋਂ ਹੋਵੇ ਕਿ ਮੈਂ ਆਪਣੀ ਫੈਮਿਲੀ ਤੋਂ ਦੂਰ ਹੋਵਾਂ, ਓਕੇ ਕੁਛ ਉਹਨਾਂ ਨੂੰ ਹਰਟ ਕਰਨ ਵਾਲਾ ਨਾ ਕਰਾਂ ਮੈਂ। That's it. ਓਕੇ ਨਾਈਸ। ਓਕੇ, ਕੈਨੇਡਾ ਦਾ ਸਭ ਤੋਂ ਬੋਰਿੰਗ ਪਲੇਸ? ਮੈਂ ਸਾਰਾ ਕੈਨੇਡਾ ਹਜੇ ਦੇਖਿਆ ਨਹੀਂ ਟੂ ਬੀ ਓਨੈਸਟ, ਪਰ ਜਿੱਥੇ ਰਹਿ ਰਹੀ ਹਾਂ ਫਿਰ ਵੀ ਬੋਰਿੰਗ ਐਡਮੰਟਨ। ਲੱਗਿਆ ਹੋਇਆ ਜਿਵੇਂ ਕਿੱਥੇ ਗਿਆ ਹੂੰ? ਓਕੇ, ਨੋ ਨਥਿੰਗ, ਕੋਈ ਵੀ ਨਹੀਂ, ਬਿਕਾਜ਼ ਕੈਨੇਡਾ 'ਚ ਨੇਚਰ ਹਲੇ ਤੁਸੀਂ ਕਹਿ ਲਓ ਕਿਉਂਕਿ ਇਹ ਹਲੇ ਡਿਵੈਲਪਿੰਗ ਹੈ, ਰਾਈਟ। ਇੱਥੇ ਬਹੁਤ ਕੈਨੇਡਾ ਵਿਹਲਾ ਪਿਆ ਹੋਇਆ, ਈਵਨ ਤੁਸੀਂ ਐਵੇਂ ਦੀ ਜਗ੍ਹਾ ਵੀ ਚਲ ਜਾਓ ਨਾ ਜਿੱਥੇ ਕੋਈ ਨਹੀਂ ਰਹਿੰਦਾ, ਤੁਹਾਨੂੰ ਉਹ ਬੋਰਿੰਗ ਨਹੀਂ ਲੱਗੂਗੀ, ਬਿਕਾਜ਼ ਉੱਥੇ ਨੇਚਰ ਆਪਣੇ ਆਪ 'ਚ ਹੀ ਇੰਨੀ ਕੁ ਤੁਹਾਨੂੰ ਲੱਗੂਗੀ ਨਾ ਵੀ ਅੱਖਾਂ ਤੁਹਾਡੀਆਂ ਨਾ ਟਰੀਟ ਹੋ ਰਹੀਆਂ ਨੇ, ਹਨਾ। ਸੋ ਓਕੇ ਯੂ ਵੋਂਟ ਫੀਲ, ਹਾਂ ਅਨਲੈਸ ਤੁਸੀਂ ਨੇਚਰ ਲਵਰ ਨਹੀਂ ਹੈਗੇ, ਤੁਹਾਨੂੰ ਚਾਹੀਦਾ ਵੀ ਮੇਰੇ ਆਲੇ ਦੁਆਲੇ ਲੋਕ ਹੋਣ, ਹਨਾ। ਸੋ ਉਦੋਂ ਤੁਹਾਨੂੰ ਬੋਰਿੰਗ ਲੱਗ ਸਕਦਾ ਆ, ਪਰ ਜੇ ਤੁਸੀਂ ਨੇਚਰ ਲਵਰ ਹੈਗੇ ਆ, ਇਫ ਯੂ ਹੈਵ ਦੈਟ ਆਈ, ਨਹੀਂ ਤੁਹਾਨੂੰ ਕਦੀ ਬੋਰਿੰਗ ਨਹੀਂ ਲੱਗੂਗਾ। ਓਕੇ, ਆਈ ਥਿੰਕ ਮੈਨੂੰ ਵੀ ਟਰਾਈ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕੈਨੇਡਾ ਬਾਰੇ। ਯਾਰ ਗਿਵ ਇਟ ਅ ਟਰਾਈ, ਵਧੀਆ ਲੱਗੂਗਾ। ਜੀ ਸ਼ੋਰ। ਓਕੇ, ਵੈਨ ਵਾਜ਼ ਦਾ ਯੂ ਕਰਾਈ ਲਾਸਟ ਟਾਈਮ ਯੂ ਕਰਾਈਡ? ਬਹੁਤ ਜ਼ਿਆਦਾ ਰੋਏ ਹੋ ਤੁਸੀਂ ਲਾਸਟ ਟਾਈਮ, ਕਦੋਂ ਸੀ? ਬਹੁਤ ਜ਼ਿਆਦਾ ਤੇ ਮੈਨੂੰ ਨਹੀਂ ਲੱਗਦਾ ਮੈਂ ਰੋਂਦੀ ਆ, ਪਰ ਥੋੜਾ ਥੋੜਾ ਰੋਜ਼ ਹੀ ਮਤਲਬ ਮੈਂ ਬੜੀ ਜਵਾਨੀ ਆ ਮੈਂ। ਰੋਂਦਲ ਆ, ਬਹੁਤ ਰੋਂਦੂ ਆ ਮੈਂ। ਮਤਲਬ ਜਿਵੇਂ ਜੇ ਬਾਹਲੀ ਠੰਡ ਹੋ ਗਈ ਆ ਮੈਂ ਤਾਂ ਵੀ ਰੋ ਪੈਣਾ। ਜਿਵੇਂ ਜਿਵੇਂ ਜੇ ਹੁਣ ਜਿਵੇਂ ਨੀਚੇ ਮੈਂ ਤੁਹਾਨੂੰ ਦੱਸੀ ਜਾਂਦੀ ਸੀ ਹਨਾ, ਜਦੋਂ ਮੈਂ ਪਾਰਟੀ ਦਿੱਤੀ ਕਿ ਮੈਂ ਉੱਪਰ ਆ ਰਹੀ ਸੀ, ਕਿਉਂਕਿ ਮੈਂ ਬੜੀ ਨਵੀਂ ਜਿਹੀ ਡਰਾਈਵਰ ਆ ਕੈਨੇਡਾ ਨੂੰ ਲੈ ਕੇ ਨਾ, ਤੇ ਓਕੇ ਮੈਨੂੰ ਆਈਸ ਜਾਂ ਸਨੋ ਤੋਂ ਥੋੜਾ ਹੁੰਦਾ ਆ। ਤੇ ਜਦੋਂ ਮੈਂ ਉਤਰੀ ਆਈ ਵਾਜ਼ ਅਬਾਊਟ ਟੂ ਫਾਲ, ਹਨਾ, ਤੇ ਉਹ ਬਸ ਉਹ ਓਨੇ 'ਚ ਹੀ ਮੇਰੀ ਅੱਖਾਂ 'ਚ ਪਾਣੀ ਆ ਗਿਆ ਸੀ, ਹਾਏ ਮੈਂ ਡਿੱਗ ਜਾਂਦੀ ਸੀ। ਸੋ ਯਾਰ ਮੈਂ ਬੜੀ ਰੋਂਦੂ ਆ, ਰੋਣ ਦੀ ਗੱਲ ਨਹੀਂ ਕਰਨੀ ਆਪਾਂ। ਓਕੇ ਜੀ, ਰੋਣ ਦੀ ਅਸੀਂ ਗੱਲ ਨਹੀਂ ਕਰਦੇ। ਸੋ ਓਕੇ, ਸਭ ਤੋਂ ਬੋਰਿੰਗ ਸਬਜੈਕਟ ਬੋਰਿੰਗ ਤੁਹਾਡਾ? ਸਬਜੈਕਟ ਸੋਸ਼ਲ ਸਾਇੰਸਿਸ। ਸਾਰੇ ਹੀ, ਆਪਾਂ ਪੜ੍ਹਨ ਚ ਤਾਂ ਏਦਾਂ ਹੀ ਸੀ। ਨਹੀਂ ਮੈਨੂੰ ਸਾਇੰਸ ਵਧੀਆ ਲੱਗਦੀ ਆ, ਸਾਇੰਸ ਵਧੀਆ ਲੱਗਦੀ, ਲੈਂਗੁਏਜਸ ਵਧੀਆ ਲੱਗਦੀਆਂ ਮੈਨੂੰ,
ਪਰ ਜਿੱਥੇ ਗੱਲ ਆ ਜਾਂਦੀ ਆ ਨਾਗਰਿਕ ਮੈਥ, ਸ਼ਾਸਤਰ, ਜਿਓਗ੍ਰਾਫੀ, ਸਿਵਿਕ, ਅਕਾਊਂਟਸ। ਅਕਾਊਂਟਸ ਵਗੈਰਾ, ਮੈਂ ਕਾਮਰਸ ਕੀਤੀ ਨਹੀਂ ਹੈ ਐਕਚੁਅਲੀ, ਓਕੇ, ਮੈਂ ਪਈ ਨਹੀਂ ਉਹਨਾਂ ਚੱਕਰਾਂ 'ਚ। ਹਾਂਜੀ ਬਾਹਰ ਮੈਂ ਹੀ ਰਹਿ ਗਏ ਸਾਇੰਸ ਉਹਨਾਂ ਸਟੂਡੈਂਟ ਚੱਕਰਾਂ ਹਾਂ, ਤੋਂ। ਮੈਂ ਇੰਜੀਨੀਅਰਿੰਗ ਕੀਤੀ ਆ, ਸੋ ਸਾਇੰਸ ਵਧੀਆ ਲੱਗਦੀ ਮੈਨੂੰ। ਓਕੇ, ਸਾਇੰਸ ਵਧੀਆ ਲੱਗਦੀ ਹੈ ਜੀ। ਓਕੇ, ਕਰੰਟ ਮੂਡ ਕੀ ਹੈ ਤੁਹਾਡਾ? ਕਰੰਟ ਮੂਡ ਹੈਗਾ ਆ ਅਰਲੀ ਇਨ ਦ ਮਾਰਨਿੰਗ, ਜਦੋਂ ਬੰਦਾ 6:30 ਵਜੇ ਉੱਠਦਾ ਹੈ ਨਾ, ਤੇ ਆਲ ਦ ਟਾਈਮ ਉਹਦੇ ਬੈਕ ਆਫ ਦ ਹੈਡ ਚੱਲ ਰਿਹਾ ਹੁੰਦਾ ਕਿ ਬਸ ਹੁਣ ਸੌਣਾ ਆ। ਇੰਨੀ ਠੰਡ ਹੋਵੇ ਤਾਂ ਜ਼ਰੂਰ ਜੀ। ਹਾਂਜੀ। ਓਕੇ, ਕਿਹੜੀ ਐਸੀ ਇੰਪੋਰਟੈਂਟ ਐਪ ਹੈ ਜਿਹੜੀ ਤੁਸੀਂ ਫੋਨ ਚੋਂ ਕਦੇ ਡਿਲੀਟ ਨਹੀਂ ਕਰਨਾ ਚਾਹੋਗੇ? ਇੰਪੋਰਟੈਂਟ ਐਪ ਐਪਲੀਕੇਸ਼ਨ ਜਿਹੜੀ ਡਿਲੀਟ ਨਹੀਂ ਕਰਨਾ ਚਾਹੋਗੇ ਕਦੇ ਵੀ? WhatsApp WhatsApp WhatsApp, ਓਕੇ। ਇੰਸਟਾਗ੍ਰਾਮ ਚੱਕ ਲਈਏ? ਬੜੀ ਵਾਰੀ ਚੱਕਿਆ ਮੈਂ ਤਾਂ ਥੋੜਾ ਟਾਈਮ ਪਹਿਲਾਂ ਹੀ ਇੰਸਟਾਗ੍ਰਾਮ ਤੇ ਆਈ ਹਾਂ, ਪਹਿਲਾਂ ਸੀਗੀ ਵੀ ਨਹੀਂ। ਜੀ ਜੀ ਜੀ, ਓਕੇ। ਪਰ ਨਹੀਂ, WhatsApp, ਮੈਂ ਨਹੀਂ ਕਹਿ ਰਹੀ ਵੀ ਇੰਪੋਰਟੈਂਟ ਨਹੀਂ ਹੈਗਾ। ਸੋਸ਼ਲ ਮੀਡੀਆ ਰਾਈਟ ਨਾਓ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ ਨਾ। ਜੀ ਜੀ ਜੀ, ਯਾ ਉਸ ਬਾਰੇ ਵੀ ਅਸੀਂ ਗੱਲ ਕਰਾਂਗੇ ਹੌਲੀ ਹੌਲੀ, ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਓਕੇ, ਲਾਈਫ ਦਾ ਸਭ ਤੋਂ ਘੈਂਟ ਮੂਮੈਂਟ ਕਿਹੜਾ ਹੈ? ਬਹੁਤ ਸਾਰੇ ਸੀਗੇ, ਜਿਹੜਾ ਲੇਟੈਸਟ ਆ ਉਹ ਵਿਚ ਵਨ? ਇਹੀ ਆ। ਨਹੀਂ, ਸਭ ਤੋਂ ਘੈਂਟ ਨਹੀਂ, ਮੈਂ ਕੈਟੇਗਰਾਈਜ਼ ਨਹੀਂ ਕਰ ਸਕਦੀ, ਪਰ ਮੈਂ ਕਰੰਟ ਲੇਟੈਸਟ ਕੋਈ ਦੱਸ ਦਿੰਦੀ। ਲੇਟੈਸਟ ਦੱਸ ਦਿਓ ਜੀ। ਰੀਸੈਂਟ ਘੈਂਟ ਮੂਵਮੈਂਟ ਹੋਊਗਾ ਜਦ ਮੇਰੀ ਪਰਮਨੈਂਟ ਰੈਜ਼ੀਡੈਂਸੀ ਅਪਰੂਵ ਹੋਈ ਸੀ ਕੈਨੇਡਾ ਦੀ। ਸੋ ਓਕੇ, ਮੈਨੂੰ ਲੱਗਾ ਸੀ ਕਿ ਉਮਰਾਂ ਦੇ ਕੰਗ੍ਰੈਚੁਲੇਸ਼ਨਸ। ਦੁੱਖ ਟੁੱਟ ਗਏ ਬੰਦੇ ਦੇ। ਜੀ, ਕੰਗ੍ਰੈਚੁਲੇਸ਼ਨਸ। ਸੋ ਥੈਂਕ ਯੂ। ਓਕੇ, ਨੈਕਸਟ ਹੈਗਾ ਜੀ, ਫੋਲੋਅਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਫੋਲੋਅਰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਡਿਸਟਰਬੈਂਸ ਵਾਸਤੇ? ਸੀਗੀ। ਹੈਲੋ ਜੀ, ਫੋਲੋਅਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਸਟ ਫੋਲੋਅਰ ਨੰਬਰ ਹੈ ਮੈਂ ਤੁਹਾਡੇ ਲਈ ਕਿ? ਨਹੀਂ, ਜੇ ਮੇਰੇ ਲਈ ਨੰਬਰ ਹੁੰਦਾ ਤੇ ਤੁਸੀਂ ਮੇਰਾ ਅਕਾਊਂਟ ਚੈੱਕ ਕਰੋ, ਮੇਰਾ ਅਕਾਊਂਟ ਪ੍ਰਾਈਵੇਟ ਹੈ ਰਾਈਟ। ਫਿਰ ਮੇਰਾ ਅਕਾਊਂਟ ਪ੍ਰਾਈਵੇਟ ਨਹੀਂ ਹੋਣਾ ਸੀ, ਫਿਰ ਮੇਰਾ ਅਕਾਊਂਟ ਓਪਨ ਹੁੰਦਾ ਔਰ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਹੁੰਦਾ ਆਪਣੇ ਨਾਲ, ਹੈ ਨਾ। ਬਟ ਸੋਸ਼ਲ ਮੀਡੀਆ ਤੇ ਮੈਨੂੰ ਉੱਦਾਂ ਕੋਈ ਮੈਂ ਮਾਈਂਡ ਨਹੀਂ ਕਰਦੀ ਹੈ ਨਾ, ਵੀ ਜੇ ਮੈਨੂੰ ਕੋਈ ਸੁਜੈਸਟ ਕਰਦਾ ਹੈ ਕੁਛ ਜਾਂ ਕੁਛ ਪੋਜ਼ੀਟਿਵ ਜਾਂ ਨੈਗੇਟਿਵ ਕ੍ਰਿਟਿਸਾਈਜ਼ ਕਰਦਾ ਹੈ, ਨੋ ਪ੍ਰੋਬਲਮ। ਪਰ ਮੈਂ ਪ੍ਰਾਈਵੇਟ ਪਰਸਨ ਆ, ਹੈ ਨਾ। ਸੋ ਮੈਂ ਜਿਵੇਂ ਜਿੰਨੇ ਲੋਕ ਮੇਰੇ ਨਾਲ ਐਡਿਡ ਨੇ ਸੋਸ਼ਲ ਮੀਡੀਆ ਤੇ, ਇੰਸਟਾਗ੍ਰਾਮ ਤੇ ਇੰਪੋਰਟੈਂਟਲੀ, ਮੈਂ ਉਹਨਾਂ ਨੂੰ ਜਾਣਦੀ ਹਾਂ, ਹੈ ਨਾ। ਜਾਂ ਫਿਰ ਜੇ ਕੋਈ ਪਰਸਨ ਮੈਨੂੰ ਰੀਅਲੀ ਇਨਫਲੂਐਂਸ ਕਰਦਾ ਆ, ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ, ਜਾਂ ਉਹ ਐਡ ਹੁੰਦੇ ਆ ਮੇਰੇ ਨਾਲ। ਸੋ ਮੈਂ ਐਜ਼ ਅ ਨੰਬਰ ਫੋਲੋਅਰਸ ਨੂੰ ਕਦੀ ਨਹੀਂ ਲੈਂਦੀ। ਪਲੱਸ ਤੁਸੀਂ ਜੋ ਦੇਖਦੇ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਇਨਫਲੂਐਂਸ ਜ਼ਰੂਰ ਕਰਦਾ ਆ। ਸੋ ਮੈਂ ਮੇਕ ਸ਼ੋਰ ਕਰਦੀ ਹਾਂ ਕਿ ਐਜ਼ ਅ ਫੋਲੋਅਰ ਮੈਂ ਜਿਹੜੀ ਚੀਜ਼ ਨੂੰ ਫੋਲੋ ਕਰ ਰਹੀ ਹਾਂ ਉਹ ਇੱਦਾਂ ਦੀ ਹੋਵੇ ਕਿ ਉਹ ਮੈਨੂੰ ਕਿਸੇ ਨਾ ਕਿਸੇ ਵੇ 'ਚ ਪੋਜ਼ੀਟਿਵ ਇੰਪੈਕਟ ਕਰੇ। ਸੋ ਆਈ ਆਲਸੋ ਮੇਕ ਸ਼ੋਰ ਕਿ ਮੈਂ ਕੁਛ ਇੱਦਾਂ ਦਾ ਪੋਸਟ ਨਾ ਕਰਾਂ ਕਿ ਕਿਸੇ ਬੰਦੇ ਲਈ ਨੈਗੇਟਿਵ ਹੋਵੇ ਉਹ ਚੀਜ਼। ਦੈਟਸ ਦ ਓਨਲੀ ਥਿੰਗ। ਬਟ ਹਾਂ, ਮੈਂ ਕਦੀ ਐਜ਼ ਅ ਨੰਬਰ ਨਹੀਂ, ਮੈਂ ਨਹੀਂ ਚਾਹੁੰਦੀ ਵੀ ਮੈਨੂੰ ਇੱਕ ਹੋੜ ਦੀ ਮੱਛੀ ਹੋਵੇ ਐਂਡ a lot of people should follow me. No, I'm not that kind of a person. ਓਕੇ, ਸੌਰੀ, ਮੇਰਾ ਪ੍ਰਾਈਵੇਟ ਅਕਾਊਂਟ ਨਹੀਂ ਹੈ ਬਿਕੋਜ਼ ਮੇਰਾ ਪੇਜ ਹੈ, ਤਾਂ ਮੈਨੂੰ ਓਪਨ ਰੱਖਣਾ No, ਜ਼ਰੂਰੀ that's ਹੈ। yeah. ਤੁਹਾਡਾ ਇੱਕ social profile ਆ, not ਪਲੇਟਫਾਰਮ only about you, right? So ਜੀ, it's kind of a channel. So you're doing good. ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਹਨਾ। ਥੈਂਕ ਔਰ ਯੂ। ਹਲੇ ਤੁਸੀਂ just start ਕੀਤਾ ਆ, but still you're doing really good. ਮੈਂ ਜਦੋਂ ਤੁਹਾਡੀ profile ਜਦੋਂ ਵੀ ਦੇਖਦੀ ਹਾਂ, ਮੈਨੂੰ ਖੁਦ ਨੂੰ ਵਧੀਆ ਲੱਗਦਾ ਹੈ ਕਿ ਕਾਫੀ ਜਿੱਦਾਂ ਨਿਊ ਕਮਰਸ ਨੇ ਜਿਹੜੇ ਇੰਡਸਟਰੀ ਦੇ, ਜਾਂ ਆਲਰੇਡੀ established people ਜਿਹੜੇ ਨੇ, ਉਹਨਾਂ ਨੇ ਵੀ ਆ ਕੇ ਸ਼ਿਰਕਤ ਕੀਤੀ ਆ। ਸੋ ਮੈਨੂੰ ਵਧੀਆ ਲੱਗਦਾ ਆ ਕਿ ਇਟਸ ਵੈਰੀ ਹਾਰਡ ਟੂ ਬੀ ਓਨੈਸਟ ਟੂ ਰੀਚ ਜੀ ਸਮਬਡੀ, ਹੈ ਨਾ। ਐਂਡ ਦੈਨ ਉਹਨਾਂ ਹੁਣ ਮੈਨੂੰ ਪਤਾ ਕੱਲ ਸੀਗਾ ਲਾਈਵ ਐਂਡ ਮੇਰੇ ਤੋਂ ਨਹੀਂ ਪੋਸੀਬਲ ਹੋ ਪਾਇਆ ਸੀ, ਹੈ ਨਾ। ਵੀ ਜੀ couldn't ਜੀ do that.
ਸੋ ਤੁਹਾਨੂੰ ਆਪਣੀ ਰੂਟੀਨ ਓਬਵੀਅਸਲੀ ਤੁਸੀਂ ਆਪਣੀ ਜੌਬ ਜਾਂ whatever you do right ਤੁਸੀਂ ਉਹਦੇ ਚੋਂ ਟਾਈਮ ਕੱਢ ਕੇ ਐਂਡ ਤੁਸੀਂ ਇਸ ਚੀਜ਼ ਨੂੰ ਟਾਈਮ ਦੇ ਰਹੇ ਹੋ, ਤੁਸੀਂ ਆਪਣੇ ਚੈਨਲ ਨੂੰ ਟਾਈਮ ਦੇ ਰਹੇ ਹੋ, ਜੀ ਸੋ ਆਈ ਰੀਅਲੀ ਐਪਰੀਸ਼ੀਏਟ ਦੈਟ। ਜੀ, ਥੈਂਕ ਯੂ ਸੋ ਮਚ। ਸੋ ਮੈਂ ਸੋਚ ਰਿਹਾ ਸੀ ਆਪਣੀ ਪਰਸਨਲ ਆਈਡੀ ਵੀ ਜ਼ਰੂਰ ਲਾਂਚ ਕਰਾਂ ਜਲਦੀ, ਸੋ ਬਣਾਵਾਂਗੇ ਜ਼ਰੂਰ, ਪ੍ਰਾਈਵੇਟ ਜ਼ਰੂਰ ਰੱਖਾਂਗੇ। ਓਕੇ। ਨਹੀਂ ਮੈਂ ਇੱਥੇ ਕੋਈ ਓਪੀਨੀਅਨ ਨਹੀਂ ਕੀਤਾ ਹੈ ਨਾ, ਆਮ ਨਾਟ ਓਪੀਨੀਅਨ, ਨਹੀਂ 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 ਨਹੀਂ, ਇਹ ਤਾਂ ਓਪੀਨੀਅਨ ਨਹੀਂ ਹੈ, ਇਟਸ ਨਹੀਂ ਨਾਟ ਮੇ ਵੀ ਓਪੀਨੀਅਨ ਮੇਰੀ ਬਟ ਗੱਲ ਜਾਂ ਕੋਈ ਗਲਤ ਵੇਚ ਕਨਵੇ ਹੋਈ ਆ, ਬਟ ਮੈਂ ਉੱਦਾਂ ਮੈਂ ਪਰਸਨਲੀ ਦੱਸਿਆ ਹੈ ਨਾ, ਐਜ਼ ਯੂ ਐਸਕਡ ਮੀ, ਮੈਂ ਉਹ ਚੀਜ਼ ਨੂੰ ਆਂਸਰ ਕੀਤਾ ਆ ਵੀ ਮੈਨੂੰ ਪ੍ਰਾਈਵੇਟ ਅਕਾਊਂਟ ਵਧੀਆ ਲੱਗਦਾ ਹੈ ਨਾ, ਕਿ ਆਈ ਜਸਟ ਵਾਂਟ ਕਿ ਜਿਹੜੇ ਲੋਕ ਮੈਨੂੰ ਜਾਣਦੇ ਆ ਉਹੀ ਮੇਰੇ ਨਾਲ ਐਡਡ ਨੇ, ਜਾਂ ਫਿਰ ਜਿਹੜੇ ਫਿਊਚਰ 'ਚ ਜਿਨ੍ਹਾਂ ਨੂੰ ਮੈਂ ਜਾਣਦੀ ਹੋਊਂਗੀ ਹੈ ਨਾ, ਤੇ ਜਾਂ ਫਿਰ ਜਿਨ੍ਹਾਂ ਤੋਂ ਮੈਂ ਇਨਫਲੂਐਂਸ ਹੁੰਦੀ ਆ, ਜਿਹੜੇ ਮੈਨੂੰ ਪੋਜ਼ੀਟਿਵ ਵੇ 'ਚ ਇਨਫਲੂਐਂਸ ਕਰਦੇ ਨੇ, ਮੈਨੂੰ ਪਤਾ ਆ ਵੀ ਜੀ ਓਕੇ ਉਹ ਬੰਦਾ ਕੁਛ ਕਰ ਰਿਹਾ, ਮੈਨੂੰ ਉਹਦੇ ਤੋਂ ਕੁਛ ਮੋਟੀਵੇਸ਼ਨ ਮਿਲ ਰਹੀ ਆ ਜਾਂ ਕੁਛ, ਸੋ ਜਾਂ ਉਹ ਲੋਕ ਮੇਰੇ ਨਾਲ ਫॉर श्योर ਹੈਗੇ ਨੇ, ਐਡ ਨੇ। ਔਰ ਮੈਂ ਫੋਲੋਅਰਸ ਨੂੰ ਐਜ਼ ਅ ਨੰਬਰ, ਜਿਹੜਾ ਤੁਹਾਡਾ ਮੇਨ ਕੁਐਸਚਨ ਸੀਗਾ, ਉਹ ਕਦੇ ਨਹੀਂ ਲਿਆ, ਔਰ ਮੈਂ ਉਹ ਮਤਲਬ ਇਟਸ ਜਸਟ ਕਿ ਮੈਂ ਥੋੜੀ ਪ੍ਰਾਈਵੇਟ ਪਰਸਨ ਆ ਔਰ ਮੈਨੂੰ ਪ੍ਰਾਈਵੇਟ ਓਕੇ ਰਹਿਣਾ ਵਧੀਆ ਲੱਗਦਾ, ਯਾ ਦੈਟਸ ਜੀ, ਇਟ। ਉਸੀ ਨਾਲ ਮੈਂ ਵੀ ਸਹਿਮਤ ਸੀ। ਮੈਂ ਵੀ ਇਹੀ ਕਹਿਣਾ ਚਾਹ ਰਿਹਾ ਕਿ ਪ੍ਰਾਈਵੇਟ ਇੱਕ ਜਿਹੜੀ ਲਾਈਫ ਹੈ ਉਹ ਅਲੱਗ ਹੋਣੀ ਚਾਹੀਦੀ ਹੈ ਤੇ ਪ੍ਰੋਫੈਸ਼ਨਲ ਲਾਈਫ ਅਲੱਗ ਹੋਣੀ ਚਾਹੀਦੀ ਹੈ। ਜਿੱਦਾਂ ਕਿ ਹੁਣੇ ਥੋੜੀ ਐਗਜ਼ੈਕਟਲੀ। ਦੇਰ ਪਹਿਲਾਂ ਮੈਂ ਲਾਈਵ ਸੈਸ਼ਨ ਕਰ ਰਿਹਾ ਸੀ, ਤਾਂ ਉਹਨਾਂ ਨੇ ਵੀ ਇਹੀ ਮੈਨੂੰ ਸੁਜੈਸ਼ਨ ਕੀਤੀ ਸੀ, ਕਹਿੰਦੇ ਮੇਰੀ ਜਿਹੜੀ ਪਰਸਨਲ ਲਾਈਫ ਹੈ ਉਹ ਅਲੱਗ ਹੈ ਤੇ ਜਿਹੜੀ ਮੇਰੀ ਸੋਸ਼ਲ ਲਾਈਫ ਹੈ, ਜੋ ਵੀ ਮੈਂ ਮੀਡੀਆ 'ਚ ਕਰ ਰਿਹਾ, ਉਹ ਮੇਰੀ ਅਲੱਗ ਹੈ। ਤਾਂ ਮੈਂ ਵੀ ਇਹ ਚਾਹੁੰਦਾ ਕਿ ਜਿਹੜਾ ਪਲੇਟਫਾਰਮ ਉਹ ਅਲੱਗ ਰਹਿਣਾ ਚਾਹੀਦਾ ਤੇ ਸਾਡੀ ਪਰਸਨਲ ਜਿਹੜੀ ਆਇਡੈਂਟੀਟੀ ਹੈ ਜਾਂ ਕੁਝ ਵੀ ਹੈ ਤਾਂ ਪ੍ਰਾਈਵੇਟ ਹੀ ਰਹਿਣੀ ਚਾਹੀਦੀ ਹੈ। ਉਹਦੇ 'ਚ ਕੁਝ ਖਾਸ ਬਿਲਕੁਲ ਪਰਸਨ ਜਿਹੜੇ ਤੁਸੀਂ ਐਡ ਕਰ ਸਕਦੇ ਹੋ ਜੀ, ਬਿਲਕੁਲ, ਉਹ ਹੋਣੀ ਚਾਹੀਦੀ ਹੈ। ਇਟਸ ਨਾਟ ਕਿਉਂਕਿ ਹਰ ਬੰਦੇ ਓਪੀਨੀਅਨ ਦੀਆਂ ਲਾਈਕ ਡਿਫਰੈਂਟ, ਹਰ ਬੰਦੇ ਦੀਆਂ ਦੋ ਪਰਸਨੈਲਿਟੀਜ਼ ਹੁੰਦੀਆਂ ਹਨਾ। ਜੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਰੀਅਲ ਲਾਈਫ 'ਚ ਜੋ ਹੈਗੇ ਨੇ ਉਹ ਹਰੇਕ ਦੇ ਮੂਹਰੇ ਖੁੱਲ ਜਾਂਦੇ ਆ, ਰਾਈਟ। ਜੀ ਕਈ ਇੰਟਰੋਵਰਟਸ ਹੁੰਦੇ ਆ, ਉਹ ਮਤਲਬ ਬਹੁਤ ਗਿਣੇ ਚੁਣੇ ਲੋਕਾਂ ਨਾਲ ਖੁੱਲਣਾ ਵਧੀਆ ਲੱਗਦਾ ਉਹਨਾਂ ਨੂੰ, ਹਨਾ। ਜੀ ਯਾ ਆਈ ਥਿੰਕ ਬਟ ਦੋਨੋਂ ਚੀਜ਼ਾਂ ਅਲੱਗ-ਅਲੱਗ ਹੀ ਰਹਿਣੀਆਂ ਚਾਹੀਦੀਆਂ ਤਾਂ ਹੀ ਬਹੁਤ ਬਿਲਕੁਲ ਵਧੀਆ ਜਿਹੜਾ ਲੈਵਲ ਹੈ ਉਹ ਵਧੀਆ ਰਹਿੰਦਾ ਰਹਿੰਦਾ, ਬਿਲਕੁਲ। ਜੀ। ਓਕੇ, ਨੈਕਸਟ ਹੈਗਾ ਜੀ ਤੁਹਾਡੇ ਫੇਵਰਿਟ 3 ਵਰਡਸ 3 ਜਿਹੜੇ ਤੁਸੀਂ ਵਰਡਸ ਆਲਵੇਸ ਲਾਈਕ ਆਲਵੇਸ ਯੂਜ਼ ਕਰਦੇ ਹੋ ਗੱਲਾਂ ਬਾਤਾਂ 'ਚ। ਤੇਰਾ ਭਲਾ ਹੋ ਜਾਏ। ਮੈਂ ਬਹੁਤ ਬੋਲਦੀ ਆ, ਮੈਂ ਓਕੇ ਬਹੁਤ ਬੋਲਦੀ ਨਾ, ਦਿਸ ਇਜ਼ ਦ ਥਿੰਗ, ਮੈਂ ਬਹੁਤ ਜ਼ਿਆਦਾ ਯੂਜ਼ ਕਰਦੀ ਹਾਂ, ਤੇਰਾ ਭਲਾ ਹੋ ਜਾਏ। ਕੁਛ ਵੀ ਹੋ ਜਾਏ, ਓਕੇ, ਕੁਛ ਕਿਸੇ ਅੰਗਰੇਜ਼ ਨੂੰ ਬੋਲਿਆ ਤੇਰਾ ਭਲਾ ਹੋ ਜਾਏ, ਬੋਲ ਦਈਦਾ, ਫਿਰ ਉਹ ਕੀ ਕਿਹੜਾ ਰਿਪਲਾਈ ਪਤਾ ਮਿਲਦਾ ਲੱਗਦਾ। ਅੱਗੋਂ? What? ਓਕੇ Then ਨੈਕਸਟ, ਫਿਰ ਅੱਗੋਂ ਫਿਰ nothing। ਉਹਨੂੰ ਐਕਸਪਲੇਨ ਨਹੀਂ ਕੀਤਾ ਕਦੇ ਤੁਸੀਂ ਇੰਗਲਿਸ਼ 'ਚ? ਇੰਨਾ ਕੋਈ ਪੁੱਛਦਾ ਹੀ ਨਹੀਂ, ਬਸ ਉਹ ਦੇ ਲਾਈਕ ਹੁਣ ਉਹਨਾਂ ਦੇ ਮੂੰਹ ਚੋਂ ਵੀ ਬੜਾ ਕੁਝ ਨਿਕਲਦਾ, ਆਲ ਚਲੋ ਸਾਨੂੰ ਸਮਝ ਲੱਗ ਜਾਂਦੀ ਹੈ, ਉਹ ਗੱਲ ਵੱਖਰੀ ਹੈ, ਪਰ ਆਪਾਂ ਇੰਟਰਸਟ ਨਹੀਂ ਲਈਦਾ। ਉਹ ਵੀ ਕਹਿੰਦਾ ਹੋਣਾ ਪਤਾ ਨਹੀਂ ਕੀ ਪਕਾਈ ਮਾਰੀ ਜਾਂਦੇ ਨੇ ਪੰਜਾਬੀ ਨਹੀਂ ਨਹੀਂ, ਉਹ ਫੈਨ ਆ ਪੰਜਾਬੀਆਂ ਦੇ, ਆਪਣੀ ਕਮਿਊਨਿਟੀ ਨੇ ਜੀ। ਇੱਥੇ ਪੂਰੀਆਂ ਧਮਾਲਾਂ ਕੁਝ ਪਾਈਆਂ ਹੋਈਆਂ ਆ। ਕੁਝ ਕੁਝ ਅੰਗਰੇਜ਼ ਤਾਂ ਗੋਰੇ ਤਾਂ ਕਹਿ ਲਈਏ ਪੰਜਾਬੀ ਵੀ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਬੋਲ ਬੋਲ ਲੈਂਦੇ ਨੇ ਲੈਂਦੇ ਆ ਯਾ, ਬਹੁਤ ਕੁਇਕ ਜੀ। ਲਰਨਰਸ ਆ ਉਹ, ਲੈਂਗੁਏਜ ਨੂੰ ਲੈ ਕੇ ਬਹੁਤ ਜਲਦੀ ਸਿੱਖਦੇ ਆ। ਓਕੇ, ਨੈਕਸਟ ਕੀ ਹੈ? ਤੁਸੀਂ ਆਪਣੇ ਕੁਐਸਚਨ ਤੋਂ ਨਾ ਜਾਓ ਇੱਧਰ ਉੱਧਰ। ਅੱਛਾ ਨਹੀਂ, ਆ ਸੀਗਾ ਆ, ਇਹ 3 ਵਰਡ ਹੋ ਗਏ, ਤੇਰਾ ਭਲਾ ਹੋ ਜਾਏ। 3 ਵਰਡ ਕਿਵੇਂ ਹੋ ਗਏ? ਲੈ, ਇਹ ਤਾਂ ਇੱਕੋ ਵਰਡ ਹੈ, ਇੱਕੋ। ਨਹੀਂ ਨਹੀਂ, ਇਹ ਇੱਕ ਫਰੇਜ਼ ਆ, ਤੁਸੀਂ ਵਰਡਸ ਕਹਿ ਸੀ, 3 ਹੋ ਗਏ। ਨਹੀਂ ਨਹੀਂ, 3 ਵਰਡ ਅਲੱਗ-ਅਲੱਗ, ਤੁਸੀਂ ਤਾਂ ਅੱਛਾ ਇਕੱਠੇ ਹੀ ਜੋੜਤੇ, ਉਹਨਾਂ ਨੂੰ ਅਲੱਗ-ਅਲੱਗ ਕਰਤਾ। ਓਕੇ, ਮੈਨੂੰ ਲੱਗਾ ਸੀ ਵੀ ਤੁਸੀਂ ਕਿਹਾ ਵੀ 3 ਇਕੱਠੇ ਵਰਡਸ ਜਿਹੜੇ ਤੁਸੀਂ ਬਹੁਤ ਜ਼ਿਆਦਾ ਬੋਲਦੇ ਆ। ਓਕੇ ਠੀਕ ਆ, ਇਸ ਤੋਂ ਇਲਾਵਾ ਇਹ ਤਾਂ ਉਹ ਕੰਮ ਹੋ ਗਿਆ, ਮੇਰੀ ਬਿੱਲੀ ਮੈਨੂੰ ਮਿਆਉ। ਨਾ ਜੀ ਨਾ, ਆਪਾਂ ਕਿਸ, ਨਹੀਂ ਨਹੀਂ, ਮਿਆਉ ਨਹੀਂ, ਬਈ ਯਾਰ ਏਦਾਂ ਹੀ ਆ ਵੀ ਮੈਨੂੰ ਲੱਗਾ ਸੀ ਤੁਸੀਂ 3 ਵਰਡਸ ਕਹੇ ਆ, ਪਰ ਹਾਂ ਨੈਕਸਟ ਮਤਲਬ ਕਿ 3 ਜਿਵੇਂ ਕੋਈ ਹਾਂ ਤੱਕੀਆ ਕਲਾਮ ਹੁੰਦਾ, ਇਹ ਤੁਸੀਂ ਬੋਲਦੇ ਹੋ ਤੱਕੀਆ ਕਲਾਮ ਹੋ ਗਿਆ। ਨੈਕਸਟ ਵੀ ਹੁੰਦਾ ਜਿਵੇਂ ਹੋਰ ਗੱਲ ਹੁੰਦੀ ਓਕੇ, ਹੈ ਤਕੀਆ ਕਲਾਮ ਹਨਾ, ਏਦਾਂ ਦਾ ਜਾਂ ਕੋਈ ਹੈ ਨਹੀਂ ਯਾਰ। ਮੈਂ ਮਾਝੇ ਨੂੰ ਬਿਲੋਂਗ ਕਰਦੀ ਹਾਂ ਹਨਾ, ਮੈਂ ਅੰਮ੍ਰਿਤਸਰ ਤੋਂ ਹਾਂ, ਸੋ ਉਹ ਥੋੜ੍ਹੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਸਲੈਂਗ ਹੁੰਦੇ ਆ ਨਾ, ਉਹ ਤਾਂ ਸਾਰੇ ਹੀ ਬੋਲਦੇ ਆ, ਪਰ ਹਾਂ ਜ਼ਿਆਦਾ ਏਦਾਂ ਕੋਈ ਹੈ ਨਹੀਂ ਵੀ ਜਿਹੜਾ ਮੈਂ ਘਸਾਇਆ ਹੋਵੇ ਬੋਲ ਬੋਲ ਕੇ, ਹਨਾ ਵੀ ਮੈਂ ਆਹੀ ਓਕੇ ਬੋਲਦੀ ਹਾਂ।
ਉਹ ਕੋਈ ਪਾਰਟਿਕੂਲਰਲੀ ਕੁਝ ਇੰਗਲਿਸ਼ ਹੈਗਾ ਵਰਡ ਜਿਹੜਾ ਇੰਗਲਿਸ਼ ਹੋਵੇ, ਕੋਈ ਜ਼ਰੂਰੀ ਨਹੀਂ ਪੰਜਾਬੀ। ਇੰਗਲਿਸ਼ ਡੈਮ, ਜਿੱਦਾਂ ਕੁਝ ਕੁਝ ਖਰਾਬ ਹੋ ਜੇ ਮੇਰੇ ਤੋਂ, ਜਾਂ ਮੈਂ ਲੇਟ ਹੋ ਜਾ ਜਾਂ ਕੁਝ, ਲਾਈਕ ਓ ਡੈਮ। ਐਂਡ ਓਕੇ 2 ਹੋ ਗਏ ਹਨਾ, ਇੱਕ ਰਹਿ ਗਿਆ। ਜੀ, ਇੱਕ ਰਹਿ ਗਿਆ। ਛੱਡਣਾ ਨਹੀਂ ਅਸੀਂ, ਤਦ ਤੱਕ 3 ਨਹੀਂ ਹੁੰਦੇ। ਹਾਂ, ਉਹ ਫਿਰ ਜੇ ਮੇਰਾ ਕੋਈ ਬਾਹਲਾ ਸਿਰ ਖਾਣ ਦਿਆ ਹੋਵੇ, ਫਿਰ ਆਮ ਲਾਈਕ ਉਹ ਰਹਿਣ ਦੇ, ਤੂੰ ਰਹਿਣ ਦੇ, ਦੈਟਸ ਇਟ। ਓਕੇ, ਇਹ ਮੇਰੇ ਲਈ ਬੋਲਿਆ ਸੀ ਤੁਸੀਂ? You will take me negative. No. ਨਹੀਂ, ਤੁਸੀਂ ਬੋਲ ਰਹੇ ਸੀ ਨਾ, ਉਹ ਰਹਿਣ ਦੇ, ਰਹਿਣ ਦੇ। ਜ਼ਿਆਦਾ ਮੈਂ ਜ਼ਿਆਦਾ ਉਹ ਬੋਲ ਰਿਹਾ ਸੀ ਮਤਲਬ ਤਾਂ ਆਲਰੇਡੀ। ਤੁਸੀਂ ਮੈਨੂੰ ਕਿਹਾ ਵੀ ਕਿਹੜਾ ਜ਼ਿਆਦਾ ਬੋਲਦੀ ਆ, ਐਂਡ these 3 ਤੇਰਾ ਭਲਾ ਹੋ ਨਾਲੇ ਜੇ, ਤੁਸੀਂ ਡੈਮ ਤੁਸੀਂ ਇਟ। ਇਹ ਵੀ ਕਿਹਾ ਨਾ, ਜਿਹੜਾ ਜ਼ਿਆਦਾ ਬੋਲਦਾ ਹੈ, ਫਿਰ ਮੈਂ ਉਹਨੂੰ ਕਹਿੰਦੀ ਉਹ ਰਹਿਣ ਦੇ। ਪਤਾ ਨਹੀਂ ਹਜੇ ਕਿਹਾ ਨਹੀਂ ਮੈਂ, ਆਲ ਗੁੱਡ, ਜੀ ਜੀ। ਕਿਉਂਕਿ ਤੁਹਾਡੇ ਤੋਂ ਜ਼ਿਆਦਾ ਇਸ time ਮੈਂ ਬੋਲ ਰਹੀ ਹਾਂ। ਓਕੇ ਜੀ, ਨੈਕਸਟ ਹੈਗਾ ਤੁਹਾਡੀ ਫੇਵਰਟ ਬੋਲੀਆਂ। ਬੋਲੀ ਆ? ਹੈਗੀ ਕੋਈ ਬੋਲੀ ਹਾਂ, ਫੇਵਰਟ? ਬੋਲੀ ਬੋਲੀ ਕਹਿ ਸਕਦੇ ਹੋ। ਫੇਵਰੇਟਿਜ਼ਮ ਨਹੀਂ ਹੈਗਾ ਮੇਰਾ ਬੋਲੀਆਂ ਨੂੰ ਲੈ ਕੇ, ਪਰ ਹਾਂਜੀ ਸੁਣਾ ਦਿਓ, ਠੀਕ ਹੈ। ਕੋਈ ਗੱਲ ਨਹੀਂ, ਸੁਣ ਲਾਂਗੇ ਅਸੀਂ। ਬੋਲੀ ਇਹ ਬੜੀ ਮਾੜੀ ਗੱਲ, ਜਦੋਂ ਉਦਾਂ ਉਦਾਂ ਬਹੁਤ ਆਉਂਦੀਆਂ ਹੁੰਦੀਆਂ ਹਨਾ, ਜਦੋਂ ਕੋਈ ਬੰਦਾ ਕਹਿੰਦਾ ਨਾ ਵੀ ਬੋਲੀ ਪਾਓ, ਫਿਰ ਕੁਛ ਨਹੀਂ ਸੋਚਦਾ। ਪਰ ਹਾਂ, ਤੁਸੀਂ ਕਰੋ, ਮੈਨੂੰ ਯਾਦ ਕੋਈ ਕਰੋ, ਤੁਹਾਨੂੰ ਕੁਛ, ਟਾਈਮ ਦੇ ਰਹੇ ਹਾਂ ਅਸੀਂ। ਨਹੀਂ ਨਹੀਂ, ਯਾਦ ਦੀ ਨਹੀਂ ਗੱਲ ਹੈ। ਹੁਣੇ ਤੁਸੀਂ ਕੋਈ ਬੋਲੋਗੇ ਨਾ, ਆ ਫਲਾਣੀ ਤੇ ਪਾ ਦੇ, ਵੀ ਕੋਈ ਵਰਡ ਦੇ ਦੋ ਜਾਂ ਕੁਛ ਵੀ, ਆਏ ਆਉਂਦੀ ਆ, ਪਰ ਚੂਜ਼ ਕਰਨਾ ਬੜਾ ਕੋਈ ਵੀ ਔਖਾ ਪਾ ਲੱਗਦਾ। ਦਿਓ, ਨਿਊ ਈਅਰ ਆ ਰਿਹਾ, ਲੋਹੜੀ ਆ ਰਹੀ ਹੈ, ਲੋਹੜੀ ਤੇ ਪਾ ਦਿਓ। ਲੋਹੜੀ ਤੇ ਪੱਗ, ਪੱਗ ਤੇ ਪਾ ਓਕੇ, ਦਿਓ, ਸਰਦਾਰੀ ਤੇ ਇੱਕ ਪਾ ਦਿਓ। ਲੋਹੜੀ, ਓਕੇ ਲੋਹੜੀ ਤੇ ਪੱਗ ਸਰਦਾਰੀ, ਓਕੇ ਲੋਹੜੀ ਤੇ ਹੀ ਪਾ ਦਿੰਨੀ ਆ ਮੈਂ। ਇੱਕ ਭਾਬੀ ਦਿਓਰ ਦੀ ਬੋਲੀ ਆ ਹਨਾ, ਉਹ ਲੋਹੜੀ ਦੇ ਤਿਉਹਾਰ ਤੇ ਪੈਂਦੀ ਆ, ਉਹ ਪਾਉਂਦੀ ਆ। ਓਕੇ ਜੀ, ਓਕੇ, ਰੈਡੀ? ਦਿਓਰ ਵੱਲੋਂ ਆ ਨਾ ਭਾਬੀ ਲਈ। ਓਕੇ। ਸਿਰ ਤੇ ਧਰੀ ਪਰਾਤ ਭਾਬੀਏ, ਕੀ ਆਈਆਂ ਵਰਤਾ ਕੇ ਨੀ, ਕੀ ਹੋਇਆ ਜੇ ਕੱਲੀ ਮਸ਼ਕਰੀ, ਕੀ ਹੋਇਆ ਜੇ ਕੱਲੀ ਮਸ਼ਕਰੀ, ਬਹਿ ਗਈ ਮੂੰਹ ਲਮਕਾ ਕੇ ਨੀ ਭਾਬੀ ਦਿਓਰ ਦੀਆਂ, ਵੇਖ ਰਿਓੜੀਆਂ ਖਾ ਕੇ ਨੀ ਭਾਬੀ ਦਿਓਰ ਦੀਆਂ, ਵੇਖ ਰਿਓੜੀਆਂ ਖਾ ਕੇ ਨੀ ਭਾਬੀ ਦਿਓਰ ਦੀਆਂ। ਜੀ, ਵੈਰੀ ਗੁੱਡ, ਸੋ ਸਵੀਟ। ਓਕੇ ਥੈਂਕ ਯੂ। ਜੀ, ਇਹ ਹੋ ਗਿਆ ਸੀ ਸਾਡਾ ਰੈਪਿਡ ਫਾਇਰ। ਸੋ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ, ਸਾਡੇ ਬਹੁਤ ਸਾਰੇ ਕਮੈਂਟਸ ਵੀ ਆ ਰਹੇ ਸੀਗੇ, ਤੇ ਸਾਡੇ ਲਈ ਬਹੁਤ ਜ਼ਰੂਰੀ ਵੀ ਹੈ ਗੱਲ ਕਰਨੀ। ਕਿਸਾਨੀ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸਾਡੇ ਕਿਸਾਨ ਵੀਰ, ਜਿਹੜੇ ਸੜਕਾਂ ਤੇ ਬੈਠੇ ਹੋਏ ਨੇ, ਆਪਣਾ ਹੱਕ ਲੈਣ ਲਈ ਉਤਰੇ ਹੋਏ ਨੇ ਜੀ। ਪੰਜਾਬ 'ਚ ਨਹੀਂ, ਪੂਰੇ ਇੰਡੀਆ 'ਚ ਹੀ, ਮਤਲਬ ਪੂਰੇ ਇੰਡੀਆ ਦੇ ਜਿੰਨੇ ਵੀ ਕਿਸਾਨ ਨੇ, ਪੰਜਾਬੀ ਨੇ, ਉਹ ਅੱਜ ਗੌਰਮੈਂਟ ਦੇ ਸਾਹਮਣੇ ਬੈਠੇ ਨੇ ਤੇ ਆਪਣਾ ਹੱਕ ਮੰਗ ਰਹੇ ਨੇ। ਬਟ ਗੌਰਮੈਂਟ ਹੈ ਕਿ ਆਪਣੀ ਗੱਲ ਤੇ ਅੜੀ ਹੋਈ ਹੈ, ਕੋਈ ਵੀ ਰਿਪਲਾਈ ਨਹੀਂ ਆ ਰਿਹਾ, ਜਾਂ ਫਿਰ ਕੋਈ ਵੀ ਉਹਦਾ ਜਵਾਬ ਨਹੀਂ ਆ ਰਿਹਾ ਕਿਸਾਨਾਂ ਨੂੰ। ਸੋ ਮੈਂ ਪੁੱਛਣਾ ਚਾਹਾਂਗਾ ਕਿ ਇੰਡੀਆ 'ਚ ਤਾਂ ਇਹ ਪ੍ਰੋਟੈਸਟ ਚੱਲ ਰਿਹਾ, ਦਿੱਲੀ ਸਿੰਧ ਬਾਰਡਰ ਤੇ, ਜਾਂ ਕਿੰਨੇ ਵੀ ਬਾਰਡਰ ਨੇ ਉਹ ਸਾਰੇ ਬਲੌਕ ਕਰ ਦਿੱਤੇ ਗਏ ਨੇ, ਜਾਂ ਫਿਰ ਕਿਸਾਨਾਂ ਵੱਲੋਂ ਜਿੰਨਾ ਵੀ ਹੋ ਰਿਹਾ, ਪੰਜਾਬ ਵੱਲੋਂ, ਪੂਰੇ ਪੰਜਾਬੀਆਂ ਵੱਲੋਂ ਰੋਸ ਪ੍ਰਦਰਸ਼ਨ ਹੋ ਰਿਹਾ। ਤੇ ਕੈਨੇਡਾ ਦੀ ਗੱਲ ਕਰਾਂਗਾ ਮੈਂ ਜ਼ਰੂਰ, ਕਿ ਕੈਨੇਡਾ 'ਚ ਪੰਜਾਬੀ ਕਿਸ ਤਰ੍ਹਾਂ ਇਹਨੂੰ ਪ੍ਰੋਟੈਸਟ ਨੂੰ ਦੇਖ ਰਹੇ ਨੇ, ਤੇ ਕਿੱਦਾਂ ਇਹਦਾ ਸਹਿਯੋਗ ਦੇ ਰਹੇ ਨੇ, ਜਾਂ ਕਿੱਦਾਂ ਇਸ ਪ੍ਰੋਟੈਸਟ 'ਚ ਪਾਰਟ ਲੈ ਰਹੇ ਨੇ। ਤਾਂ ਜ਼ਰੂਰ ਜਾਣਨਾ ਚਾਹੂੰਗਾ ਮੈਂ, ਤੁਹਾਡਾ ਮੈਸੇਜ ਕੀ ਹੈ, ਜਾਂ ਕਿਵੇਂ ਸਪੋਰਟ ਕਰ ਰਹੇ ਹੋ ਤੁਸੀਂ ਕੈਨੇਡਾ 'ਚ ਰਹਿ ਕੇ ਪੰਜਾਬੀ ਸਾਰੇ? ਓਕੇ, ਕੈਨੇਡਾ ਦੇ ਡਿਫਰੈਂਟ ਪਾਰਟਸ ਦੇ ਵਿੱਚ ਫਸਟ ਆਫ ਆਲ ਬਹੁਤ ਗਲਤ ਹੋ ਰਿਹਾ ਹੈ ਜੋ ਵੀ ਹੋ ਰਿਹਾ ਵਾ। ਇੰਨਾ ਟਾਈਮ ਜੇ ਆਪਾਂ ਨੂੰ ਲਾਅ ਬਣਾਉਣ 'ਚ ਨਹੀਂ ਲੱਗਾ, ਫਿਰ ਓਬਵੀਅਸਲੀ ਉਹਨੂੰ ਜੇ ਕਜ਼ ਉਦੋਂ ਤਾਂ ਕੋਈ ਕਿਸੇ ਦੀ ਲਾਈਫ ਸਟੇਕ ਤੇ ਨਹੀਂ ਸੀਗੀ ਹਨਾ, ਕੋਈ ਜੀ ਉੱਥੇ ਧਰਨੇ ਤੇ ਨਹੀਂ ਬੈਠਾ ਹੋਇਆ ਸੀ, ਕੋਈ ਭੁੱਖਾ ਨਹੀਂ ਸੀਗਾ, ਕੋਈ ਠੰਡ 'ਚ ਸਫਰ ਨਹੀਂ ਕਰ ਰਿਹਾ ਸੀਗਾ। ਬਟ ਸਟਿਲ ਤੁਸੀਂ ਜੇ ਓਵਰਨਾਈਟ ਬਹਿ ਕੇ ਹਨਾ, ਤੁਸੀਂ ਕੁਛ ਲਾਅ ਪਾਸ ਕਰ ਰਹੇ ਆ, ਹੁਣ ਤਾਂ ਕਿਸੇ ਦੀ ਲਾਈਫ ਸਟੇਕ ਤੇ ਆ, ਠੀਕ ਆ। ਲੋਕੀ ਉੱਥੇ ਸਾਡੇ ਬਜ਼ੁਰਗ ਆ, ਬੱਚੇ ਆ, ਠੰਡ 'ਚ ਬੈਠੇ ਹੋਏ ਆ। ਜੇ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਦਿਖ ਰਹੀਆਂ, ਐਂਡ ਦੇ ਆਰ ਡਿਲੇਇੰਗ ਇਟ ਐਵਰੀ, ਮਤਲਬ ਫਾਲਤੂ 'ਚ ਡਿਲੇ ਕਰ ਰਹੇ ਆ ਹਨਾ, ਕੋਈ ਉਹਦਾ ਮਤਲਬ ਨਹੀਂ ਬਣਦਾ ਇੰਨਾ ਟਾਈਮ ਲਾਉਣ ਦਾ ਉਸ ਚੀਜ਼ ਨੂੰ।
ਵੀ ਜਿਨ੍ਹਾਂ ਲਈ ਤੁਸੀਂ ਉਹ ਲਾਅ ਪਾਸ ਕੀਤੇ ਆ, ਜੇ ਉਹ ਹੀ ਨਹੀਂ ਹੈਪੀ ਹੈਗੇ ਉਹਨਾਂ ਤੋਂ, ਜੇ ਉਹ ਹੀ ਨਹੀਂ ਉਹਨੂੰ ਅਸੈਪਟ ਕਰਨ ਨੂੰ ਰਾਜ਼ੀ ਹੈਗੇ, ਦੈਨ ਤੁਹਾਡਾ ਕੀ ਫਾਇਦਾ ਆ, ਰਾਈਟ? ਜੀ ਸਪੈਸ਼ਲੀ ਜੇ ਤੁਸੀਂ ਉਹ ਸਿਸਟਮ ਲਾਂਚ ਕਰ ਰਹੇ ਹੋ ਜਿਹੜਾ ਆਲਰੇਡੀ ਨਾਰਥ ਅਮਰੀਕਾ 'ਚ ਫੇਲ ਹੋ ਚੁੱਕਾ ਆ, ਠੀਕ ਹੈ? ਜੇ ਯੂਨਾਈਟਿਡ ਸਟੇਟਸ ਇੱਕ ਪਾਵਰਫੁਲ ਕੰਟਰੀ ਆ, ਰਾਈਟ? ਜੇ ਉਹ ਨਹੀਂ ਇਸ ਚੀਜ਼ ਨਾਲ ਸਰਵਾਈਵ ਕਰ ਪਾਏ, ਜੇ ਉਹਨਾਂ ਦੀ ਇਕੋਨਮੀ ਇੰਨੀ ਬੈਡਲੀ ਸਫਰ ਹੋਈ ਆ, ਤਾਂ ਲਾਈਕ ਇੱਕ ਆਲਰੇਡੀ ਜਿਹੜੀ ਇੰਨੀ ਬੈਡ ਇਕੋਨਮੀ ਆਪਣੀ ਇੰਡੀਆ ਦੀ ਚੱਲ ਰਹੀ ਆ, ਤੁਸੀਂ ਜੀ ਕਿਵੇਂ ਐਕਸਪੈਕਟ ਕਰ ਰਹੇ ਹੋ ਵੀ ਉਹ ਸਿਸਟਮ ਉੱਥੇ ਸਕਸੈਸਫੁਲ ਹੋ ਜਾਊਗਾ, ਰਾਈਟ? ਐਂਡ ਜੀ ਉਹ ਚੀਜ਼ ਜੇ ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ, ਦੇ ਨੋ ਇਟ ਵੈਰੀ ਵੈਲ। ਜੀ ਉਹਨਾਂ ਕੋਲ ਐਵਰੀ ਡੇ ਕਿੰਨੇ ਇਕੋਨੋਮਿਸਟ ਬੈਠੇ ਆ ਉਹਨਾਂ ਦੇ ਮੂਹਰੇ, ਹਨਾ, ਉਹਨਾਂ ਨੂੰ ਸੁਜੈਸ਼ਨਸ ਦੇਣ ਵਾਲੇ, ਤੇ ਦੇ ਨੋ ਐਵਰੀਥਿੰਗ, ਉਹਨਾਂ ਨੂੰ ਪਤਾ ਆ। ਉਹ ਸੋਚ ਸਮਝ ਕੇ ਉਹ ਚੀਜ਼ ਜਦੋਂ ਕਾਰਪੋਰੇਟਸ ਦੇ ਫੇਵਰ 'ਚ ਜਾ ਕੇ ਉਹ ਕਰ ਰਹੇ ਆ, ਸੋ ਇਟਸ ਸਮਝ ਤੋਂ ਹੀ ਬਾਹਰ ਆ। ਐਂਡ ਇਹ ਚੀਜ਼ ਕੈਨੇਡਾ 'ਚ, ਜਾਂ ਕਹਿ ਲਓ ਕੈਨੇਡਾ, ਅਮਰੀਕਾ, ਆਪਣਾ ਆਸਟ੍ਰੇਲੀਆ ਐਂਡ ਜੀ ਨਿਊਜ਼ੀਲੈਂਡ, ਹਨਾ, ਜਿਹੜੇ ਕੰਟਰੀਜ਼ 'ਚ ਵੀ ਆਪਣੇ ਨੋਨ ਰਹਿੰਦੇ ਆ, ਆਪਣੀ ਕਮਿਊਨਿਟੀ ਰਹਿੰਦੀ ਆ, ਤੇ ਮੇਰੇ ਜਿੱਦਾਂ ਜਿੱਥੇ ਜਿੱਥੇ ਵੀ ਹੈਗੇ ਨੇ ਫਰੈਂਡਸ ਜਿਨ੍ਹਾਂ ਨਾਲ ਗੱਲ ਹੁੰਦੀ ਆ, ਐਵਰੀਬਡੀ ਟੈਲਸ ਮੀ ਦ ਸੇਮ ਥਿੰਗ, ਹੈ ਨਾ? ਲੋਕੀ ਬਹੁਤ ਕਲਪੇ ਹੋਏ ਆ, ਬਹੁਤ ਜ਼ਿਆਦਾ। ਆਲਦੋ ਅਸੀਂ ਉੱਥੇ ਜਾ ਨਹੀਂ ਰਹੇ, ਹਨਾ, ਅਸੀਂ ਜਾ ਨਹੀਂ ਸਕਦੇ ਬਿਕਾਜ਼ ਆਫ ਜੀ ਲੋਕਡਾਊਨਸ ਹੋਏ ਆ, ਫਲਾਈਟਸ ਦਾ ਪ੍ਰੋਬਲਮ ਆ ਰਹੀ ਆ, ਬਟ ਸਟਿਲ ਇੱਥੇ ਜਿੰਨਾ ਵੀ ਕੋਈ ਕਰ ਸਕਦਾ। ਅਸੀਂ ਹੁਣ ਇੱਥੇ ਰੀਸੈਂਟਲੀ ਜਿੰਨੇ ਐਡਮਿੰਟਨ 'ਚ ਤੁਸੀਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਨਾ, ਲਾਈਕ ਮੋਰ ਦੈਨ ਜੀ 10,000 ਵਹੀਕਲ ਸੀਗੀਆਂ, ਹਨਾ, ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀਗਾ ਸਰੀ 'ਚ। ਬਹੁਤ ਐਵਰੀ ਵੀਕਐਂਡ ਦੇ ਪ੍ਰੋਟੈਸਟ, ਐਵਰੀ ਵੀਕਐਂਡ, ਮਤਲਬ ਬਹੁਤ ਔਖਾ ਆ ਕਿ ਕੈਨੇਡਾ 'ਚ। ਇੱਕ ਤਾਂ ਠੰਡ ਬਹੁਤ ਪੈ ਰਹੀ ਆ, ਹਨਾ, ਦੂਜਾ ਜੀ ਟਾਈਮ ਕੱਢਣਾ ਬਹੁਤ ਹਾਰਡ ਆ, ਬਟ ਸਟਿਲ ਜਿੰਨਾ ਵੀ ਉਹ ਕਰ ਸਕਦੇ ਆ, ਜਿੰਨਾ ਵੀ ਕਰ ਸਕਦੇ ਆ ਸਟੂਡੈਂਟਸ ਜਾਂ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇ ਪੁਰਾਣੇ, ਹਨਾ, ਦੇ ਟੇਕ ਦੇਅਰ ਟਾਈਮ ਐਂਡ ਦੈਨ ਉਹ ਪ੍ਰੋਟੈਸਟ ਕਰ ਰਹੇ ਆ ਆਪਣੇ ਲੈਵਲ ਤੇ। ਐਂਡ ਕੈਨੇਡੀਅਨ ਗਵਰਨਮੈਂਟ, ਕੈਨੇਡੀਅਨ ਪ੍ਰਾਈਮ ਮਿਨਿਸਟਰ ਈਵਨ ਇਹ ਸਾਰੇ ਪ੍ਰੋਟੈਸਟ ਕਰਕੇ ਉਹਨਾਂ ਨੇ ਵੀ ਤੁਸੀਂ ਉਹਨਾਂ ਦੀਆਂ ਵੀ ਵੀਡੀਓਜ਼ ਦੇਖੀਆਂ ਹੋਣਗੀਆਂ, ਉਹਨਾਂ ਨੇ ਜੀ ਆਪਣੇ ਲੈਵਲ ਸਪੋਰਟ ਤੇ, ਕਰ ਰਹੇ ਨੇ। ਹਨਾ, ਸਪੋਰਟ ਕੀਤਾ ਆ। ਈਵਨ ਪਾਰਲੀਮੈਂਟ 'ਚ, ਕੈਨੇਡੀਅਨ ਪਾਰਲੀਮੈਂਟ 'ਚ ਜਿਹੜੇ ਸਾਡੇ ਪੰਜਾਬੀ ਕਮਿਊਨਿਟੀ ਦੇ ਐਮਪੀਜ਼ ਹੈਗੇ ਨੇ, ਉਹ ਆਪਣੀ ਵੋਇਸ ਰੇਜ਼ ਕਰ ਰਹੇ ਆ, ਹਨਾ। ਸੋ ਇੱਥੋਂ ਸਾਡੇ ਐਡਮਿੰਟਨ ਤੋਂ ਟਿਮ ਓਪਲ ਨੇ, ਉਹਨਾਂ ਨੇ ਵੀ ਜਿਵੇਂ ਸਾਨੂੰ ਹੁਣ ਉਹਨਾਂ ਹੀ ਸੈਂਡਸ ਕ੍ਰਿਸਮਸ ਕਾਰਡਸ ਟੂ ਐਵਰੀ ਹਾਊਸ ਹੋਲਡ, ਠੀਕ ਹੈ? ਉਹਨਾਂ ਨੇ ਭੇਜੇ ਆਪਣੇ ਜਿਹੜੇ ਕ੍ਰਿਸਮਸ ਕਾਰਡ ਐਵਰੀ ਈਅਰ ਭੇਜਦੇ ਆ। ਓਕੇ ਐਂਡ ਦਿਸ ਈਅਰ ਉਹਨਾਂ ਨੇ ਪ੍ਰੋਪਰ ਲਾਈਕ ਇਨਕਰੇਜ ਕੀਤਾ ਆ ਥਰੂ ਦੋਜ਼ ਗ੍ਰੀਟਿੰਗਸ, ਹਨਾ, ਵੀ ਤੁਸੀਂ ਵੀ ਆਰ ਵਿਦ ਫਾਰਮਰਸ ਐਂਡ ਤੁਸੀਂ ਓਕੇ ਸਾਰੇ ਲਾਈਕ ਸਪੋਰਟ ਤੁਸੀਂ ਕਰੋ। ਵੀ ਕੱਲਾ ਕੱਲਾ, ਹਾਂ, ਸਪੋਰਟ ਕਰੋ। ਐਂਡ ਉਹ ਸਿਰਫ ਪੰਜਾਬੀ ਕਮਿਊਨਿਟੀ ਨੂੰ ਨਹੀਂ ਗ੍ਰੀਟਿੰਗਸ ਭੇਜਦੇ, ਹਨਾ, ਉਹ ਸਾਰੇ ਜੇਕਰ ਜਿਹੜਾ ਵੀ ਏਰੀਆ ਉਹਨਾਂ ਦੇ ਅੰਡਰ ਆਉਂਦਾ ਆ, ਹਨਾ, ਸਾਰਿਆਂ ਨੂੰ ਉਹਨਾਂ ਨੇ ਜੀ ਭੇਜਿਆ, ਜਿਹਦੇ 'ਚ ਹਰ ਕਮਿਊਨਿਟੀ ਦੇ ਲੋਕ ਰਹਿੰਦੇ ਆ। ਸੋ ਓਬਵੀਅਸਲੀ ਉਹ ਇੱਕ ਵਰਡ ਸਪਰੈਡ ਕਰ ਰਿਹਾ ਐਂਡ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਕਿ ਉਹ ਗ੍ਰੀਟਿੰਗਸ ਦੇ ਥਰੂ ਵੀ, ਹਾਂ, ਵਟਸ ਗੋਇੰਗ ਔਨ, ਐਂਡ ਉਹ ਸਾਰੇ ਇਕੱਠੇ ਆ ਕੇ ਪਾਰਟਿਸਿਪੇਟ ਕਰ ਰਹੇ ਆ। ਜੀ ਗੱਲ ਇੱਥੇ ਲੋ ਦੀ ਨਹੀਂ ਆ ਰਹੀ, ਗੱਲ ਇੱਥੇ ਹੁਣ ਈਗੋ ਦੀ ਆ ਚੁੱਕੀ ਹੈ। ਗੌਰਮੈਂਟ ਆਪਣੀ ਈਗੋ ਤੋਂ ਪਿੱਛੇ ਨਹੀਂ ਜਾਣਾ ਚਾਹੁੰਦੀ ਤੇ ਲੋ ਕੈਂਸਲ ਨਹੀਂ ਕਰਨਾ ਚਾਹੁੰਦੀ। ਸੋ ਜਿੱਥੇ ਤੱਕ ਅਸੀਂ ਦੇਖ ਰਹੇ ਹਾਂ ਕਿ ਹਾਲਾਤ ਵਿਗੜਦੇ ਜਾ ਰਹੇ ਨੇ ਦਿਨ ਬ ਦਿਨ, ਤਾਂ ਤੁਹਾਨੂੰ ਕੀ ਲੱਗਦਾ? ਉਹ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਨੇ ਪੜ੍ਹੇ ਲਿਖੇ ਨਹੀਂ ਨੇ, ਇਹਨਾਂ ਨੂੰ ਨਹੀਂ ਸਮਝ ਲੋ ਦੀ, ਤੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਲੋ ਕੀ ਹੈ, ਲੋ 'ਚ ਉਹਨਾਂ ਦੇ ਫਾਇਦੇ ਕੀ ਨੇ, ਨੁਕਸਾਨ ਕੀ। ਤੁਹਾਨੂੰ ਕੀ ਲੱਗਦਾ ਕਿਸਾਨ ਅਨਪੜ੍ਹ ਨੇ? ਤੁਹਾਡੀ ਦੀ ਕੀ ਰਾਏ ਹੈ? ਮੇਰੀ ਫੈਮਿਲੀ ਬੈਕਗਰਾਉਂਡ ਫਾਰਮਿੰਗ ਜੀ ਹੈਗੀ ਆ ਨਾ, ਵੀ ਮੇਰੇ ਮੇਰੇ ਦਾਦਾ ਜੀ, ਮੇਰੇ ਪਾਪਾ ਸਾਰੇ ਵਾਹੀ ਕਰਦੇ, ਖੇਤੀ ਕਰਦੇ ਸੀਗੇ, ਤੇ ਮੈਂ ਆਪਣੇ ਘਰ 'ਚ ਕੋਈ ਅਨਪੜ੍ਹ ਨਹੀਂ ਕਹੂੰਗੀ, ਹਨਾ, ਤੇ ਸਮੇਂ ਦੀ ਮੰਗ ਦੇ ਹਿਸਾਬ ਨਾਲ ਉਹ ਹਰ ਕਮਿਊਨਿਟੀ 'ਚ ਚੇਂਜਿਸ ਆਏ ਆ, ਠੀਕ ਹੈ? ਹੁਣ ਆਪਾਂ ਅੱਜ ਕੈਨੇਡਾ ਬੈਠੇ ਆ, ਪੜ੍ਹੇ ਨਾ ਹੁੰਦੇ ਕਿੱਥੋਂ ਆਉਣਾ ਸੀ, ਜੀ ਠੀਕ ਹੈ? ਜੇ ਮੈਂ ਇਕੱਲੀ ਨਹੀਂ ਕਹਿ ਰਹੀ, ਅੱਧੇ ਤੋਂ ਜ਼ਿਆਦਾ ਪੰਜਾਬ ਦੀਆਂ ਫੈਮਿਲੀਜ਼ ਕੈਨੇਡਾ ਬੈਠਾ ਜੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੇ, ਸਾਰੇ ਠੀਕ ਵਰਲਡ ਹੈ? 'ਚ। ਦੇ ਆਰ ਐਜੂਕੇਟਿਡ all over the world, right?
ਉਹ ਤੇ ਪਲੱਸ ਉਹ ਜਿਹੜੇ ਉੱਥੇ ਵੀ ਨੇ ਰਾਈਟ, ਉਹ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਡਾਕਟਰਸ, ਬੱਚੇ ਉਹਨਾਂ ਦੇ ਡਾਕਟਰਸ ਨੇ ਹਨਾ, ਸਾਰੇ ਬੈਠੇ ਨੇ ਇੰਜੀਨੀਅਰਸ ਜੀ। ਨੇ, ਜਾਂ ਐਂਡ ਮੇਰੀ ਕਲਾਸ ਚ ਵੀ ਵਰ 30 ਪੀਪਲ ਐਂਡ I would say 80% ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਫਾਰਮਰਸ ਸੀਗੇ, ਠੀਕ ਹੈ। ਸੋ ਸਾਰੇ ਵੈਲ ਐਜੂਕੇਟਿਡ ਫੈਮਿਲੀ ਸੀਗੀਆਂ। ਸੋ ਮਤਲਬ ਮੈਂ ਪਿੰਡ ਤੋਂ ਆ, ਮੈਂ ਇਹ ਵੀ ਨਹੀਂ ਕਹਿਣ ਦੀ ਵੀ ਮੈਂ ਬੜੀ ਅਰਬਨ ਏਰੀਆ ਨੂੰ ਬਿਲੋਂਗ ਕਰਦੀ ਹਾਂ, ਮੈਂ ਪਿੰਡ ਦੀ ਆ। ਸਾਡੇ ਪਿੰਡ 'ਚ ਵੀ ਮੈਨੂੰ ਪਤਾ ਹਰ ਘਰ 'ਚ ਐਜੂਕੇਸ਼ਨ ਲਿਟਰੇਸੀ ਹੈਗੀ ਆ, ਤੇ ਜਿਹੜੀ ਐਕਸੈਪਸ਼ਨ ਹੈਗੀ ਆ ਉਹ ਬੰਦਾ ਆਪ ਨਹੀਂ ਪੜ੍ਹਿਆ ਹੋਊਗਾ, ਉਹਦਾ ਦਿਲ ਨਹੀਂ ਕੀਤਾ ਹੋਊਗਾ ਜਾਂ ਕੁਛ, ਜਾਂ ਮੇ ਬੀ ਬਿਕਾਜ਼ ਆਫ ਫਾਈਨੈਂਸ਼ੀਅਲ ਰੀਜ਼ਨਸ ਜਾਂ ਕਹਿ ਲਓ ਕੁਛ, ਹਨਾ। ਪਰ ਇਲਿਟਰੇਸੀ ਦਾ ਮੇਨ ਉਹਨੂੰ ਫਾਰਮਿੰਗ ਨਾਲ ਜੋੜਨਾ, ਵੀ ਜਿਹੜੇ ਫਾਰਮਰ ਜਾਂ ਉਹ ਇਲਿਟਰੇਟ ਹੁੰਦੇ ਆ, ਉਹ ਬੜਾ ਗਲਤ ਆ, ਹਨਾ। ਇਲਿਟਰੇਟ ਇਜ਼ ਜੀ ਇਲਿਟਰੇਟ, ਠੀਕ ਹੈ, ਡਿਸਪਾਈਟ ਆਫ ਬੀਇੰਗ ਕਿ ਉਹ ਫਾਰਮਰ ਆ, ਉਹ ਕੀ ਆ, ਪ੍ਰੋਫੈਸ਼ਨ ਨੂੰ ਇਲਿਟਰੇਸੀ ਨਾਲ ਜੋੜਨਾ, ਦੈਟਸ ਟੋਟਲੀ ਰੋਂਗ। ਉਹ ਤਾਂ ਫਿਰ ਪੋਲੀਟੀਸ਼ੀਅਨ ਜੀ ਸਗੋਂ ਮੈਨੂੰ ਲੱਗਦਾ ਫਾਰਮਰਸ ਨਾਲੋਂ ਵੱਧ ਇਲਿਟਰੇਟ ਨੇ, ਰਾਈਟ? ਜੀ ਲਾਈਕ ਰਾਈਟ। ਇਵਨ ਦ ਪ੍ਰਾਈਮ ਸੋ ਮਿਨਿਸਟਰ। ਹੁਣ ਚਲੋ ਆਪਾਂ ਡਿਗਰੀਆਂ ਨਹੀਂ ਬਣਾ ਸਕਦੇ ਮਾਸਟਰਸ ਗ੍ਰੈਜੂਏਸ਼ਨ ਦੀਆਂ, ਉਹ ਬੰਦੇ ਨੇ ਬਣਾ ਕੇ ਰੱਖੀਆਂ ਹੋਈਆਂ, ਬਟ ਦੈਟਸ ਰੋਂਗ। ਜੀ ਜੀ। ਸੋ ਅਸੀਂ ਇਹੀ ਅਪੀਲ ਕਰਾਂਗੇ ਕਿ ਜਿੰਨੇ ਵੀ ਕਿਸਾਨ ਨੇ, ਆਪਣੀ ਜਿੰਨੇ ਪੰਜਾਬੀ ਭਰਾ ਉੱਥੇ ਬੈਠੇ ਨੇ, ਤੇ ਜ਼ਰੂਰ ਜਿੱਤ ਹਾਸਿਲ ਕਰਨ, ਤੇ ਅਸੀਂ ਉਹਨਾਂ ਦੇ ਨਾਲ ਹਾਂ, ਸਾਰੇ ਸਪੋਰਟ ਕਰ ਰਹੇ ਹਾਂ, ਤੇ ਸਾਨੂੰ ਜਿੱਤ ਜ਼ਰੂਰ ਮਿਲੇਗੀ। ਸੋ ਇਹ ਸੀਗਾ ਜੀ ਸਾਡਾ ਸ਼ੋਅ ਮੁਲਾਕਾਤ ਕੁਝ ਖਾਸ। ਤੇ ਜਾਂਦੇ ਜਾਂਦੇ ਤੁਸੀਂ ਸਾਡੇ ਲਈ ਕੀ ਕਹਿਣਾ ਚਾਹੋਗੇ, ਸਾਡੇ ਸ਼ੋਅ ਲਈ ਕੀ ਕਹਿਣਾ ਚਾਹੋਗੇ? ਆਪਣੇ ਵਿਊਜ਼ ਜ਼ਰੂਰ ਸਾਂਝੇ ਕਰੋ। James, thank you first of all for having me, and ਮੈਂ ਇਹੀ ਕਹੂੰਗੀ ਕਿ ਇੱਦਾਂ ਦੇ ਜਿਹੜੇ, ਜਿਵੇਂ ਤੁਸੀਂ ਇੱਕ ਇਨੀਸ਼ੀਅਲਾਈਜ਼ ਕੀਤਾ ਹੈ ਹਨਾ ਸਟੈਪ, ਇਟ ਜੀ ਜਸਟ, ਸੋ ਇੱਕ ਬਹੁਤ ਵਧੀਆ ਤੁਹਾਡਾ ਹੈਗਾ ਹੈ ਉਪਰਾਲਾ, ਬਹੁਤ ਵਧੀਆ ਤੁਸੀਂ ਚੈਨਲ ਸਟਾਰਟ ਕੀਤਾ ਆ। ਜਿਹੜੇ ਨਿਊ ਕਮਰਸ ਹੈਗੇ ਆ, ਜਾਂ ਜਿਹੜੇ ਆਪਣਾ ਟੈਲੈਂਟ ਸ਼ੋਕੇਸ ਕਰਨਾ ਚਾਹੁੰਦੇ ਆ ਹਨਾ, ਜਾਂ ਆਪਣੀ ਜਰਨੀ ਸ਼ੇਅਰ ਕਰਨਾ ਚਾਹੁੰਦੇ ਆ, ਜੀ ਉਹਨਾਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਆ। ਆਈ ਵਿਸ਼ ਕਿ ਤੁਸੀਂ ਹੋਰ ਗਰੋ ਕਰੋ ਹਨਾ, ਐਂਡ ਇਨ ਫਿਊਚਰ ਵੱਧ ਤੋਂ ਵੱਧ ਲੋਕ ਤੁਹਾਡੇ ਨਾਲ ਜੁੜਨ, ਐਂਡ yeah, I wish you all the best and thanks for having me. ਥੈਂਕ ਯੂ ਸੋ ਮਚ। ਤੁਸੀਂ ਸਾਨੂੰ ਇੰਨੀ ਅਰਲੀ ਮਾਰਨਿੰਗ ਟਾਈਮ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕਸ ਟੂ ਲੋਟ, ਐਂਡ ਹੈਪੀ ਨਿਊ ਈਅਰ ਐਡਵਾਂਸ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਸਾਰੇ ਵਿਊਵਰਸ ਨੂੰ, ਜਿੰਨੇ ਵੀ ਦੇਖ ਰਹੇ ਨੇ, ਸਾਰਿਆਂ ਨੂੰ ਹੈਪੀ ਨਿਊ ਈਅਰ। ਆਈ ਵਿਸ਼ ਕਰਦੇ ਹਾਂ ਕਿ ਆਉਣ ਵਾਲਾ ਸਾਲ ਖੁਸ਼ੀ ਭਰਿਆ ਆਵੇਗਾ। ਸੋ Thank you. ਜੀ, ਇਹ ਸੀਗਾ ਅੱਜ ਤੱਕ Same to ਦਾ ਸ਼ੋਅ you, ਮੁਲਾਕਾਤ ਕੁਝ ਖਾਸ। or ਥੈਂਕ ਯੂ ਸੋ I wish ਮਚ। the same for you, or I wish ਕਿ coming year ਚ ਤੁਹਾਡਾ ਚੈਨਲ ਹੋਰ ਵਧੀਆ grow ਕਰੇ। ਥੈਂਕ ਯੂ ਸੋ ਮਚ। ਥੈਂਕਸ ਫॉर ਬੀਇੰਗ ਹੇਅਰ, ਐਂਡ ਫਿਰ ਮਿਲਾਂਗੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਕਮੈਂਟਸ ਆ ਰਹੇ ਨੇ, ਵੀਰ ਜੀ ਫੀਲਿੰਗਸ ਲਿਟ ਵਿੱਚ ਸੈਂਟ। ਓਕੇ, ਥੈਂਕ ਯੂ ਸੋ ਮਚ। ਓਕੇ ਜੀ, ਥੈਂਕ ਯੂ। Bye bye.